ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਗੁਰਚਰਨ ਸਿੰਘ ਤੁਹਾਡਾ ਆਪਣੇ ਚੈਨਲ ਮੈਥ ਸਟੱਡੀ ਆਫ ਰੀਜ਼ਨਸ ਤੇ ਸਵਾਗਤ ਕਰਦਾ ਹਾਂ। ਜਿਵੇਂ ਕਿ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਜਮਾਤ ਦੀ ਮੈਥ ਦੀ ਬੁੱਕ ਦਾ ਸੋਲਿਊਸ਼ਨ ਸਟਾਰਟ ਕੀਤਾ ਸੀਗਾ, ਉਸੇ ਲੜੀ ਤਹਿਤ ਅੱਜ ਅਸੀਂ 2.3 ਐਕਸਰਸਾਈਜ਼ ਸਟਾਰਟ ਕਰਾਂਗੇ। ਸੋ ਇਸ ਐਕਸਰਸਾਈਜ਼ ਦੇ ਵਿੱਚ ਜੋ ਪਹਿਲਾ ਸਮ ਹੈ, ਵੰਡ ਐਲਗੋਰਿਦਮ ਦੀ ਵਰਤੋਂ ਕਰਕੇ, ਠੀਕ ਹੈ। ਵੰਡ ਐਲਗੋਰਿਦਮ ਅਸੀਂ ਪਹਿਲੇ ਚੈਪਟਰ ਦੇ ਵਿੱਚ ਪੜ੍ਹਿਆ ਸੀਗਾ, ਠੀਕ ਹੈ। ਵੰਡ ਐਲਗੋਰਿਦਮ ਵੈਸੇ ਅਸੀਂ ਪਹਿਲੇ ਚੈਪਟਰ 'ਚ ਨਹੀਂ, ਅਸੀਂ ਛੋਟੀਆਂ ਜਮਾਤਾਂ ਦੇ ਵਿੱਚ ਵੀ ਪੜ੍ਹਿਆ ਵਾ। ਉਹ ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਦੇ ਵਿੱਚ ਸਮਝਾਉਂਗਾ ਕਿ ਵੰਡ ਐਲਗੋਰਿਦਮ ਕੀ ਹੁੰਦਾ ਹੈ। ਅਸੀਂ ਬਹੁਪਦ ਪੜ੍ਹਦੇ ਸੀਗੇ, ਹੁਣ ਬਹੁਪਦ ਨੂੰ ਅਸੀਂ ਇੱਕ ਹੋਰ ਬਹੁਪਦ ਨਾਲ ਤਕਸੀਮ ਕਰਦੇ ਹਾਂ। ਦੇਖੋ, ਅਸੀਂ ਮੈਥ ਦੇ ਵਿੱਚ ਜਦੋਂ ਵੀ ਕੋਈ ਚੀਜ਼ ਬਣਦੀ ਹੈ, ਉਹਦੇ ਵਿੱਚ ਪਹਿਲਾਂ ਪਲੱਸ ਲਾਉਂਦੇ ਆ, ਫਿਰ ਮਾਈਨਸ ਲਾਉਂਦੇ ਆ, ਫਿਰ ਡਿਵਾਈਡ ਲਾਉਂਦੇ ਆ, ਠੀਕ ਹੈ, ਮਲਟੀਪਲਾਈ ਕਰਦੇ ਆ। ਉਹ ਸਾਰੀਆਂ ਚੀਜ਼ਾਂ ਜਿਹੜੇ 4 ਦੇ 4 ਸਾਡੇ ਆਪਰੇਸ਼ਨ ਆ, ਪਲੱਸ ਮਾਈਨਸ ਮਲਟੀਪਲਾਈ ਤਕਸੀਮ, ਸਾਰਾ ਕੁਝ ਅਸੀਂ ਉੱਤੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇੱਥੇ ਸਾਡਾ ਜੋ ਸਵਾਲ ਹੈ ਉਹ ਹੈ ਕਿ ਵੰਡ ਐਲਗੋਰਿਦਮ ਦੀ ਵਰਤੋਂ ਕਰਕੇ ਹੇਠ ਦਿੱਤੇ ਜਿਹੜੇ ਬਹੁਪਦ ਆ, ਇੱਕ px ਦਿੱਤਾ ਹੋਇਆ ਵਾ, ਇੱਕ gx ਦਿੱਤਾ ਹੋਇਆ ਵਾ, ਇਹਨੂੰ ਅਸੀਂ ਇਹਨਾਂ ਤਕਸੀਮ ਕਰਨਾ ਵਾ ਤੇ ਉਹਦਾ ਭਾਗਫਲ ਤੇ ਬਾਕੀ ਕੱਢਣਾ, ਠੀਕ ਹੈ। ਸੋ ਮੈਂ ਥੋੜਾ ਜਿਹਾ ਵੰਡ ਐਲਗੋਰਿਦਮ ਬਾਰੇ ਦੱਸਦਾ ਤੁਹਾਨੂੰ। ਹੁਣ ਵੰਡ ਐਲਗੋਰਿਦਮ ਕੀ ਹੈ, ਸਿੰਪਲੀ ਮੈਂ ਜਸਟ ਸਮ ਨੂੰ ਸੋਲਵ ਕਰਨ ਜਿਹਦੀ ਨੌਲੇਜ ਹੀ ਬਾਰੇ ਤੁਹਾਨੂੰ ਦੱਸੂਗਾ ਕਿ ਵੰਡ ਐਲਗੋਰਿਦਮ ਇੱਕ ਤਰੀਕੇ ਨਾਲ ਸਾਡੇ ਕੋਲ ਤਕਸੀਮ ਹੀ ਹੈ। ਜਿਵੇਂ ਕਿ ਤੁਸੀਂ ਦੇਖੋ ਕਿ ਅਸੀਂ ਡਿਵਾਈਡ ਕਰਨਾ ਹੈ, ਇਹਦੇ ਵਿੱਚ ਇੱਥੇ px ਰੱਖਣੀ ਹੈ, ਇੱਥੇ gx, ਤੇ ਸਾਡੇ ਕੋਲ ਇੱਥੇ ਜਿਹੜਾ ਆਨਸਰ ਆ ਉਹ qx ਆਉਣਾ ਵਾ, ਤੇ ਇੱਥੇ ਜਿਹੜਾ ਆ ਜਾਣਾ ਵਾ ਇਹ rx। ਜਿੱਥੇ ਇਹ ਸਾਡੇ ਕੋਲ ਕੀ ਹੁੰਦਾ ਹੈ, ਇਹ ਸਾਡੇ ਕੋਲ ਹੁੰਦਾ ਹੈ ਭਾਗਫਲ, ਠੀਕ ਹੈ। ਇਹ ਸਾਡੇ ਕੋਲ ਕੀ ਹੁੰਦਾ ਵਾ, ਭਾਜ। ਇਹ ਸਾਡੇ ਕੋਲ ਕੀ ਹੁੰਦਾ ਹੈ, ਭਾਜਕ, ਠੀਕ ਹੈ। ਤੇ ਇਹ ਸਾਡੇ ਕੋਲ ਕੀ ਹੁੰਦਾ ਵਾ, ਬਾਕੀ, ਠੀਕ ਹੈ। ਇਹ ਬਹੁਪਦਾਂ ਦੇ ਵਿੱਚ ਸਾਡੇ ਕੋਲ ਆ ਗਿਆ। ਸੋ ਅਸੀਂ ਵੰਡ ਐਲਗੋਰਿਦਮ ਦੇ ਵਿੱਚ ਕੀ ਲਿਖਦੇ ਹੁੰਦੇ ਸੀਗੇ, ਜਿਹੜਾ ਅਸੀਂ ਛੋਟੀ ਜਮਾਤ ਦੇ ਵਿੱਚ ਚੈੱਕ ਕਰਦੇ ਹੁੰਦੇ ਸੀਗੇ ਜਦੋਂ ਡਿਵਾਈਡ ਕਰਦੇ ਸੀ, ਵੰਡ ਐਲਗੋਰਿਦਮ ਦੇ ਵਿੱਚ ਅਸੀਂ ਕੀ ਕਰਾਂਗੇ ਕਿ ਜਿਹੜਾ ਵਿੱਚ ਵਾਲਾ ਹੁੰਦਾ ਵਾ ਭਾਜ ਇਜ਼ ਇਕੁਅਲ ਟੂ ਭਾਜਕ ਗੁਣਾ ਭਾਗਫਲ, ਠੀਕ ਹੈ, ਜਮਾ ਬਾਕੀ ਹੁੰਦਾ, ਠੀਕ ਹੈ। ਸੋ ਇਹ ਸਾਡੇ ਕੋਲ ਸੱਚ ਹੁੰਦਾ। ਜਿਵੇਂ ਅਸੀਂ ਉਦਾਹਰਨ ਦੇ ਤਹਿਤ ਵੀ ਸਮਝ ਲੈਂਦੇ ਹਾਂ, ਪਰ ਮੈਂ ਤੁਹਾਨੂੰ ਵਾਸਤਵਿਕ ਸੰਖਿਆ ਦੀ ਉਦਾਹਰਨ ਦਊਂਗਾ। ਉਦਾਹਰਨ ਕਿ ਜਿਵੇਂ ਅਸੀਂ 5 ਨੂੰ ਜਾਂ 15 ਨੂੰ ਅਸੀਂ 7 ਤੇ ਤਕਸੀਮ ਕੀਤਾ, ਸਾਡੇ ਕੋਲ ਆਇਆ ਨਾ 7 ਦੂਣੀ 14 ਤੇ 1 ਬਾਕੀ ਬਚ ਜਾਣਾ, ਠੀਕ ਹੈ। ਹੁਣ ਤੁਸੀਂ ਦੇਖੋ ਭਾਜ ਕਿੰਨਾ ਵਾ ਸਾਡੇ ਕੋਲ, ਭਾਜ 15 ਬਰਾਬਰ ਆ ਜਾਏਗਾ, ਭਾਜਕ ਕਿੰਨਾ ਵਾ 7 ਗੁਣਾ 2 ਆ ਜਾਏਗਾ, ਜਮਾ ਬਾਕੀ ਕਿੰਨਾ ਵਾ ਸਾਡੇ ਕੋਲ 1। ਤੇ ਇਹ ਦੇਖੋ ਤੁਸੀਂ, ਇਹ 15 ਵਾ, ਇਹ ਵੀ 7 ਦੂਣੀ 14 ਹੋ ਜਾਏਗਾ, ਜਮਾ 1, 14 ਤੇ 1 15। ਸੋ ਸੱਜਾ ਬੰਨਾ ਖੱਬੇ ਬੰਨੇ ਦੇ ਬਰਾਬਰ ਆ ਗਿਆ। ਸੋ ਅਸੀਂ ਇਸ ਤਰੀਕੇ ਦੇ ਨਾਲ ਕਹਿੰਦੇ ਹਾਂ ਕਿ ਸਾਡਾ ਭਾਜ ਹੁੰਦਾ ਹੈ, ਇਹ ਭਾਜਕ ਹੁੰਦਾ ਹੈ, ਇਹ ਭਾਗ ਫਲ ਹੁੰਦਾ ਹੈ, ਤੇ ਸਾਡੇ ਕੋਲ ਬਾਕੀ ਆਉਂਦਾ ਹੈ। ਇਸੇ ਤਰੀਕੇ ਨਾਲ ਅਸੀਂ ਹੁਣ ਕਰਿਆ ਕਰਾਂਗੇ। ਅਸੀਂ ਪ੍ਰੋਸੈਸ ਸ਼ੁਰੂ ਕਰਨਾ ਕਿ ਸਾਡੇ ਕੋਲ ਇੱਥੇ ਕੋਈ ਬਹੁਪਦ ਹੋਇਆ ਕਰੇਗਾ, ਇਸ ਤਰੀਕੇ ਨਾਲ ਬਾਹਰ ਵੀ ਕੋਈ ਬਹੁਪਦ ਹੋਇਆ ਕਰੂਗਾ, ਠੀਕ ਹੈ, -2, ਉਹਨੂੰ ਤਕਸੀਮ ਕਰਕੇ ਇੱਥੇ ਵੀ ਕੋਈ ਬਹੁਪਦ ਆਇਆ ਕਰੂਗਾ, ਤੇ ਉੱਤਰ ਵੀ ਸਾਡੇ ਕੋਲ ਜਿਹੜਾ ਬਾਕੀ ਆਇਆ ਕਰੇਗਾ, ਠੀਕ ਹੈ। ਅਸੀਂ ਸਮ ਦੇ ਨਾਲ ਸਮਝਦੇ ਹਾਂ ਕਿ ਅਸੀਂ ਬਹੁਪਦ ਨੂੰ ਬਹੁਪਦ ਦੇ ਨਾਲ ਕਿੱਦਾਂ ਤਕਸੀਮ ਕਰਦੇ ਹਾਂ, ਠੀਕ ਹੈ। ਇੱਕ ਗੱਲ ਨੋਟ ਕਰਨੀ ਕਿ ਜਿਹੜਾ ਆ ਬਾਕੀ ਹੁੰਦਾ ਵਾ ਉਹ ਇਹਦੇ ਨਾਲੋਂ ਛੋਟਾ ਹੁੰਦਾ ਹੈ। ਬਾਕੀ ਜਿਹੜਾ ਹੁੰਦਾ ਹੈ ਇਹਦੇ ਨਾਲੋਂ ਛੋਟਾ ਹੁੰਦਾ ਹੈ, ਇਹ ਖਿਆਲ ਦੇ ਵਿੱਚ ਤੁਸੀਂ ਰੱਖਣਾ ਹੈ। ਹੁਣ ਦੇਖੋ, ਜਿਵੇਂ ਕਿ ਸਾਡੇ ਕੋਲ ਪਹਿਲਾ ਸਮ ਹੈ, ਵੰਡ ਐਲਗੋਰਿਦਮ ਦੀ ਵਰਤੋਂ ਕਰਨੀ, ਅਸੀਂ ਤਕਸੀਮ ਕਰਨੀ ਹੈ, ਜਿਹੜੀ ਅਸੀਂ ਮੇਨ ਛੋਟੀ ਜਮਾਤ ਦੇ ਵਿੱਚ ਕਰਦੇ ਸੀ। ਸਾਡੇ ਕੋਲ ਪਹਿਲਾ ਸਵਾਲ ਹੈ, ਪਹਿਲੇ ਦਾ ਸਾਡੇ ਕੋਲ ਇੱਕ px ਬਹੁਪਦ ਹੈ, px ਬਰਾਬਰ ਹੈ ਸਾਡੇ ਕੋਲ x ਦੀ 3 ਮਾਈਨਸ 3x ਸਕੇਅਰ ਪਲੱਸ 5x ਮਾਈਨਸ 3 ਤੇ gx ਦਿੱਤਾ ਹੋਇਆ ਸਾਨੂੰ x ਸਕੇਅਰ ਮਾਈਨਸ 3, ਠੀਕ ਹੈ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਧਿਆਨ ਰੱਖਣਾ ਵਾ ਕਿ ਜੇ ਸਭ ਤੋਂ ਪਹਿਲਾਂ ਘਾਤ ਜਿਹੜੀ x ਦੀ 3 ਵਾ, ਫਿਰ 2 ਹੋਣੀ ਚਾਹੀਦੀ ਆ, ਫਿਰ 1 ਹੋਣੀ ਚਾਹੀਦੀ ਆ, ਫਿਰ ਗਿਣਤੀ ਵਾਲਾ, ਠੀਕ ਹੈ। ਹੁਣ ਇਹ 'ਚ ਪਹਿਲਾਂ 2 ਆ, ਫਿਰ 1 ਵਾ। ਜੇ ਮੈਂ ਸਾਰੇ ਸਮਸ ਦੀ ਥੋੜੀ ਜਿਹੀ ਟਰਾਈ ਕਰਾਂਗੇ, ਦੇਖੋ ਪਹਿਲਾਂ 4 ਘਾਤ ਵਾ, ਫਿਰ 2 ਆ,
ਫਿਰ 1 ਵਾ, ਫਿਰ ਠੀਕ ਹੈ। ਹੁਣ ਇੱਥੇ ਦੇਖੋ ਪਹਿਲਾਂ 2 ਆ ਗਈ, ਫਿਰ ਆਹ ਥੋੜਾ ਉਲਟ ਦਿੱਤਾ ਹੋਇਆ, ਤੇ ਇਹਨੂੰ ਅਸੀਂ ਸਹੀ ਤਰੀਕੇ ਨਾਲ ਸਮਸ ਦੇ ਵਿੱਚ ਕਰ ਲਾਂਗੇ। ਇਹਨੂੰ ਅੱਗੇ ਲਿਖ ਲਾਂਗੇ, ਇਹਨੂੰ ਪਿੱਛੇ ਲਿਖ ਲਾਂਗੇ। ਸੇਮ ਇੱਥੇ ਪਹਿਲਾਂ 4 ਵਾ, 3 ਹੈ ਹੀ ਨਹੀਂ, 2 ਹੈ ਹੀ ਨਹੀਂ, ਫਿਰ 1 ਆ ਗਈ ਆ। ਸੋ ਇਸ ਤਰੀਕੇ ਨਾਲ ਹੁਣ ਦੇਖੋ ਆ ਵੀ ਉਲਟ ਦਿੱਤੀ ਆ, ਇਹ ਅਸੀਂ ਪਹਿਲਾਂ ਲਿਖਾਂਗੇ, ਇਹ ਬਾਅਦ ਚੋਂ ਲਿਖਾਂਗੇ। ਇਹ ਦੇਖਣਾ ਸਾਡੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ। ਸੋ ਅਸੀਂ ਵਾਰੀ ਵਾਰੀ ਸਮ ਕਰਨੇ ਸੋਲਵ ਸ਼ੁਰੂ ਕਰਦੇ ਹਾਂ। ਸੋ ਦੇਖੋ ਮੈਂ ਤਕਸੀਮ ਕਰਨੀ ਹੈ, ਇਹਨੂੰ ਵਿੱਚ ਰੱਖੂੰਗਾ ਮੈਂ, x ਦੀ ਕਿਊਬ ਮਾਈਨਸ 10x ਸਕੇਅਰ ਪਲੱਸ 5x ਮਾਈਨਸ 10, ਠੀਕ ਹੈ। ਤੇ gx ਸਾਡੇ ਕੋਲ ਹੈ x ਸਕੇਅਰ ਮਾਈਨਸ 10। ਸੋ ਹੁਣ ਅਸੀਂ ਇਹਨੂੰ ਤਕਸੀਮ ਕਰਨਾ ਵਾ। ਉਹ ਇਹ ਸਟੈਪ ਸਾਨੂੰ ਧਿਆਨ ਨਾਲ, ਜਿੱਦਾਂ ਅਸੀਂ ਪਹਿਲਾਂ ਕਰਾਂਗੇ ਫਿਰ ਦੂਜਾ ਕਰਾਂਗੇ ਤੇ ਤੀਜੇ ਤੱਕ ਅਸੀਂ ਬਿਲਕੁਲ ਪ੍ਰਿਪੇਅਰ ਹੋ ਜਾਾਂਗੇ। ਸੋ ਪਹਿਲਾ ਸਟੈਪ ਕਿ ਸਭ ਤੋਂ ਪਹਿਲਾਂ ਅਸੀਂ ਇਹਦਾ ਪਹਿਲਾ ਅੱਖਰ ਲੈਣਾ ਵਾ। ਇੱਥੇ ਸਾਈਡ ਤੇ ਰਫ ਵਰਕ ਕਰਨ ਲੱਗਾ ਮੈਂ ਇੱਥੇ x ਕਿਊਬ ਤੇ ਇਹਦਾ ਪਹਿਲਾ ਅੱਖਰ। ਜਦੋਂ ਅਸੀਂ ਇਹਨਾਂ ਨੂੰ ਤਕਸੀਮ ਕਰਾਂਗੇ, ਇਦਾਂ ਤਕਸੀਮ ਕਰਨਾ, ਅਸੀਂ ਡਿਵਾਈਡ ਕਰਨਾ ਉੱਪਰ ਤੇ ਥੱਲੇ ਰੱਖ ਕੇ ਬਟੇ ਦੇ ਵਿੱਚ। ਹੁਣ ਦੇਖੋ ਥੱਲੇ 2 ਵਾਰੀ x ਵਾ, ਉੱਪਰ 3 ਵਾਰੀ ਹੈ। ਤੁਸੀਂ ਦੇਖੋਗੇ ਕਿ ਉੱਪਰਲੇ ਬੰਨੇ ਤੁਹਾਡੇ ਕੋਲ x ਜਿਹੜਾ ਵਾ ਉਹ 3 ਵਾਰੀ ਆ, ਠੀਕ ਹੈ। ਤੇ ਨੀਚੇ x ਕਿੰਨੀ ਵਾਰੀ ਹੈ? 2 ਵਾਰੀ। ਤੇ 2 ਵਾਰੀ x ਜਿਹੜਾ ਵਾ ਉਹ ਕੱਟਿਆ ਜਾਏਗਾ ਤੇ ਸਾਡੇ ਕੋਲ ਕੱਲਾ ਇੱਕ x ਬਚ ਜਾਏਗਾ, ਠੀਕ ਹੈ। ਸੋ ਉਹ ਅਸੀਂ ਇੱਥੇ ਉੱਪਰ ਲਿਖ ਦਾਂਗੇ, ਜਾਂ ਤੁਸੀਂ ਇੱਥੇ ਪਾ ਸਕਦੇ ਆ, ਠੀਕ ਹੈ। x ਆ ਗਿਆ। ਹੁਣ ਜਦੋਂ ਤੁਸੀਂ ਇਹ x ਲੱਭ ਲਿਆ, ਤੁਸੀਂ ਇਸ x ਨੂੰ ਰਫ ਵਰਕ ਦੇ ਵਿੱਚ ਇਹਨਾਂ ਸਾਰੇ ਨਾਲ ਮਲਟੀਪਲਾਈ ਕਰਨਾ। ਕੀ ਕਰੋਗੇ? x ਸਕੁਅਰ ਮਾਈਨਸ 10। ਜਦੋਂ ਤੁਸੀਂ ਇਹਨੂੰ ਇਹਨਾਂ ਮਲਟੀਪਲਾਈ ਕੀਤਾ, ਤੁਹਾਡੇ ਕੋਲ x ਤੇ ਆ x 2 ਵਾਰੀ ਹੈ, x 3 ਵਾਰੀ ਹੋ ਜਾਊਗਾ। x ਦੀ ਘਾਤ 3 ਪਾ ਦਾਂਗੇ, ਫਿਰ ਇਹ x ਇਹਨਾਂ ਮਲਟੀਪਲਾਈ ਹੋਊਗਾ, ਸਾਡੇ ਕੋਲ ਕਿੰਨਾ ਆ ਜਾਊਗਾ? 3x। ਹੁਣ ਦੇਖੋ ਇੱਥੇ ਘਾਤ 3 ਵਾ, ਇੱਥੇ ਘਾਤ ਕੋਈ ਵੀ ਨਹੀਂ, ਮਤਲਬ 1 ਵਾ। ਹੁਣ ਦੇਖੋ ਜਿਹੜਾ ਘਾਤ 3 ਵਾਲਾ ਉਹ ਘਾਤ 3 ਵਾਲੇ ਦੇ ਨੀਚੇ ਲਿਖ ਦਾਂਗੇ, ਤੇ ਜਿਹੜਾ ਘਾਤ 1 ਵਾਲਾ ਵਾ ਉਹ ਅਸੀਂ ਇੱਕ ਘਾਤ ਦੇ ਨੀਚੇ ਪਾਵਾਂਗੇ। ਆਹ ਇੱਕ ਘਾਤ ਵਾ, ਇਹਦੇ ਨੀਚੇ ਲਿਖਾਂਗੇ ਅਸੀਂ। ਇਹ ਧਿਆਨ ਰੱਖਣਾ, ਜਿਹੜਾ ਜਿੱਦਾਂ ਦਾ ਆਊਗਾ ਉਸੇ ਤਰੀਕੇ ਨਾਲ ਹੀ ਅਸੀਂ ਲਿਖਣਾ। ਫਿਰ ਅਸੀਂ ਇੱਥੇ ਲਾਈਨ ਮਾਰ ਕੇ ਸਾਈਨ ਚੇਂਜ ਕਰਾਂਗੇ। ਇਹ ਪ੍ਰੋਸੈਸ ਆ ਡਿਵੀਜ਼ਨ ਦਾ, ਬਹੁਪਦ ਦੀ। ਸੋ ਜੇ ਇੱਥੇ ਜਮਾ ਦਾ ਸਾਈਨ ਆ ਤਾਂ ਅਸੀਂ ਇੱਥੇ ਮਾਈਨਸ ਪਾ ਦਾਂਗੇ, ਤੇ ਇਹ ਵਾਲਾ ਸਾਈਨ ਅਸੀਂ ਕੰਸੀਡਰ ਕਰਨਾ। ਸੋ ਮੈਂ ਇੱਥੇ ਛੋਟਾ ਜਿਹਾ ਗੋਲਾ ਮਾਰ ਦੂੰਗਾ। ਸੋ ਨੈਕਸਟ ਇੱਥੇ ਮਾਈਨਸ ਆ, ਸੋ ਇਹ ਮਾਈਨਸ ਨੂੰ ਚੇਂਜ ਕਰਕੇ ਮੈਂ ਇੱਥੇ ਪਲੱਸ ਮਾਰ ਦੂੰਗਾ, ਤੇ ਇੱਥੇ ਥੋੜਾ ਜਿਹਾ ਮੈਂ ਗੋਲਾ ਮਾਰ ਦੂੰਗਾ, ਤਾਂ ਕਿ ਮੈਂ ਆਹ ਸਾਈਨ ਤੇ ਆਹ ਸਾਈਨ ਲੈਣਾ। ਕਲੀਅਰ? ਸੋ ਪਹਿਲਾਂ ਤਾਂ ਹਮੇਸ਼ਾ ਸਾਡਾ ਕੈਂਸਲ ਹੋ ਜਾਇਆ ਕਰੂਗਾ, ਕਿਉਂਕਿ ਇਹ ਜਮਾ ਦਾ, ਇਹ ਮਾਈਨਸ ਦਾ, ਇਹ ਕੱਟਿਆ ਜਾਏਗਾ। ਉਦੋਂ ਬਾਅਦ ਇਹਦੇ ਨੀਚੇ ਕੁਛ ਨਹੀਂਗਾ, ਸੋ ਮੈਂ ਇਹ ਐਜ਼ ਇਟ ਇਜ਼ ਨੀਚੇ ਲਿਖ ਲੂੰਗਾ 3x ਸਕੁਅਰ। ਫਿਰ ਹੁਣ ਆਹ ਜਮਾ ਦਾ ਵਾ, ਆ ਵੀ ਜਮਾ ਦਾ। ਜਦੋਂ ਦੋਨੇ ਜਮਾ ਦੇ ਹੋਣ, ਆਹ ਮਾਈਨਸ ਵਾਲਾ ਸਾਈਨ ਨਹੀਂ ਅਸੀਂ ਲੈਣਾ, ਅਸੀਂ ਦੋਨੇ ਜਮਾ ਦੇ ਸਾਈਨ ਲਵਾਂਗੇ। 5 ਤੇ 3 ਸਾਡੇ ਕੋਲ ਕਿੰਨਾ ਆ ਜਾਊਗਾ? 8, ਤੇ ਨਾਲ x ਆ ਜਾਏਗਾ। ਕਲੀਅਰ? ਹੁਣ ਜਿਹੜਾ ਇੱਕ ਅੱਖਰ ਰਹਿ ਗਿਆ ਉਹ ਨੀਚੇ ਐਜ਼ ਇਟ ਇਜ਼ ਉਤਾਰ ਲਾਂਗੇ। ਹੁਣ ਫੇਰ ਉਹੀ ਪ੍ਰੋਸੈਸ ਕਿ ਅਸੀਂ ਆਹ ਵਾਲਾ ਲੱਭਣਾ। ਕਿੱਦਾਂ ਲੱਭਾਂਗੇ? ਇਹਦਾ ਪਹਿਲਾ ਅੱਖਰ ਲੈ ਲਾਂਗੇ ਅਸੀਂ -3x ਸਕੁਅਰ ਬਟਾ ਇਹਦਾ ਪਹਿਲਾ ਅੱਖਰ ਉਹ ਕਿੰਨਾ ਵਾ, ਉਹ ਹਮੇਸ਼ਾ ਸੇਮ ਹੀ ਲਈ ਜਾਣਾ ਅਸੀਂ, x ਸਕੁਅਰ, ਠੀਕ ਹੈ। ਸੋ ਹੁਣ ਦੇਖੋ ਆ x ਸਕੁਅਰ ਨਾਲ x ਸਕੁਅਰ ਕੱਟਿਆ ਗਿਆ, ਸਾਡੇ ਕੋਲ ਕੱਲਾ ਕਿੰਨਾ ਬਚ ਗਿਆ? -3 ਬਚ ਗਿਆ। ਸੋ ਇਹ -3 ਮੈਂ ਇੱਥੇ ਪਾ ਦੂੰਗਾ। ਹੁਣ ਜੋ ਇਹ -3 ਆਇਆ ਵਾ, ਇਹਨੂੰ ਮੈਂ ਹਮੇਸ਼ਾ ਫਿਰ ਇੰਨਾ ਹੀ ਗੁਣਾ ਕਰਨਾ ਵਾ ਪਹਿਲੇ ਸਟੈਪ ਨਾਲ ਹੀ, x ਸਕੁਅਰ -10। ਹੁਣ ਦੇਖੋ ਜਦੋਂ ਮੈਂ ਇਹਨੂੰ ਇੰਨਾ ਗੁਣਾ ਕੀਤਾ, ਮੇਰੇ ਕੋਲ ਕਿੰਨਾ ਆ ਜਾਊਗਾ? -3, ਤੇ ਨਾਲ x ਸਕੁਅਰ ਉੱਤੇ ਹੀ ਆ ਜਾਊਗਾ, ਕਿਉਂਕਿ ਇੱਥੇ ਗਿਣਤੀ ਵਾਲਾ ਅੱਖਰ ਹੈ ਨਹੀਂਗਾ। ਸੋ ਫਿਰ ਆ ਮਾਈਨਸ ਮਾਈਨਸ ਨਾਲ ਗੁਣਾ ਹੋਇਆ ਜਮਾ ਹੋ ਜਾਏਗਾ, 3 ਨਾਲ ਗੁਣਾ ਹੋਇਆ 9 ਹੋ ਜਾਊਗਾ। 6 ਨਹੀਂ ਹੋਣਾ, 3 3 9 ਹੋਣਾ। ਬੱਚੇ ਗਲਤੀ ਕਰ ਲੈਂਦੇ। ਸੋ -3x ਸਕੁਅਰ ਇਹ ਲਿਖ ਦੂੰਗਾ, ਕਿਉਂਕਿ ਇਹ 2 ਘਾਤ ਵਾ, 2 ਘਾਤ ਦੇ ਨੀਚੇ ਫਿਰ ਇਹ ਕੋਈ ਘਾਤ ਨਹੀਂ ਹੈਗੀ, ਇਹ 9 ਗਿਣਤੀ ਵਾਲਾ ਅੱਖਰ ਹੈ, ਤੇ ਮੈਂ ਗਿਣਤੀ ਵਾਲੇ ਅੱਖਰ ਦੇ ਨੀਚੇ ਪਾਉਂਗਾ ਜਮਾ 9, ਤੇ ਫਿਰ ਅੰਡਰਲਾਈਨ ਕਰਕੇ, ਤੇ ਮੈਂ ਦੇਖੂੰਗਾ ਇੱਥੇ ਸਾਈਨ ਮਾਈਨਸ ਦਾ ਆਇਆ ਤੇ ਇੱਥੇ ਪਲੱਸ ਦਾ ਆ ਜਾਊਗਾ। ਛੋਟਾ ਜਿਹਾ ਗੋਲਾ ਮਾਰ ਦੂੰਗਾ, ਕਿਉਂਕਿ ਮੈਂ ਇਹ ਸਾਈਨ ਲੈਣਾ, ਇਹਨੂੰ ਮੈਂ ਇਗਨੋਰ ਕਰ ਦੇਣਾ, ਇਹਨੂੰ ਮੈਂ ਛੱਡ ਦੇਣਾ। ਇੱਥੇ ਇਹ ਪਲੱਸ ਦਾ ਵਾ, ਇਹ ਮਾਈਨਸ ਦਾ ਆ ਜਾਏਗਾ, ਸੋ ਇੱਥੇ ਵੀ ਗੋਲਾ ਮਾਰ ਦੂੰਗਾ ਕਿ ਤਾਂ ਕਿ ਮੈਂ ਇਹ ਸਾਈਨ ਲੈਣਾ। ਸੋ ਇਹ ਕੱਟਿਆ ਜਾਏਗਾ, ਠੀਕ ਹੈ, ਕਿਉਂਕਿ ਇਹ ਮਾਈਨਸ ਦਾ ਉੱਪਰ, ਨੀਚੇ ਜਮਾ ਦਾ, ਸੋ ਇਹ ਕੈਂਸਲ ਹੋ ਗਏ। ਆ ਇਦਾਂ ਹੀ ਸਾਡੇ ਕੋਲ ਇੱਥੇ ਆ ਗਿਆ 8x, ਠੀਕ ਹੈ। ਜਮਾ ਦਾ ਸੀਗਾ, ਜਮਾ ਪਾਉਣ ਦੀ ਲੋੜ ਨਹੀਂ। ਹੁਣ ਦੇਖੋ ਇਹ ਦੋਨੇ ਮਾਈਨਸ ਦੇ, ਇਹ ਵੀ ਭੁਲੇਖਾ ਵਾ, ਜਦੋਂ ਦੋਨੇ ਮਾਈਨਸ ਦੇ ਹੋਣਗੇ ਜਾਂ ਜਦੋਂ ਦੋਨੇ ਮਾਈਨਸ ਦੇ ਹੋਣਗੇ, ਅਸੀਂ ਕਹਿੰਦੇ ਕਿ ਦੋਨੇ ਚੋਰ ਆ। 3 ਚੋਰ ਤੇ 9 ਚੋਰ ਕਿੰਨੇ ਹੋ ਜਾਣਗੇ? 12 ਚੋਰ। ਚੋਰ ਦਾ ਮਤਲਬ ਇੱਥੇ ਕਵਾਂਗੇ ਅਸੀਂ -12 ਆ ਜਾਏਗਾ। ਸੋ ਇਹ ਧਿਆਨ ਨਾਲ ਸਾਡੇ ਕੋਲ ਬਾਕੀ ਆ ਜਾਏਗਾ। ਤੇ ਹੁਣ ਸਾਨੂੰ ਸਮ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ ਕਿ ਬਹੁਪਦ px ਨੂੰ ਬਹੁਪਦ qx gx ਨਾਲ ਭਾਗ ਕਰਕੇ ਭਾਗਫਲ ਪਤਾ ਕਰੋ ਇੱਕ, ਤੇ ਇੱਕ ਬਾਕੀ ਪਤਾ ਕਰੋ। ਹੁਣ ਦੇਖੋ ਭਾਗਫਲ ਕਿੰਨਾ ਆ ਗਿਆ ਸਾਡੇ ਕੋਲ, ਇਹ ਭਾਗਫਲ ਹੁੰਦਾ ਵਾ, ਤੇ ਸਾਡੇ ਕੋਲ ਜਿਹੜਾ ਭਾਗਫਲ ਆ ਗਿਆ ਹੈ ਉਹ ਸਾਡੇ ਕੋਲ ਆ ਗਿਆ ਹੈ x - 3, ਤੇ ਬਾਕੀ ਕਿੰਨਾ ਆ ਗਿਆ ਸਾਡੇ ਕੋਲ? 8x -
12। ਸੋ ਇਹ ਸਾਡਾ ਪਹਿਲਾ ਸਵਾਲ ਆ। ਸੋ ਇਸ ਤਰੀਕੇ ਨਾਲ ਸਾਨੂੰ ਵੀ ਪੇਪਰ ਦੇ ਵਿੱਚ ਸਵਾਲ ਆ ਜਾਂਦਾ ਨਾਰਮਲੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਸਵਾਲਾਂ ਦੇ ਵਿੱਚ ਮਤਲਬ 2 ਨੰਬਰ ਦਾ ਸਾਨੂੰ ਜਿਹੜਾ ਇਹ ਆ ਜਾਂਦਾ। ਸੋ ਨੈਕਸਟ ਸਵਾਲ ਕਰਦੇ ਹਾਂ ਅਸੀਂ। ਦੂਜਾ ਸਵਾਲ ਸਾਡੇ ਕੋਲ ਹੈ px this and gx this। ਸੋ ਮੈਂ ਪਹਿਲਾਂ px ਲਿਖ ਲਵਾਂ ਇੱਥੇ, ਪਹਿਲੇ ਦਾ ਦੂਜਾ ਪਾਰਟ ਸਾਡੇ ਕੋਲ ਹੈ px ਬਰਾਬਰ that is equal to x ਦੀ 4 ਮਾਈਨਸ 3x ਸਕੁਅਰ ਪਲੱਸ 4x ਜਮਾ 5 ਤੇ gx ਕਿੰਨਾ ਹੈ ਸਾਡੇ ਕੋਲ that is equal to x ਸਕੁਅਰ ਪਲੱਸ 1 ਮਾਈਨਸ x। ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਘਾਤ ਸੇਮ ਰੱਖਣੀ, ਪਹਿਲਾਂ 4 ਫਿਰ 3 ਹੈ ਨਹੀਂ ਗੀ, 2 ਆ ਗਈ, ਫਿਰ 1 ਆ ਗਈ, ਕਿਉਂਕਿ ਇੱਥੇ ਉੱਤੇ ਕੋਈ ਪਾਵਰ ਨਹੀਂ, 1 ਹੋਏਗੀ ਫਿਰ ਕੋਈ ਵੀ ਨਹੀਂ। ਹੁਣ ਇੱਥੇ 2 ਆ ਗਈ, ਫਿਰ ਕੋਈ ਵੀ ਨਹੀਂ, ਫਿਰ 1 ਆ ਗਈ, ਇਹ ਗਲਤ ਹੋ ਗਿਆ। 2 ਤੋਂ ਬਾਅਦ 1 ਆਉਣੀ ਚਾਹੀਦੀ। ਸੋ ਮੈਂ ਇਹਨੂੰ ਸਹੀ ਤਰੀਕੇ ਨਾਲ ਲਿਖ ਲੂੰਗਾ x ਸਕੁਅਰ ਮਾਈਨਸ x ਪਲੱਸ 1 ਆ ਜਾਊਗਾ ਸਾਡੇ। ਹੁਣ ਮੈਂ ਫਿਰ ਉਸੇ ਤਰੀਕੇ ਨਾਲ ਤਕਸੀਮ ਕਰੂੰਗਾ, ਮੈਂ ਸੇਮ ਸਾਈਨ ਪਾਉਂਗਾ ਇਸੇ ਤਰੀਕੇ ਨਾਲ ਹੀ ਕਿ ਇੱਥੇ ਆ ਜਾਏਗਾ x ਦੀ 4 ਮਾਈਨਸ 3x ਦੀ 2 ਪਲੱਸ 4x ਤੇ ਪਲੱਸ 5 ਆ ਜਾਏਗਾ ਸਾਡੇ, ਠੀਕ ਹੈ। ਸੋ ਇਹ ਦੇਖ ਲੈਣਾ ਧਿਆਨ ਨਾਲ। ਸੋ ਉਸ ਤੋਂ ਬਾਅਦ ਅਸੀਂ ਜਿਹੜਾ ਇਹ ਸਿੰਬਲ ਆ ਇਹ ਅਸੀਂ ਬਾਹਰ ਲਿਖਾਂਗੇ x ਸਕੁਅਰ ਮਾਈਨਸ x ਪਲੱਸ 1। ਹੁਣ ਕਿੱਦਾਂ ਅਸੀਂ ਤਕਸੀਮ ਕਰਦੇ ਸੀ, ਪਹਿਲਾ ਸਟੈਪ ਕਿ ਇਹਦਾ ਜਿਹੜਾ ਪਹਿਲਾ ਅੱਖਰ ਆ ਉਹ ਅਸੀਂ ਇੱਥੇ ਲਿਖਾਂਗੇ x ਦੀ 4 ਬਟਾ ਕੀ ਆ ਜਾਏਗਾ ਸਾਡੇ ਕੋਲ ਇਹਦਾ ਪਹਿਲਾ ਅੱਖਰ that is x ਦੀ ਘਾਤ 2। ਹੁਣ ਦੇਖੋ ਉੱਪਰ 4 ਵਾਰੀ ਆ, ਥੱਲੇ 2 ਵਾਰੀ ਆ, 2 ਵਾਰੀ ਕੱਟਿਆ ਜਾਊਗਾ ਤੇ ਸਾਡੇ ਕੋਲ ਕੱਲਾ ਕੀ ਬਚ ਜਾਊਗਾ x ਦੀ 2 ਬਚ ਜਾਏਗਾ। ਜਦੋਂ x ਦੀ 2 ਬਚ ਗਿਆ ਉਹ ਅਸੀਂ ਇੱਥੇ ਲਿਖ ਦਾਂਗੇ। ਹੁਣ x ਦੀ 2 ਨੂੰ ਅਸੀਂ ਕਿਹਦੇ ਨਾਲ ਗੁਣਾ ਕਰਾਂਗੇ, ਆ ਸਾਰੇ ਦੇ ਨਾਲ। ਸੋ ਮੈਂ ਇੱਥੇ ਲਿਖੂੰਗਾ x ਦੀ 2 ਮਾਈਨਸ x ਪਲੱਸ 1। ਜਦੋਂ ਮੈਂ ਇਹਨੂੰ ਨਾਲ ਗੁਣਾ ਕੀਤਾ ਇਹ ਨਾ ਹੋ ਕੇ 2 ਤੇ 2 4 ਹੋ ਗਿਆ, ਫਿਰ ਇਹ ਨਾ ਹੋਇਆ ਇਹ 1 ਵਾਰੀ x ਇਹ 2 ਵਾਰੀ, ਸੋ ਕਿੰਨਾ ਹੋ ਜਾਊਗਾ ਮਾਈਨਸ x ਦੀ 3 ਵਾਰੀ, ਫਿਰ ਇਹ ਨਾ ਹੋ ਗਿਆ ਤੇ ਇਹ ਕਿੰਨਾ ਹੋ ਗਿਆ ਜਮਾ x ਦੀ 2 ਵਾਰੀ, ਕਿਉਂਕਿ x ਸਕੁਅਰ ਇਹਨਾਂ ਹੋਇਆ x ਸਕੁਅਰ। ਹੁਣ ਦੇਖੋ ਘਾਤ ਦੇ ਥੱਲੇ ਘਾਤ ਪਾਉਣਾ ਸੀ, ਇਹ 4 ਘਾਤ ਵਾਲਾ ਇਹ ਵੀ 4 ਘਾਤ ਵਾਲਾ, ਸੋ ਇਹਦੇ ਨੀਚੇ ਅਸੀਂ ਪਾ ਦਾਂਗੇ 4 ਘਾਤ। ਹੁਣ ਇਹ ਹੈਗਾ 3 ਘਾਤ ਵਾਲਾ, 3 ਘਾਤ ਵਾਲਾ ਹੈ ਹੀ ਨਹੀਂ ਇੱਥੇ ਕਿਤੇ, 3 ਘਾਤ ਵਾਲਾ ਕੋਈ ਵੀ ਨਹੀਂ ਹੈ। ਸੋ 3 ਘਾਤ ਵਾਲਾ ਅਸੀਂ ਸਾਰਿਆਂ ਤੋਂ ਪਰੇ ਪਾ ਦੇਣਾ ਇੱਥੇ ਕਿ ਸਾਡੇ ਕੋਲ ਆ ਜਾਏਗਾ ਮਾਈਨਸ x ਦੀ 3 ਆ ਜਾਏਗਾ, ਠੀਕ ਹੈ, ਕਿਉਂਕਿ ਘਾਤ ਕੋਈ ਵੀ 3 ਵਾਲਾ ਨਹੀਂ ਹੈਗਾ। ਸੋ ਮੈਂ ਇਹਨੂੰ ਸਾਈਡ ਤੇ ਪਾ ਲਿਆ, ਇਹ ਤੋਂ ਵੀ ਸਾਈਡ ਤੇ। ਹੁਣ ਫਿਰ ਹੈਗਾ ਘਾਤ 2 ਵਾਲਾ, ਆਹ ਘਾਤ 2 ਵਾਲਾ ਵਾ ਤੇ ਮੈਂ ਘਾਤ 2 ਵਾਲਾ ਇੱਥੇ ਪਾ ਦੂੰਗਾ, ਜਮਾ ਦਾ ਸਾਈਨ ਪਾ ਕੇ ਘਾਤ 2। ਹੁਣ ਫਿਰ ਮੈਂ ਇੱਥੇ ਅੰਡਰਲਾਈਨ ਕਰੂੰਗਾ, ਠੀਕ ਹੈ। ਹੁਣ ਦੇਖੋ ਇੱਥੇ ਜਮਾ ਕੋਈ ਸਾਈਨ ਨਹੀਂ ਜਮਾ ਦਾ ਵਾ, ਸੋ ਮੈਂ ਇੱਥੇ ਮਾਈਨਸ ਦਾ ਪਾ ਕੇ ਗੋਲਾ ਲਾ ਦੂੰਗਾ। ਫਿਰ ਇੱਥੇ ਪਲੱਸ ਦਾ ਵਾ, ਇੱਥੇ ਮਾਈਨਸ ਲਾ ਕੇ ਇੱਥੇ ਇੱਕ ਸਰਕਲ ਬਣਾ ਦੂੰਗਾ। ਇਹ ਮਾਈਨਸ ਦਾ ਵਾ, ਇਹ ਮੈਂ ਪਲੱਸ ਦਾ ਕਰ ਦੂੰਗਾ, ਠੀਕ ਹੈ। ਹੁਣ ਦੇਖੋ ਧਿਆਨ ਨਾਲ ਆਹ ਸਾਡਾ ਹਮੇਸ਼ਾ ਕੱਟਿਆ ਜਾਏਗਾ ਇੱਥੇ। ਹੁਣ ਦੇਖੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਨੂੰ ਘਾਤ ਪਹਿਲਾਂ ਵੱਡੀ ਫਿਰ ਉਦੋਂ ਛੋਟੀ ਫਿਰ ਉਦੋਂ ਛੋਟੀ ਫਿਰ ਉਦੋਂ ਛੋਟੀ ਪਾਉਣੀ ਹੁੰਦੀ ਆ। ਹੁਣ ਦੇਖ ਪਹਿਲਾਂ ਮੈਂ ਜੇ ਇਹ ਪਾਤੀ ਆਹ 3 ਘਾਤ ਵਾਲਾ, ਮੈਨੂੰ 3 ਘਾਤ ਵਾਲਾ ਸਭ ਤੋਂ ਪਹਿਲਾਂ ਪਾਉਣਾ ਪੈਣਾ। ਸੋ ਇਹ 3 ਘਾਤ ਦੀ ਕਿਹੜਾ ਸਾਈਨ ਲਵਾਂਗਾ ਮੈਂ, ਜਮਾ ਦਾ ਸਾਈਨ। ਸੋ ਸਭ ਤੋਂ ਪਹਿਲਾਂ ਮੈਂ ਪਾ ਲਿਆ x ਦੀ 3, ਫਿਰ ਮੇਰੇ ਕੋਲ ਆ ਜਾਏਗਾ ਆ ਵੀ ਮਾਈਨਸ ਦਾ ਆ ਵੀ ਮਾਈਨਸ ਦਾ। ਜਦੋਂ ਦੋਨੇ ਮਾਈਨਸ ਦੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਪਿੱਛੇ ਕਿ ਦੋਨੇ ਚੋਰ ਆ, -3 ਤੇ ਮਾਈਨਸ ਇੱਥੇ ਕੁਛ ਨਹੀਂ, ਇੱਕ ਚੋਰ, -3 ਤੇ -1 ਮਤਲਬ 3 ਚੋਰ ਤੇ 1 ਚੋਰ 4 ਚੋਰ ਹੋ ਗਏ। ਸੋ ਸਾਡੇ ਕੋਲ ਆ ਜਾਊਗਾ -4x ਸਕੁਅਰ। ਫਿਰ ਬਾਕੀ ਇਹ ਸਾਡੇ ਕੋਲ ਐਜ਼ ਇਟ ਇਜ਼ ਆ ਜਾਏਗਾ ਕਿਉਂਕਿ ਇਹਦੇ ਵਿੱਚ ਕੋਈ ਸਾਈਨ ਦਾ ਚੇਂਜ ਨਹੀਂ, ਇਹ ਵੀ ਸਾਡੇ ਕੋਲ ਐਜ਼ ਇਟ ਇਜ਼ ਆ ਜਾਏਗਾ। ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਕਿ ਜੇ ਇਹਦੇ ਵਿੱਚੋਂ ਕੋਈ ਅੱਖਰ ਹੈ ਹੀ ਨਹੀਂਗਾ, ਉਦਾਂ ਦੀ ਘਾਤ ਆ ਗਈ ਆ ਤੇ ਉਹਨੂੰ ਅਸੀਂ ਸਾਈਡ ਤੇ ਲਿਖ ਕੇ ਫਿਰ ਜੇ ਉਹ ਪਹਿਲਾਂ ਆਉਂਦੀ ਆ ਸਭ ਤੋਂ ਵੱਡੀ ਘਾਤ ਆ ਅਸੀਂ ਉਹਨੂੰ ਅੱਗੇ ਲਿਖਣਾ, ਇਹ ਖਿਆਲ ਰੱਖਣਾ, ਠੀਕ ਹੈ। ਸੋ ਅਗਲਾ ਸਟੈਪ ਫਿਰ ਉਦਾਂ ਹੀ ਕਿ ਇਹਦੀ ਪਹਿਲਾ ਪਦ ਜਿਹੜਾ ਹੁੰਦਾ ਵਾ ਉਹਨੂੰ ਅਸੀਂ x ਦੀ 3 ਉੱਤੇ ਰੱਖ ਲੈਣਾ ਬਟਾ ਇਹਦਾ ਪਹਿਲਾ ਪਦ ਸਾਡੇ ਕੋਲ x ਦੀ 2 ਆ। ਹੁਣ x ਦੀ 3 ਤੇ x ਦੀ 2, 2 ਨਾਲ 2 ਕੱਟਿਆ ਜਾਊਗਾ ਤੇ ਕੱਲਾ x ਬਚ ਜਾਊਗਾ, ਕਿਉਂਕਿ ਉੱਪਰ 3 ਚੀਜ਼ਾਂ ਸੀਗੀਆਂ ਥੱਲੇ 2 ਚੀਜ਼ਾਂ ਸੀ, ਇੱਕ ਚੀਜ਼ ਬਚ ਜਾਊਗੀ x ਕੱਲਾ। ਸੋ ਉਹ x ਦੇ ਮੂਹਰੇ ਕੋਈ ਸਾਈਨ ਨਹੀਂ ਹੈਗਾ, ਸੋ ਅਸੀਂ ਇੱਥੇ ਫਿਰ ਪਲੱਸ x ਪਾਵਾਂਗੇ। ਜੇ ਇੱਥੇ ਮਾਈਨਸ ਆ ਜਾਂਦਾ ਫਿਰ ਮਾਈਨਸ ਪਾਉਣਾ ਸੀ, ਬਟ ਹੁਣ ਕੋਈ ਸਾਈਨ ਨਹੀਂ ਆਇਆ ਸੋ ਅਸੀਂ ਪਲੱਸ x ਪਾਵਾਂਗੇ। ਜਦੋਂ ਹੀ ਅਸੀਂ ਇਸ ਤੋਂ ਬਾਅਦ ਕੋਈ ਚੀਜ਼ ਲਿਖਣੀ ਹੈ ਜਾਂ ਤਾਂ ਪਲੱਸ ਨਾਲ ਲਿਖਣੀ ਜਾਂ ਮਾਈਨਸ ਨਾਲ ਲਿਖਣੀ। ਸੋ ਇੱਥੇ ਕੁਝ ਵੀ ਨਹੀਂ ਆਇਆ ਸੀ ਤਾਂ ਅਸੀਂ ਪਲੱਸ ਪਾ। ਹੁਣ ਜਿਹੜਾ ਇਹ ਪਲੱਸ x ਵਾ ਇਹਨੂੰ ਅਸੀਂ ਇਹਦੇ ਨਾਲ ਸਾਰੇ ਨਾਲ ਗੁਣਾ ਕਰਾਂਗੇ, ਸਾਡੇ ਕੋਲ ਆ ਜਾਏਗਾ x ਸਕੁਅਰ ਮਾਈਨਸ x ਪਲੱਸ 1। ਜਦੋਂ ਪਹਿਲਾਂ ਇਹਨੂੰ ਕੀਤਾ ਇਹ ਸਾਡੇ ਕੋਲ x ਦੀ ਘਾਤ 1 ਤੇ 2 3 ਬਣ ਜੂਗੀ, ਫਿਰ ਆ 1 ਤੇ 1 2 ਬਣ ਜੂਗੀ, ਫਿਰ 1 ਤੇ x ਇਹ ਸਾਡੇ ਕੋਲ x ਹੀ ਆ ਜਾਏਗਾ, x ਨੂੰ 1 ਨਾਲ ਗੁਣਾ ਕੀਤਾ x ਹੀ ਆ। ਸੋ ਘਾਤ ਦੇ ਥੱਲੇ ਘਾਤ ਪਾਵਾਂਗੇ, ਪਹਿਲਾਂ x ਦੀ 3 ਦੇ ਥੱਲੇ x ਦੀ 3, ਫਿਰ ਘਾਤ 2 ਆ 2 ਦੇ ਨੀਚੇ 2 ਘਾਤ ਪਾ ਦਾਂਗੇ, ਫਿਰ 1 ਦੇ ਨੀਚੇ 1 ਘਾਤ ਪਾ ਦਾਂਗੇ।
ਅਗਲਾ ਸਾਡਾ ਜਿਹੜਾ ਪ੍ਰੋਸੈਸ ਆ, ਅਸੀਂ ਇੱਥੇ ਮਾਈਨਸ ਪਾ ਦਾਂਗੇ ਕਿਉਂਕਿ ਕੋਈ ਸਾਈਨ ਨਹੀਂ ਸੀਗਾ, ਇੱਥੇ ਮਾਈਨਸ ਸੀਗਾ, ਇੱਥੇ ਪਲੱਸ ਪਾ ਦਾਂਗੇ, ਇੱਥੇ ਪਲੱਸ ਸੀਗਾ, ਇੱਥੇ ਮਾਈਨਸ ਪਾ ਦਾਂਗੇ। ਅਸੀਂ ਆਹ ਵਾਲੇ ਸਾਈਨ ਨਹੀਂ ਕੰਸੀਡਰ ਕਰਨੇ, ਅਸੀਂ ਆ ਨੀਚੇ ਵਾਲੇ ਜਿਹਨਾਂ ਤੇ ਸਰਕਲ ਮਾਰਿਆ ਵਾ ਇਹਨੂੰ ਕੰਸੀਡਰ ਕਰਨਾ। ਦੇਖੋ ਪਹਿਲਾਂ ਤਾਂ ਹਮੇਸ਼ਾ ਕੱਟਿਆ ਜਾਇਆ ਕਰਨਾ ਕਿਉਂਕਿ ਇਹ ਜਮਾ ਦਾ ਇਹ ਘਟਾਓ ਦਾ। ਹੁਣ ਦੇਖੋ ਆਹ ਮਾਈਨਸ ਦਾ ਆਹ ਜਮਾ ਦਾ, ਇੱਕ ਮਾਈਨਸ ਦਾ ਇੱਕ ਜਮਾ ਦਾ ਘਟਾਉਣੇ ਹੀ ਆ। ਹੁਣ ਇੱਥੇ ਦੇਖੋ ਇਹਦੇ ਮੂਹਰੇ ਕੁਝ ਨਹੀਂ ਹੈਗਾ, ਮਤਲਬ 1 ਵਾ। ਸੋ ਜੇ ਇੱਕ ਮਾਈਨਸ ਦਾ ਇੱਕ ਜਮਾ ਦਾ ਅਸੀਂ ਘਟਾਉਣਾ ਹੀ ਆ, ਚਾਰਾਂ ਚੋਂ 1 ਕੱਟੇ ਗਏ 3 ਆ ਜਾਊਗਾ, ਸਾਡੇ ਕੋਲ ਆ ਜਾਊਗਾ 3x ਸਕੁਅਰ। ਬਟ ਵੱਡੀ ਰਕਮ ਕਿਹੜੀ 4, ਉਹਦੇ ਮੂਹਰੇ ਮਾਈਨਸ ਆ, ਸਾਡੇ ਕੋਲ ਇੱਥੇ ਮਾਈਨਸ ਆ ਜਾਏ। ਹੁਣ ਇੱਥੇ ਫੇਰ -1 ਆ ਉੱਪਰਲਾ ਪਲੱਸ ਦਾ ਘਟਾਉਣੇ ਹੀ ਆ, ਜੇ ਇੱਕ ਜਮਾ ਦਾ ਇੱਕ ਘਟਾਓ ਦਾ ਤੇ ਘਟਾਉਣੇ ਹੀ ਆ। ਇੱਥੇ 4 ਵਾ, ਇਹਦੇ ਮੂਹਰੇ ਕੁਛ ਨਹੀਂ ਹੈਗਾ, ਮਤਲਬ 1 ਵਾ, 4 ਚੋਂ 1 ਕੱਟਿਆ ਗਿਆ 3 ਆ ਜਾਏਗਾ ਸਾਡੇ ਕੋਲ, ਤੇ 3 ਸਾਡੇ ਕੋਲ ਕਾਹਦਾ ਆਏਗਾ, ਜਮਾ ਦਾ ਆਏਗਾ, ਕਿਉਂਕਿ 4 ਦੇ ਮੂਹਰੇ ਪਲੱਸ ਦਾ ਸਾਈਨ ਆ, ਵੱਡੀ ਰਕਮ ਦੇ ਮੂਹਰੇ ਪਲੱਸ। ਇਹ ਸਾਡੇ ਕੋਲ ਐਜ਼ ਇਟ ਇਜ਼ ਇੱਥੇ ਆ ਜਾਏ। ਹੁਣ ਦੇਖੋ ਹਜੇ ਵੀ ਮੁੱਕਿਆ ਨਹੀਂ, ਜਿਹੜੀ ਸਾਡੇ ਕੋਲ ਇਸ ਚੀਜ਼ ਦੀ ਜਿਹੜੀ ਘਾਤ ਵਾ, ਦੇਖੋ ਸਭ ਤੋਂ ਵੱਡੀ ਚੱਲ ਜਿਹੜਾ ਹੁੰਦਾ ਵੇਰੀਏਬਲ, ਉਹਦੀ ਘਾਤ 2 ਆ। ਸੋ ਇਹਦੀ ਜਿਹੜੀ ਘਾਤ ਵਾ ਉਹ 2 ਆ, ਇਹਦੀ ਘਾਤ ਵੀ ਹਜੇ 2 ਹੀ ਆ। ਸੋ ਸਾਡਾ ਜਿਹੜਾ ਬਾਕੀ ਆ ਉਹ ਉਦੋਂ ਆਉਣਾ ਵਾ ਜਦੋਂ ਇਹਦੇ ਤੋਂ ਛੋਟੀ ਘਾਤ ਆ ਗਈ। ਇਹ ਧਿਆਨ ਰੱਖਣਾ, ਜਦੋਂ ਇਹਦੇ ਤੋਂ ਛੋਟੀ ਘਾਤ ਆ ਗਈ, ਇਹਦਾ ਮਤਲਬ ਹਜੇ ਇਹ ਬਰਾਬਰ ਹੀ ਆ। ਇੱਕ ਵਾਰੀ ਹੋਰ ਸਾਨੂੰ ਕਰਨਾ ਪੈਣਾ ਵਾ, ਉਦੋਂ ਅਸੀਂ ਡਿਵਾਈਡ ਖਤਮ ਕਰ ਦੇਣੀ ਆ। ਸੋ ਦੇਖਣਾ ਧਿਆਨ ਨਾਲ ਅਸੀਂ, ਫਿਰ ਉਹੀ ਚੀਜ਼, ਇਹਦਾ ਪਹਿਲਾ ਪਦ ਸਾਡੇ ਕੋਲ ਕਿੰਨਾ ਵਾ, -3x ਸਕੁਅਰ ਬਟਾ, ਤੇ ਇਹਦਾ ਪਹਿਲਾ ਕਿੰਨਾ ਵਾ, x ਸਕੁਅਰ। ਤੁਸੀਂ ਦੇਖੋਗੇ x ਸਕੁਅਰ ਨਾਲ x ਸਕੁਅਰ ਕੱਟਿਆ ਗਿਆ, ਸਾਡੇ ਕੋਲ ਕੱਲਾ ਕਿੰਨਾ ਬਚਿਆ, -3, ਤੇ ਉਹ ਅਸੀਂ -3 ਇੱਥੇ ਪਾ ਦਾਂਗੇ, ਇਹ ਸਾਡੇ ਕੋਲ ਭਾਗ ਫਲ ਆ ਜਾਏਗਾ। ਸੋ ਉਸ ਤੋਂ ਬਾਅਦ ਜਿਹੜਾ ਇਹ -3 ਆਇਆ ਵਾ, ਇਹਨੂੰ ਅਸੀਂ ਸੇਮ ਉਸੇ ਚੀਜ਼ ਨਾਲ ਹੀ ਜਿਹੜਾ ਭਾਜਕ ਵਾ ਉਹਨਾਂ ਗੁਣਾ ਕਰਾਂਗੇ, ਤੇ ਸਾਡੇ ਕੋਲ ਆ ਜਾਏਗਾ -3x ਸਕੁਅਰ। ਫਿਰ ਮਾਈਨਸ ਨੂੰ ਮਾਈਨਸ ਨਾਲ ਗੁਣਾ ਕੀਤਾ, ਜਮਾ 3x, ਫਿਰ ਮਾਈਨਸ ਨੂੰ ਪਲੱਸ ਨਾਲ ਮਾਈਨਸ ਹੋ ਗਿਆ, 3 ਏਕਮ 3, ਸਾਡੇ ਕੋਲ ਇਹ ਸਾਰੀ ਚੀਜ਼ ਆ ਜਾਊਗੀ। 2 ਘਾਤ ਦੇ ਨੀਚੇ 2 ਘਾਤ ਪਾ ਦਾਂਗੇ ਅਸੀਂ, 1 ਘਾਤ ਕੋਈ ਪਾਵਰ ਨਹੀਂ, ਮਤਲਬ 1 ਘਾਤ ਦੇ ਨੀਚੇ 1 ਘਾਤ ਪਾ ਦਾਂਗੇ ਅਸੀਂ, ਤੇ -3 ਆ ਗਿਆ। ਸੋ ਗਿਣਤੀ ਵਾਲੇ ਅੱਖਰ ਦੇ ਥੱਲੇ ਗਿਣਤੀ ਵਾਲਾ ਅੱਖਰ। ਅਗਲਾ ਸਟੈਪ ਸਾਡਾ ਉਹੀ ਕਿ ਜੇ ਮਾਈਨਸ ਆ ਤੇ ਇੱਥੇ ਪਲੱਸ ਕਰ ਦੇਣਾ, ਜੇ ਪਲੱਸ ਆ ਤੇ ਇੱਥੇ ਮਾਈਨਸ ਕਰ ਦੇਣਾ, ਜੇ ਮਾਈਨਸ ਆ ਤੇ ਇੱਥੇ ਪਲੱਸ ਕਰ ਦੇਣਾ, ਤੇ ਸਾਡਾ ਇਹ ਕੱਟਿਆ ਜਾਊਗਾ। ਇਹ ਵੀ 3 ਜਮਾ ਦਾ ਹੋ ਗਿਆ ਕੁਦਰਤੀ, ਇਹ ਵੀ ਮਾਈਨਸ ਦਾ ਹੋ ਗਿਆ, ਇਹ ਵੀ ਕੱਟਿਆ ਜਾਏਗਾ ਕਿਉਂਕਿ ਸੇਮ ਚੀਜ਼, ਤਿੰਨਾਂ ਚੋਂ 3 ਕੱਟੇਗਾ 0। ਹੁਣ 5 ਜਮਾ ਦਾ 3 ਜਮਾ ਦਾ, 5 ਤੇ 3 ਸਾਡੇ ਕੋਲ ਕਿੰਨਾ ਆ ਜਾਏਗਾ, 8 ਆ ਜਾਏਗਾ। ਹੁਣ ਇਹਦੀ ਘਾਤ ਕਿੰਨੀ ਹੁੰਦੀ ਹੈ, ਜਿਹੜਾ ਗਿਣਤੀ ਵਾਲਾ ਅੱਖਰ ਹੁੰਦਾ ਵਾ ਉਹਦੀ ਘਾਤ ਜਿਹੜੀ ਆ ਉਹ 0 ਹੁੰਦੀ ਹੈ, ਠੀਕ ਹੈ। ਸੋ ਇਸ ਕਰਕੇ ਇਹ ਤੋਂ ਛੋਟੀ ਹੈ, ਇਹਦੀ ਘਾਤ 2 ਆ, ਇਹਦੀ ਘਾਤ 0 ਆ। ਸੋ ਇਸ ਕਰਕੇ ਸਾਡੇ ਕੋਲ ਇੱਥੇ ਡਿਵਾਈਡ ਖਤਮ ਹੋ ਕੇ ਸਾਡੇ ਕੋਲ ਜਿਹੜਾ ਭਾਗ ਫਲ ਆ ਜਾਏਗਾ ਉਹ ਸਾਡੇ ਕੋਲ ਆ ਜਾਏਗਾ x ਸਕੁਅਰ ਪਲੱਸ x ਤੇ -3 ਆ ਜਾਏਗਾ, ਤੇ ਜਿਹੜਾ ਬਾਕੀ ਆ ਉਹ ਸਾਡੇ ਕੋਲ ਆ ਜਾਏਗਾ 8 ਦੇ ਬਰਾਬਰ, ਠੀਕ ਹੈ। ਸੋ ਇਹ ਸਾਡੇ ਕੋਲ ਇੱਥੇ ਜਿਹੜਾ ਵਾ ਇਹ ਸਵਾਲ ਵੀ ਜਿਹੜਾ ਉਹ ਕੰਪਲੀਟ ਹੋ ਜਾਏਗਾ। ਸੋ ਅਗਲਾ ਸਮ ਸਾਡੇ ਕੋਲ ਜਿਹੜਾ ਹੈਗਾ, ਦੇਖੋ ਤੀਜਾ ਪਾਰਟ ਵਾ ਸਾਡੇ ਕੋਲ, ਧਿਆਨ ਨਾਲ ਸਾਡੇ ਕੋਲ px ਜਿਹੜਾ ਹੈ ਉਹ ਹੈ x ਦੀ 4 -5x + 6, ਤੇ gx ਕਿੰਨਾ ਵਾ ਸਾਡੇ ਕੋਲ 2 - x ਸਕੁਅਰ। ਬਟ ਇਹ ਹੁਣ ਉਲਟ ਦਿੱਤਾ ਹੋਇਆ ਹੈ, ਸੋ ਇਹਨੂੰ ਵੀ ਅਸੀਂ ਸੇਮ ਉਸੇ ਤਰੀਕੇ ਨਾਲ ਸਹੀ ਕਰਕੇ ਪਾ ਲਾਂਗੇ। -x ਸਕੁਅਰ ਪਹਿਲਾਂ ਆਏਗਾ, ਹੁਣ ਇਹਦੇ ਮੂਹਰੇ ਕੁਝ ਨਹੀਂ ਹੈਗਾ, ਤਾਂ ਮਤਲਬ ਜਮਾ ਵਾ, ਤਾਂ ਮੈਂ ਇੱਥੇ ਜਮਾ 2 ਪਾ ਲਾਂ, ਠੀਕ ਹੈ। ਸੋ ਹੁਣ ਮੈਂ ਇਹਨਾਂ ਨੂੰ ਤਕਸੀਮ ਕਰੂੰਗਾ। ਹੁਣ ਦੇਖੋ ਤੁਸੀਂ ਇਹਨੂੰ ਨਾ ਇੱਕ ਹੋਰ ਤਰੀਕੇ ਨਾਲ ਮੈਂ ਸਾਮਾਂ ਜਿੱਦਾਂ ਕਰ ਸਕਦੇ ਹਾਂ ਕਿ ਇਹਦੇ ਵਿੱਚ 4 ਤੋਂ ਬਾਅਦ 3 ਘਾਤ ਹੈ ਨਹੀਂਗੀ, 2 ਘਾਤ ਹੈ ਨਹੀਂਗੀ, 1 ਘਾਤ ਹੈਗੀ ਹੈ, ਠੀਕ ਹੈ। ਬਾਕੀ ਸਾਰੀਆਂ ਹੈਗੀਆਂ, ਪਰ ਅਸੀਂ ਬਾਕੀ ਜਿਹੜੀਆਂ ਘਾਤ ਨਹੀਂ ਹੈਗੀਆਂ ਉਹ ਅਸੀਂ ਵਿੱਚ ਪਾ ਵੀ ਸਕਦੇ ਹਾਂ। ਬਟ ਮੈਂ ਤੁਹਾਨੂੰ ਜਿੱਦਾਂ ਪਿੱਛੇ ਕਰਵਾਇਆ ਸੀ ਮੈਂ ਤੁਹਾਨੂੰ ਉਦਾਂ ਹੀ ਕਰਵਾਉਂਗਾ, ਤੁਸੀਂ ਇਹਨੂੰ ਇਦਾਂ ਵੀ ਲੈ ਕੇ ਕਰ ਸਕਦੇ ਆ। ਮਤਲਬ ਜੇ ਤੁਸੀਂ ਆਈਡੀਆ ਲਾਓ x ਦੀ 4 ਜਮਾ 0x³ ਪਲੱਸ 0x ਸਕੁਅਰ ਮਾਈਨਸ 5x ਪਲੱਸ 6। ਪਰ ਮੈਂ ਤੁਹਾਨੂੰ ਇਸ ਤਰੀਕੇ ਨਾਲ ਨਹੀਂ ਕਰਾਉਂਗਾ, ਮੈਂ ਜਿੱਦਾਂ ਤੁਹਾਨੂੰ ਪਹਿਲਾਂ ਕਰਵਾਇਆ ਸੀ, ਜੇ ਵਿੱਚੋਂ ਕੋਈ ਰਕਮ ਵਾਧੂ ਆ ਗਈ ਤਾਂ ਉਹ ਅਸੀਂ ਸਾਈਡ ਤੇ ਲਿਖ ਲਿਆ ਕਰਨੀ, ਅਸੀਂ ਬਿਲਕੁਲ ਇਦਾਂ ਹੀ ਕਰਾਂਗੇ, ਠੀਕ ਹੈ। ਆਪਾਂ ਇਹੀ ਮੈਥਡ ਰੱਖ ਕੇ ਕਰਾਂਗੇ। ਸੋ ਤੁਸੀਂ ਇਦਾਂ ਕਰਕੇ ਵੀ ਕਰ ਸਕਦੇ ਆ, ਬਟ ਮੈਨੂੰ ਲੱਗਦਾ ਕਿ ਤੁਹਾਨੂੰ ਇਦਾਂ ਹੀ ਸਿੱਖਣਾ ਚਾਹੀਦਾ। ਸੋ ਅਸੀਂ ਡਿਵਾਈਡ ਸ਼ੁਰੂ ਕਰਾਂਗੇ, ਸਾਡੇ ਕੋਲ ਆਏਗਾ x ਦੀ 4 -5x ਪਲੱਸ 6, ਤੇ ਇੱਥੇ ਸਾਡੇ ਕੋਲ ਤਕਸੀਮ ਆ ਜਾਏਗੀ। ਸੋ ਆ ਅਸੀਂ ਇਧਰਲੇ ਬੰਨੇ ਲਿਖ ਲਾਂਗੇ -x ਦੀ 2 ਜਮਾ 2, ਠੀਕ ਹੈ। ਸੋ ਅੱਗੇ ਕਿੱਦਾਂ ਕਰਾਂਗੇ, ਸੋ ਪਹਿਲਾ ਪਦ ਤਾਂ ਅਸੀਂ ਉਸੇ ਤਰੀਕੇ ਨਾਲ ਕੱਢਾਂਗੇ ਕਿ ਪਹਿਲਾਂ ਜੋ ਆ ਹੈ ਅਸੀਂ ਸਿੰਪਲ ਲਿਖਾਂਗੇ ਇੱਥੇ x ਦੀ 4 ਬਟਾ ਇਹਦਾ ਪਹਿਲਾ ਅੱਖਰ ਕਿੰਨਾ ਆ ਜਾਏਗਾ -x ਦੀ 2। ਉਹ ਦੇਖੋ ਉੱਪਰ 4 ਵਾਰੀ ਆ, ਨੀਚੇ 2 ਵਾਰੀ, 2 ਕੱਟੇ ਜਾਣਗੇ ਪਰ ਬਚ ਕੀ ਜਾਣਗੇ 2 ਵਾਰੀ, ਪਰ ਆਹ ਇੱਕ ਮਾਈਨਸ ਬਚ ਜਾਂਦਾ, ਇਹਦਾ ਮਤਲਬ ਸਾਡੇ ਕੋਲ ਕਿੰਨਾ ਬਚ ਗਿਆ
ਮਾਈਨਸ x ਦੀ 2 ਬਚ ਗਿਆ, ਉਹ ਅਸੀਂ ਇੱਥੇ ਲਗਾ ਦਾਂਗੇ। ਮਾਈਨਸ x ਦੀ 2 ਇਹ ਸਾਡਾ ਭਾਗਫਲ ਦੇ ਵਿੱਚ ਆ ਜਾਏਗਾ। ਫਿਰ ਅਸੀਂ ਕੀ ਕਰਦੇ ਸੀਗੇ, ਇਸ ਭਾਗਫਲ ਜੋ ਆਇਆ ਵਾ ਇਹਨੂੰ ਇਸ ਸਾਰੇ ਭਾਜਕ ਨਾਲ ਗੁਣਾ ਕਰਦੇ ਹਾਂ। ਮਾਈਨਸ ਐਕਸ ਸਕੁਅਰ ਪਲੱਸ 2, ਜਦੋਂ ਮੈਂ ਇਹਨੂੰ ਇਹਨਾਂ ਗੁਣਾ ਕੀਤਾ x 2 ਵਾਰੀ ਇਹ ਕਿੰਨਾ ਆ ਜਾਊਗਾ, x ਦੀ 4 ਵਾਰੀ, ਮਾਈਨਸ ਮਾਈਨਸ ਨਾਲ ਗੁਣਾ ਹੋਇਆ ਤੇ ਜਮਾ ਆ ਜਾਏਗਾ। ਸੋ ਜਮਾ ਭਾਵੇਂ ਨਾ ਵੀ ਪਾਉਂਦੇ ਅਸੀਂ, ਸੋ ਮਾਈਨਸ ਨੂੰ ਪਲੱਸ ਨਾਲ ਗੁਣਾ ਕੀਤਾ, ਮਾਈਨਸ 2 ਨੂੰ x ਸਕੁਅਰ ਨਾਲ ਗੁਣਾ ਕੀਤਾ, 2x ਸਕੁਅਰ ਆ ਜਾਏ। ਸੋ ਸਾਡੇ ਕੋਲ ਪਹਿਲਾਂ 4 ਘਾਤ ਆ ਗਈ ਆ, ਸੋ ਅਸੀਂ ਇੱਥੇ ਪਾ ਦਾਂਗੇ 4 ਘਾਤ। ਫਿਰ 2 ਘਾਤ ਵਾਲਾ 2 ਘਾਤ ਇੱਥੇ ਹੈ ਹੀ ਨਹੀਂ, ਸੋ ਜੇ 2 ਘਾਤ ਨਹੀਂ ਹੈਗੀ ਤਾਂ ਅਸੀਂ 2 ਘਾਤ ਸਾਈਡ ਤੇ ਪਾ ਦਾਂਗੇ, ਇਹਨਾਂ ਸਾਰੇ ਅੱਖਰਾਂ ਤੋਂ ਸਾਈਡ ਤੇ। ਕਲੀਅਰ? ਸੋ ਉਦੋਂ ਬਾਅਦ ਅਸੀਂ ਸੇਮ ਜਿਹੜਾ ਪ੍ਰੋਸੈਸ ਆ ਅਸੀਂ ਇਹਨਾਂ ਨੂੰ ਸਾਈਨ ਚੇਂਜ ਕਰਨੇ ਆ, ਇੱਥੇ ਮਾਈਨਸ ਦਾ ਆ ਜਾਏਗਾ, ਇੱਥੇ ਸਾਡੇ ਕੋਲ ਪਲੱਸ ਦਾ ਆ ਜਾਏਗਾ। ਹੁਣ ਦੇਖੋ ਇਹ ਕੈਂਸਲ ਹੋ ਗਿਆ। ਹੁਣ ਪਰ ਇਹ ਦੇਖੋ ਇਹ 1 ਘਾਤ ਵਾ, ਇਹ 2 ਘਾਤ ਵਾ, ਅਸੀਂ ਪਹਿਲਾਂ 2 ਘਾਤ ਵਾਲਾ ਨੀਚੇ ਲਿਖਣਾ ਵਾ। ਸੋ ਮੈਂ ਪਹਿਲਾਂ ਜਿਹੜਾ ਨਵਾਂ ਸਾਈਨ ਵਾ ਇਹ ਇਹਦੇ ਨਾਲ ਪਾਉਂਗਾ, 2x ਦੀ 2, ਇਹਦੇ ਮੂਹਰੇ ਮੈਂ ਪਲੱਸ ਪਾਉਣਾ ਸੀ, ਪਲੱਸ ਪਾਉਣ ਦੀ ਲੋੜ ਨਹੀਂ ਹੁੰਦੀ, ਉਹ ਵੈਸੇ ਹੀ ਹੁੰਦਾ ਹੀ ਹੈ। ਠੀਕ ਆ, ਫਿਰ ਆ ਨੀਚੇ ਆ ਜਾਊਗਾ ਮਾਈਨਸ 5x, ਫਿਰ ਇਹ ਨੀਚੇ ਆ ਜਾਊਗਾ ਜਮਾ 6। ਹੁਣ ਅਗਲਾ ਪਦ ਸੇਮ ਉਸੇ ਪ੍ਰੋਸੈਸ 'ਚ ਕੱਢਾਂਗੇ ਅਸੀਂ ਕਿ ਪਹਿਲਾ ਪਦ ਕਿੰਨਾ ਵਾ 2x ਸਕੁਅਰ, ਤੇ ਇਹਦਾ ਪਹਿਲਾ ਪਦ ਕਿੰਨਾ ਵਾ ਮਾਈਨਸ x ਸਕੁਅਰ। x ਸਕੁਅਰ ਨਾਲ x ਸਕੁਅਰ ਕੱਟਿਆ ਗਿਆ, ਸਾਡੇ ਕੋਲ ਬਚਿਆ ਕਿੰਨਾ 2 ਤੇ ਨੀਚੇ ਮਾਈਨਸ, ਇਹ ਮਾਈਨਸ ਉੱਤੇ ਚੱਲ ਜਾਣਾ ਵਾ, ਮਾਈਨਸ 2 ਆ ਜਾਏਗਾ। ਸੋ ਇਹ ਸਾਡਾ ਇੱਥੇ ਆ ਜਾਏਗਾ ਮਾਈਨਸ 2। ਫਿਰ ਜਿਹੜਾ ਇਹ ਆਇਆ ਵਾ ਸਾਡੇ ਕੋਲ ਮਾਈਨਸ 2, ਇਹਨੂੰ ਅਸੀਂ ਇਸ ਭਾਜਕ ਨਾਲ ਅਗੇਨ ਗੁਣਾ ਕਰਾਂਗੇ x ਸਕੁਅਰ ਪਲੱਸ 2 ਦੇ ਨਾਲ। ਜਦੋਂ ਇਹਨਾਂ ਨਾਲ ਗੁਣਾ ਕੀਤਾ 2x ਸਕੁਅਰ ਨਾ ਹੋਇਆ, ਇਹ ਤੇ ਇੱਦਾਂ ਰਹਿ ਜਾਣਗੇ ਕਿਉਂਕਿ 2 ਇੰਗਲਿਸ਼ ਵਾਲੇ ਅੱਖਰ ਨਾਲ ਗੁਣਾ ਤਾਂ ਨਹੀਂ ਹੋ ਸਕਦਾ, ਪਰ ਮਾਈਨਸ ਮਾਈਨਸ ਨਾਲ ਗੁਣਾ ਹੋ ਕੇ ਇੱਥੇ ਪਲੱਸ ਆ ਜਾਏਗਾ, ਉਹ ਪਾਉਣ ਦੀ ਲੋੜ ਨਹੀਂ। ਫਿਰ ਮਾਈਨਸ ਪਲੱਸ ਨਾਲ ਗੁਣਾ ਹੋਇਆ ਤੇ ਉਹ ਮਾਈਨਸ ਆ ਜਾਏਗਾ ਤੇ 2 ਦੂਣੀ 4 ਆ ਜਾਏਗਾ। ਹੁਣ ਸਾਡੇ ਕੋਲ ਆ 2 ਅੱਖਰ ਆ ਗਏ, ਇਹ ਅਸੀਂ ਇੱਥੇ ਲਿਖਾਂਗੇ। ਪਹਿਲਾਂ 2 ਘਾਤ ਵਾਲਾ ਵਾ, ਅਸੀਂ 2 ਘਾਤ ਦੇ ਨੀਚੇ ਹੀ ਪਾ ਦਾਂਗੇ 2x ਸਕੁਅਰ। ਫਿਰ ਮਾਈਨਸ 4 ਗਿਣਤੀ ਵਾਲੇ ਅੱਖਰ ਦੇ ਨੀਚੇ ਪਾ ਦਾਂਗੇ, ਓਵਰ ਆ ਜਾਏਗਾ ਸਾਡੇ ਕੋਲ, ਇੱਥੇ ਮਾਈਨਸ ਆ ਜਾਏਗਾ, ਇੱਥੇ ਪਲੱਸ ਆ ਜਾਏਗਾ, ਇਹਨਾਂ ਤੇ ਅਸੀਂ ਸਰਕਲ ਬਣਾ ਦਾਂਗੇ, ਇਹ ਕੱਟਿਆ ਜਾਊਗਾ। ਹੁਣ ਦੇਖੋ ਇਹਦੇ ਥੱਲੇ ਤਾਂ ਕੁਛ ਨਹੀਂਗਾ, ਇਹ ਇੱਦੇ ਆ ਜਾਏਗਾ, ਇਹ ਦੋਨੇ ਜਮਾ ਦੇ 6 ਤੇ 4 10 ਆ ਜਾਏਗਾ। ਹੁਣ ਦੇਖੋ ਇਹਦੀ ਘਾਤ ਕਿੰਨੀ ਆ 2, ਇਹਦੀ ਘਾਤ ਕਿੰਨੀ ਆ x, ਜਿਹੜਾ x ਇੰਗਲਿਸ਼ ਵਾਲਾ ਅੱਖਰ ਆ ਇਹਦੀ ਘਾਤ 1 ਵਾ, ਇਹਦੀ ਕਿੰਨੀ ਆ 2, ਮਤਲਬ ਸਭ ਤੋਂ ਵੱਡੀ, ਇਹਦਾ ਮਤਲਬ ਇਹਦੀ ਘਾਤ 2 ਆ, ਇਹਦੀ ਘਾਤ 1 ਵਾ, ਇਹਦੇ ਤੋਂ ਇਹ ਘਾਤ ਛੋਟੀ ਆ ਜਾਊਗੀ, ਉੱਥੇ ਅਸੀਂ ਤਕਸੀਮ ਜਿਹੜੀ ਆ ਬੰਦ ਕਰ ਦੇਣੀ ਆ ਤੇ ਸਾਡੇ ਕੋਲ ਇੱਥੋਂ ਸਾਡਾ ਜਿਹੜਾ ਭਾਗ ਫਲ ਜਿਹੜਾ ਵਾ ਉਹ ਕਿੰਨਾ ਆ ਜਾਏਗਾ ਮਾਈਨਸ x ਦੀ 2 ਮਾਈਨਸ 2, ਤੇ ਬਾਕੀ ਕਿੰਨਾ ਆ ਜਾਏਗਾ ਸਾਡੇ ਕੋਲ ਮਾਈਨਸ 5x ਜਮਾ 10 ਸਾਡੇ ਕੋਲ ਆ ਜਾਏਗਾ। ਸੋ ਇਹ ਸਾਡੇ ਕੋਲ ਜਿਹੜਾ ਪਹਿਲਾ ਸਮ ਸੀ ਉਹਦੇ 3 ਪਾਰਟ ਸੀਗੇ, ਉਮੀਦ ਆ ਕਿ ਤੁਹਾਨੂੰ ਸਮਝ ਆਈ ਹੋਊਗੀ। ਸੋ ਨੈਕਸਟ ਅਸੀਂ ਕਰਦੇ ਹਾਂ ਸਾਡੇ ਕੋਲ ਜਿਹੜਾ ਦੂਜਾ ਸਮ ਹੈ ਉਹ ਅਸੀਂ ਕਿਦਾਂ ਕਰਾਂਗੇ। ਸੋ ਦੂਜਾ ਸਮ ਸਾਡੇ ਕੋਲ ਹੈ ਕਿ ਦੂਸਰੀ ਬਹੁਪਦ ਨੂੰ, ਦੇਖੋ ਇੱਥੇ ਨਾ ਕੋਮਾ ਪਾਇਆ ਹੈ, ਸਾਡੇ ਕੋਲ 2 ਬਹੁਪਦ ਵਾ, ਇੱਕ t ਸਕੁਅਰ ਮਾਈਨਸ 3, ਠੀਕ ਹੈ, ਤੇ ਇੱਥੇ t ਦੀ 4 ਆ, t ਦੀ 3 ਆ, t ਦੀ 2 ਆ, t ਦੀ ਪਾਵਰ 1 ਵਾ, ਠੀਕ ਹੈ, ਇਹ t ਲਿਖਿਆ। ਅਸੀਂ ਕਹਿੰਦੇ ਕਿ ਦੂਸਰੀ ਬਹੁਪਦ ਨੂੰ, ਆ ਦੂਸਰੀ ਬਹੁਪਦ ਆ, ਪਹਿਲੀ ਬਹੁਪਦ ਨਾਲ ਭਾਗ ਕਰਕੇ ਸੇਮ ਚੀਜ਼ ਉਹੀ ਆ, ਮਤਲਬ ਅਸੀਂ ਇੱਥੇ ਇਹੀ ਮੰਨ ਲੈਣਾ ਕਿ ਆ ਸਾਡੇ ਕੋਲ pt ਹੋਇਆ ਕਰੇਗਾ 2t ਦੀ 4 ਪਲੱਸ 3t ਸਕੁਅਰ ਮਤਲਬ ਕਿਊਬ ਮਾਈਨਸ 2t ਸਕੁਅਰ ਮਾਈਨਸ 9t ਮਾਈਨਸ 12, ਤੇ ਦੂਜੇ ਨੂੰ ਅਸੀਂ gt ਮੰਨ ਲਿਆ ਕਰਾਂਗੇ, ਤੇ ਅਸੀਂ ਉਹ ਸਾਡੇ ਕੋਲ ਕਿੰਨਾ ਆ ਜਾਊਗਾ t ਸਕੁਅਰ ਮਾਈਨਸ 3, ਤੇ ਅਸੀਂ ਭਾਗ ਹੀ ਕਰਨਾ, ਅਸੀਂ pt ਵਿੱਚ ਰੱਖ ਲਿਆ ਕਰਾਂਗੇ, gt ਨਾਲ ਭਾਗ ਕਰ ਲਿਆ ਕਰਾਂਗੇ, ਤੇ ਸਾਡੇ ਕੋਲ ਇੱਥੇ ਬਾਕੀ ਬਚ ਜਾਇਆ ਕਰੇਗਾ ਕੋਈ ਵੀ। ਠੀਕ ਹੈ, ਕਰਨਾ ਅਸੀਂ ਉਹੀ ਪ੍ਰੋਸੈਸ ਆ, ਬਸ ਤੁਸੀਂ ਧਿਆਨ ਨਾਲ ਦੇਖੋ ਸਮਝ ਕੀ ਕਹਿ ਰਹੇ ਆ ਕਿ ਦੂਸਰੀ ਬਹੁਪਦ ਨੂੰ ਪਹਿਲੀ ਬਹੁਪਦ ਨਾਲ ਭਾਗ ਕਰਕੇ ਪਤਾ ਕਰੋ ਕਿ ਜਿਹੜੀ ਪਹਿਲੀ ਬਹੁਪਦ ਵਾ ਉਹ ਦੂਜੀ ਬਹੁਪਦ ਦਾ ਇੱਕ ਗੁਣਨਖੰਡ ਹੈ ਜਾਂ ਨਹੀਂ। ਸੋ ਗੁਣਨਖੰਡ ਦਾ ਪ੍ਰੋਸੈਸ ਥੋੜਾ ਜਿਹਾ ਤੁਹਾਨੂੰ ਜਿਹੜਾ ਵਾ ਉਹ ਸਮਝਣਾ ਪੈਣਾ ਵਾ ਕਿ ਗੁਣਨਖੰਡ ਸਾਡੇ ਕੋਲ ਕਿਸ ਤਰੀਕੇ ਨਾਲ ਆਉਂਦੇ ਆ। ਹੁਣ ਦੇਖੋ ਜੇ ਤਾਂ ਥੋੜਾ ਜਿਹਾ ਉਦਾਹਰਨ ਦੇ ਤੌਰ ਤੇ ਆਪਾਂ ਸਮਝ ਲੈਂਦੇ ਆ ਕਿ ਜੇ ਮੰਨ ਲਓ ਮੈਂ 5 ਨੂੰ 24 ਨਾਲ ਤਕਸੀਮ ਕਰਦਾ ਹਾਂ, ਤਾਂ ਜਦੋਂ ਮੈਂ ਤਕਸੀਮ ਕਰਦਾ ਹਾਂ ਮੇਰੇ ਕੋਲ ਆ ਜਾਂਦਾ 5 ਚੌਕਾ 20, ਤੇ ਮੇਰੇ ਕੋਲ ਬਾਕੀ ਕਿੰਨਾ ਬਚ ਗਿਆ 4। ਪਰ ਜੇ ਬਾਕੀ ਜਿਹੜਾ ਵਾ ਉਹ 0 ਦੇ ਬਰਾਬਰ ਨਹੀਂ ਆਉਂਦਾ, ਠੀਕ ਹੈ, ਜੇ 0 ਦੇ ਬਰਾਬਰ ਨਹੀਂ ਆਉਂਦਾ ਤਾਂ ਮੈਂ ਇੱਥੇ ਕਹੂੰਗਾ ਕਿ 5 24 ਸੰਖਿਆ ਦਾ ਗੁਣਨਫਲ ਜਾਂ ਗੁਣਨਖੰਡ ਨਹੀਂ ਹੈ। ਠੀਕ ਹੈ, 5 24 ਦਾ ਗੁਣਨਖੰਡ ਨਹੀਂ ਹੈ। ਮਤਲਬ ਸਾਡਾ ਮੇਨ ਫੋਕਸ ਇਹੀ ਰਹਿਣਾ ਕਿ ਤਕਸੀਮ ਕਰਨ ਤੋਂ ਬਾਅਦ ਜਿਹੜਾ ਬਾਕੀ ਆ ਉਹ 0 ਜੇ ਆ ਗਿਆ ਤਾਂ ਉਹ ਗੁਣਨਖੰਡ ਹੈਗਾ ਵਾ, ਅਦਰਵਾਈਜ਼ ਉਹ
ਨਹੀਂ ਹੈ। ਸੋ ਮੇਨ ਅਸੀਂ ਕਰਦੇ ਹਾਂ। ਦੂਜੇ ਦਾ ਫਸਟ ਪਾਰਟ ਹੈ ਸਾਡੇ ਕੋਲ, ਪਹਿਲਾਂ ਤਾਂ ਅਸੀਂ ਮੰਨ ਲੈਂਦੇ ਹਾਂ, ਮੰਨ ਲਓ ਪੀ ਟੀ ਕਿੰਨਾ ਵਾ ਸਾਡੇ ਕੋਲ, ਜਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਦੂਸਰਾ ਬਹੁਪਦ, ਤੇ ਉਹ ਸਾਡੇ ਕੋਲ ਹੈ 2t ਦੀ 4 ਪਲੱਸ 3t ਦੀ 3 ਮਾਈਨਸ 2t ਸਕੇਅਰ ਮਾਈਨਸ 9t ਤੇ ਮਾਈਨਸ 12। ਸੋ ਉਦੋਂ ਬਾਅਦ ਜਿਹੜਾ ਪਹਿਲਾ ਬਹੁਪਦ ਹੈ ਸਾਡੇ ਕੋਲ, ਉਹ ਸਾਡੇ ਕੋਲ ਹੈ gt, ਅਸੀਂ ਉਹਦਾ ਨਾਮ ਰੱਖਦੇ ਹਾਂ। ਉਹ ਸਾਡੇ ਕੋਲ ਹੈ t ਸਕੇਅਰ ਮਾਈਨਸ 3। ਮੇਨ ਅਸੀਂ ਕੀ ਕਰਨਾ ਵਾ, ਅਸੀਂ ਤਕਸੀਮ ਕਰਨਾ ਵਾ ਤੇ ਚੈੱਕ ਕਰਨਾ ਕਿ ਬਾਕੀ 0 ਬਚਦਾ ਕਿ ਨਹੀਂ। ਜੇ ਤਾਂ 0 ਬਚ ਗਿਆ ਤਾਂ ਅਸੀਂ ਕਹਿ ਦਾਂਗੇ ਕਿ ਗੁਣਨਖੰਡ ਹੈ, ਅਦਰਵਾਈਜ਼ ਅਸੀਂ ਕਹਾਂਗੇ ਗੁਣਨਖੰਡ ਨਹੀਂ ਹੈ। ਸੋ ਅਸੀਂ ਤਕਸੀਮ ਕਰਨੀ ਸ਼ੁਰੂ ਕਰਦੇ ਹਾਂ। ਸੋ ਕਿੱਦਾਂ ਅਸੀਂ ਤਕਸੀਮ ਕਰਦੇ ਹਾਂ, ਅਸੀਂ ਪਹਿਲਾਂ ਜਿਹੜੀ ਵੱਡੀ ਘਾਤ ਵਾਲੀ ਹੈ ਉਹ ਵਿੱਚ ਰੱਖਦੇ ਹਾਂ, 3t ਦੀ ਕਿਊਬ ਮਾਈਨਸ 2t ਦੀ 2 ਮਾਈਨਸ 9t ਮਾਈਨਸ 12। ਸੋ ਇਹ ਵਾਲਾ ਅਸੀਂ ਇੱਥੇ ਲਿਖ ਲਾਂਗੇ t ਸਕੇਅਰ ਮਾਈਨਸ 3। ਸੋ ਅਸੀਂ ਇੱਥੇ ਮੇਨ ਚੀਜ਼, ਇੱਕ ਚੀਜ਼ ਹੋਰ ਮੈਂ ਸਕਿਪ ਕਰ ਗਿਆ ਕਿ ਅਸੀਂ ਚੈੱਕ ਜ਼ਰੂਰ ਕਰ ਲੈਣਾ ਕਿ 4 ਘਾਤ ਫਿਰ 3 ਘਾਤ ਫਿਰ 2 ਘਾਤ ਫਿਰ 1 ਘਾਤ ਫਿਰ 0 ਘਾਤ। ਤੇ ਇੱਥੇ ਵੀ ਪਹਿਲਾਂ 2 ਘਾਤ ਫਿਰ 1 ਆਉਣੀ ਸੀ, ਪਰ ਉਹ ਹੈ ਨਹੀਂ ਗੀ, ਪਰ ਫਿਰ ਬਾਅਦ ਚੋਂ ਗਿਣਤੀ ਵਾਲਾ ਅੱਖਰ ਕੋਈ ਵੀ ਘਾਤ ਨਹੀਂ, ਮਤਲਬ 0 ਘਾਤ। ਸੋ ਅਸੀਂ ਮੇਨ ਪ੍ਰੋਸੈਸ ਸ਼ੁਰੂ ਕਰਦੇ ਹਾਂ। ਪਹਿਲਾ ਸਟੈਪ ਕਿੱਦਾਂ ਕਰਦੇ ਸੀ, ਅਸੀਂ ਪਹਿਲਾਂ ਇਹਦਾ ਪਹਿਲਾ ਪਦ ਅਸੀਂ ਲੈ ਲੈਂਦੇ ਸੀਗੇ 2t ਦੀ 4 ਬਟਾ ਇਹਦਾ ਪਹਿਲਾ ਪਦ ਸਾਡੇ ਕੋਲ t ਸਕੇਅਰ। ਇਹਨੂੰ ਅਸੀਂ ਤਕਸੀਮ ਕਰਦੇ ਸੀ, ਦੇਖੋ 2 ਤੇ 2 ਕੱਟੇ ਜਾਣੇ, ਪਰ ਇੱਥੇ 4 ਸੀਗੇ, ਸੋ 2 ਬਚ ਜਾਣਗੇ। ਸੋ 2t ਸਕੇਅਰ ਸਾਡੇ ਕੋਲ ਬਚ ਗਿਆ, 2t ਸਕੇਅਰ ਇੱਥੇ ਪਾ ਦਾਂਗੇ। ਠੀਕ ਹੈ, ਹੁਣ ਇਹ 2t ਸਕੇਅਰ ਨੂੰ ਅਸੀਂ ਇਹਦੇ ਨਾਲ ਗੁਣਾ ਕਰਦੇ ਸੀਗੇ t ਸਕੇਅਰ ਮਾਈਨਸ 3 ਦੇ ਨਾਲ। ਠੀਕ ਹੈ, ਸੋ ਜਦੋਂ ਅਸੀਂ ਇਹਨੂੰ ਇਹਨਾਂ ਗੁਣਾ ਕਰਦੇ ਹਾਂ, ਤੁਸੀਂ ਦੇਖੋ ਜਦੋਂ ਗੁਣਾ ਕਰਦੇ ਹਾਂ 2 ਤੇ 2, t 2 ਵਾਰੀ ਮਤਲਬ 4 ਵਾਰੀ ਹੋ ਜਾਏਗਾ, ਤੇ 2 ਨਾਲ ਆ ਜਾਏਗਾ, 2 ਤੀਆ 6 ਆ ਜਾਏਗਾ। ਠੀਕ ਹੈ, ਨਾਲ ਕੀ ਆ ਜਾਏਗਾ, t ਦੀ 2 ਆ ਜਾਏਗਾ। ਹੁਣ 4 ਘਾਤ ਵਾਲਾ 4 ਘਾਤ ਦੇ ਥੱਲੇ, 2 ਘਾਤ ਵਾਲਾ 2 ਘਾਤ ਦੇ ਥੱਲੇ, 4 ਘਾਤ ਦੇ ਥੱਲੇ ਕੀ ਆ ਜਾਊਗਾ 2t ਦੀ 4, ਤੇ 2 ਘਾਤ ਦੇ ਨੀਚੇ ਕੀ ਆ ਜਾਏਗਾ, ਆਹ ਵਾਲਾ 2 ਘਾਤ ਆ ਸਾਡੇ ਕੋਲ ਆ ਜਾਏਗਾ ਮਾਈਨਸ 6t ਦੀ 2। ਫਿਰ ਅਸੀਂ ਇੱਥੇ ਅੰਡਰਲਾਈਨ ਕਰਕੇ, ਇੱਥੇ ਪਲੱਸ ਦਾ ਸਾਈਨ ਹੁੰਦਾ ਸੀ ਮਾਈਨਸ ਕਰ ਦਿੰਦੇ, ਇੱਥੇ ਮਾਈਨਸ ਹੁੰਦਾ ਸੀ ਤੇ ਇੱਥੇ ਪਲੱਸ ਕਰਤਾ। ਸੋ ਇਹ ਸਾਡਾ ਕੈਂਸਲ ਹੋ ਜਾਂਦਾ। ਹੁਣ ਇਹ ਇਦਾਂ ਹੀ ਆ ਜਾਏਗਾ ਨੀਚੇ 3t ਦੀ ਕਿਊਬ। ਹੁਣ ਦੇਖੋ ਇਹ ਜਮਾ ਦਾ ਇੱਕ ਮਾਈਨਸ ਹੈ, ਜੇ ਇੱਕ ਜਮਾ ਦਾ ਇੱਕ ਘਟਾਓ ਦਾ ਸਾਨੂੰ ਘਟਾਉਣਾ ਹੀ ਪੈਣਾ, 6 ਚੋਂ 2 ਕੱਟੇ ਸਾਡੇ ਕੋਲ 4 ਆ ਜਾਏਗਾ, ਨਾਲ t ਸਕੇਅਰ ਆ, ਪਰ ਵੱਡੀ ਰਕਮ ਦੇ ਮੋਹਰੇ ਅਸੀਂ ਨਵਾਂ ਸਾਈਨ ਦੇਖਣਾ ਪਲੱਸ ਵਾ, ਸੋ ਇੱਥੇ ਪਲੱਸ ਪਾ ਦਾਂਗੇ, ਬਾਕੀ ਇਦਾਂ ਹੀ ਨਾਲ ਆ ਜਾਣਗੇ। ਅਗਲਾ ਸਟੈਪ, ਫਿਰ ਪਹਿਲਾ ਪਦ ਸਾਡੇ ਕੋਲ ਕਿੰਨਾ ਵਾ 3t ਕਿਊਬ ਬਟਾ ਇਹਦਾ ਪਹਿਲਾ ਪਦ ਉਹ ਹਮੇਸ਼ਾ ਸੇਮ ਹੀ ਰਹਿਣਾ t ਸਕੇਅਰ। ਦੇਖੋ ਇੱਥੇ 3 ਵਾਰੀ, ਇੱਥੇ 2 ਵਾਰੀ, 1 ਵਾਰੀ 2 ਵਾਰੀ 2 ਵਾਰੀ ਕੱਟਿਆ ਜਾਣਾ, 1 ਵਾਰੀ ਬਚ ਜਾਣਾ, 3 ਤੇ 3 t ਬਚ ਜਾਣਾ, ਸਾਡੇ ਕੋਲ 3t ਬਚ ਗਿਆ। ਪਰ ਜੇ ਇਹਦੇ ਮੋਰੇ ਕੋਈ ਸਾਈਨ ਨਹੀਂ ਆਇਆ ਤਾਂ ਅਸੀਂ ਆਪਣੇ ਕੋਲੋਂ ਇੱਥੇ ਪਾਉਣ ਲਈ ਪਲੱਸ 3t ਪਾ ਦੇਣਾ, ਤੇ 3t ਨੂੰ ਅਸੀਂ ਫਿਰ ਉਸੇ ਪ੍ਰੋਸੈਸ ਦੀ ਤਰ੍ਹਾਂ ਜਿੱਦਾਂ ਇੱਥੇ ਗੁਣਾ ਕੀਤਾ ਸੀ ਇਹਦੇ ਨਾਲ ਹੀ ਗੁਣਾ ਕਰਨਾ ਹਮੇਸ਼ਾ। ਸੋ ਜਦੋਂ ਇਹਨਾਂ ਗੁਣਾ ਕੀਤਾ ਸਾਡੇ ਕੋਲ 1 ਵਾਰੀ ਤੇ 2 ਵਾਰੀ ਕਿੰਨਾ 3 ਵਾਰੀ t ਆ ਜਾਏਗਾ, 3 ਇਦਾਂ ਹੀ ਆ ਜਾਏਗਾ, 3 ਤੀਆ 9 ਆ ਜਾਏਗਾ, ਤੇ ਨਾਲ t ਇੰਗਲਿਸ਼ ਵਾਲਾ ਅੱਖਰ ਐਜ਼ ਇਟ ਇਜ਼ ਆ ਜਾਏਗਾ। ਸੋ 3 ਘਾਤ ਤੇ 1 ਘਾਤ, 3 ਘਾਤ ਦੇ ਨੀਚੇ 3 ਘਾਤ, 1 ਘਾਤ ਦੇ ਨੀਚੇ 1 ਘਾਤ, ਸਾਡੇ ਕੋਲ ਇੱਥੇ ਆ ਜਾਏਗਾ ਮਾਈਨਸ 9t। ਠੀਕ ਹੈ, ਫਿਰ ਅਸੀਂ ਅੰਡਰਲਾਈਨ ਕਰਕੇ ਸਾਈਨ ਚੇਂਜ ਕਰਦੇ ਹਾਂ, ਇੱਥੇ ਮਾਈਨਸ, ਇੱਥੇ ਕੀ ਆ ਜਾਏਗਾ ਪਲੱਸ। ਇੱਕ ਪਲੱਸ ਦਾ ਇੱਕ ਮਾਈਨਸ ਦਾ, ਇਹ ਤੇ ਕੱਟੇ ਗਏ, ਪਹਿਲਾਂ ਤਾਂ ਸਾਡਾ ਹਮੇਸ਼ਾ ਹੀ ਕੱਟਿਆ ਜਾਂਦਾ, ਸਾਡੇ ਕੋਲ 2 ਹੀ ਬਚ ਗਏ ਸਿੰਪਲ। ਇਹ ਸਾਡੇ ਕੋਲ ਇਸੇ ਤਰੀਕੇ ਨਾਲ ਮਾਈਨਸ 12 ਇੱਥੇ ਬਚ ਜਾਏਗਾ। ਹੁਣ ਅੱਗੇ ਤੁਸੀਂ ਦੇਖੋ, ਮੈਂ ਫਿਰ ਇਧਰਲੇ ਬੰਨੇ ਕਰ ਲੈਂਦੇ ਅਸੀਂ, ਸਾਡੇ ਕੋਲ ਕੀ ਬਚੇਗਾ, ਅਸੀਂ ਇਹਦਾ ਪਹਿਲਾ ਪਦ 4t ਸਕੇਅਰ ਬਟਾ ਇਹਦਾ ਪਹਿਲਾ ਪਦ t ਸਕੇਅਰ। ਸੋ t ਸਕੇਅਰ ਨਾਲ t ਸਕੇਅਰ ਸਾਡਾ ਕੈਂਸਲ ਹੋ ਗਿਆ, ਸਾਡੇ ਕੋਲ ਕੱਲਾ 4 ਬਚ ਗਿਆ, ਇੱਥੇ ਕੋਈ ਸਾਈਨ ਨਹੀਂ, ਸੋ ਮੈਂ ਇੱਥੇ ਵੈਸੇ ਹੀ ਪਲੱਸ 4 ਪਾ ਦੂੰਗਾ। ਠੀਕ ਹੈ, ਸੋ ਇਸ 4 ਨੂੰ ਮੈਂ ਫਿਰ ਕਿਹਨਾਂ ਗੁਣਾ ਕਰੂੰਗਾ t ਸਕੇਅਰ ਮਾਈਨਸ 3 ਨਾਲ। ਪਹਿਲੀ ਵਾਰੀ ਵੀ ਇਹਨੇ ਕੀਤਾ ਸੀ, ਠੀਕ ਹੈ, ਹੁਣ ਵੀ ਮੈਂ ਇਹਨਾਂ ਹੀ ਕਰਦਾ ਪਿਆ, ਇਹਨੂੰ ਇਹਨਾਂ ਗੁਣਾ ਕੀਤਾ, ਸਾਡੇ ਕੋਲ ਆ ਜਾਏਗਾ 4t ਸਕੇਅਰ ਤੇ ਮਾਈਨਸ 4 ਤੀਆ 12। ਤੁਸੀਂ ਦੇਖੋਗੇ ਬਿਲਕੁਲ ਸਾਡਾ ਇਹ ਸੇਮ ਬਣ ਗਿਆ ਇੱਥੇ। ਠੀਕ ਹੈ, ਤੇ ਇੱਥੋਂ ਸਾਡਾ ਇਹ ਕਲੀਅਰ ਹੋ ਜਾਏਗਾ ਕਿ ਆ ਵੀ ਕੱਟਿਆ ਜਾਊਗਾ, ਆ ਜਮਾ ਦਾ ਮਾਈਨਸ ਦਾ ਵੀ ਕੱਟਿਆ ਗਿਆ, ਰਿਮਾਈਂਡਰ ਕਿੰਨਾ ਆ ਗਿਆ 0। ਸੋ ਸਾਡੇ ਕੋਲ ਬਾਕੀ ਜਿਹੜਾ ਵਾ ਉਹ ਬਰਾਬਰ 0 ਆ ਗਿਆ। ਸੋ ਮੈਂ ਲਿਖੂੰਗਾ ਕਿ ਪਹਿਲਾ ਬਹੁਪਦ ਦੂਸਰੇ ਬਹੁਪਦ ਦਾ ਗੁਣਨ ਖੰਡ ਹੈ। ਆ ਤੁਸੀਂ ਰਫ ਵਰਕ ਦੇ ਵਿੱਚ ਕਰਨਾ। ਠੀਕ ਹੈ, ਸਿੰਪਲ, ਜੇ 0 ਨਾ ਆਉਂਦਾ ਮੈਂ ਕਹਿਣਾ ਸੀ ਗੁਣਨ ਖੰਡ ਨਹੀਂ ਹੈ।
ਸੋ ਸਿੰਪਲ ਆ। ਸੋ ਅਗਲਾ ਸਮ ਅਸੀਂ ਕਰਦੇ ਹਾਂ। ਸਾਡੇ ਕੋਲ ਜਿਹੜਾ ਇਹਦਾ ਦੂਜਾ ਪਾਰਟ ਵਾ, ਨਾਲੇ ਸਾਨੂੰ ਡਿਵਾਈਡ ਕਲੀਅਰ ਹੋ ਜਾਏਗੀ। ਹੁਣ ਦੇਖੋ ਦੂਸਰੇ ਦੇ ਵਿੱਚ ਸੇਮ ਅਸੀਂ ਇਦਾਂ ਹੀ ਕਰਾਂਗੇ ਕਿ ਦੂਜੇ ਪਾਰਟ ਦੇ ਵਿੱਚ ਅਸੀਂ ਕਹਾਂਗੇ ਕਿ ਮੰਨ ਲਓ ਜਿਹੜਾ ਦੂਸਰਾ ਬਹੁਪਦ ਵਾ ਉਹਨੂੰ ਅਸੀਂ p ਲਿਖਦੇ ਹਾਂ, ਠੀਕ ਹੈ। ਦੂਸਰਾ ਬਹੁਪਦ ਉਹਨੂੰ ਅਸੀਂ p, ਇਹ x ਦੇ ਵਿੱਚ ਹੀ ਆ, ਸੋ ਮੈਂ x ਲਿਖੂੰਗਾ। ਇੱਥੇ ਕੀ ਆ 3x ਦੀ 4, 3x ਦੀ 4, ਫਿਰ ਹੈ ਪਲੱਸ 5x ਦੀ 3, ਫਿਰ ਹੈ ਮਾਈਨਸ 7x ਦੀ 2 ਪਲੱਸ 2x ਪਲੱਸ 2। ਤੇ ਪਹਿਲਾ ਬਹੁਪਦ ਸਾਡੇ ਕੋਲ ਕਿੰਨਾ ਵਾ, ਉਸ ਅਸੀਂ gx ਮੰਨਦੇ ਹਾਂ। ਜੇ x ਇੰਗਲਿਸ਼ ਵਾਲਾ ਅੱਖਰ ਹੈ ਤਾਂ x ਦੀ ਸਾਡੇ ਕੋਲ ਇੱਥੇ ਹੈ, ਮੈਂ ਚੈੱਕ ਕਰ ਲਵਾਂ ਜਰਾ, ਇੱਥੇ x ਦੀ 2 ਆ ਕਿ 3 ਵਾ। ਸੋ ਇੱਥੇ ਸਾਡੇ ਕੋਲ x ਦੀ 2 ਹੈ, ਠੀਕ ਹੈ। ਪਲੱਸ ਸਾਡੇ ਕੋਲ ਆ ਜਾਏਗਾ ਪਲੱਸ 3x ਪਲੱਸ 1। ਹੁਣ ਅਸੀਂ ਸੇਮ ਉਸੇ ਪ੍ਰੋਸੈਸ ਦੀ ਤਰ੍ਹਾਂ ਅਸੀਂ ਇੱਥੇ ਤਕਸੀਮ ਕਰਨਾ ਹੈ। ਸੋ ਤਕਸੀਮ ਕਰਨ ਲਈ ਅਸੀਂ ਆਪਣੀ ਡਿਵਾਈਡ ਵਾਲਾ ਸਿੰਬਲ ਬਣਾਵਾਂਗੇ। ਸੋ ਸਾਡੇ ਕੋਲ ਆ ਜਾਊਗਾ 3x ਦੀ 4 ਪਲੱਸ 5x ਦੀ 3 ਮਾਈਨਸ 7x ਦੀ 2 ਪਲੱਸ 2x ਤੇ ਜਮਾ 2, ਠੀਕ ਹੈ। ਸੋ ਇਹ ਇਦਾਂ ਆ ਜਾਏਗਾ। ਇੱਥੇ ਸਾਡੇ ਕੋਲ ਆ ਜਾਏਗਾ ਇਹ ਬਿਲਕੁਲ ਹੀ x ਦੀ 2 ਪਲੱਸ 3x ਪਲੱਸ 1। ਸੋ ਦੇਖੋ ਇਹ ਚੈੱਕ ਜ਼ਰੂਰ ਕਰ ਲੈਣਾ, ਪਹਿਲਾਂ 4 ਫਿਰ 3 ਫਿਰ 2 ਘਾਤ ਫਿਰ 1 ਘਾਤ ਫਿਰ ਕੋਈ ਵੀ ਨਹੀਂ, ਆ 2 1 ਤੇ ਕੋਈ ਵੀ ਨਹੀਂ, ਠੀਕ ਹੈ। ਇਹ ਧਿਆਨ ਰੱਖਣਾ, ਜੇ ਇਹ ਤੁਸੀਂ ਗਲਤ ਕਰ ਲਿਆ ਫਿਰ ਨਹੀਂ ਤੁਹਾਡੀ ਡਿਵਾਈਡ ਸਹੀ ਹੋਣੀ। ਬਾਕੀ ਅੱਗੇ ਪ੍ਰੋਸੈਸ ਸਾਡੀ ਕੋਈ ਈਜ਼ੀ ਹੈ। ਪਹਿਲਾ ਪਦ 3x ਦੀ 4 ਬਟਾ ਇਹਦਾ ਪਹਿਲਾ ਪਦ, ਉਹ x ਦੀ 2 ਆ। ਤੁਸੀਂ ਦੇਖੋਗੇ ਉੱਪਰ 4 ਵਾਰੀ ਹੈ, ਥੱਲੇ 2 ਵਾਰੀ ਹੈ, 2 ਵਾਰੀ ਨਾਲ 2 ਵਾਰੀ ਕੱਟਿਆ ਜਾਊਗਾ ਤੇ 2 ਵਾਰੀ ਬਚ ਜਾਏਗਾ ਉੱਪਰਲੇ ਬੰਨੇ। ਸੋ ਸਾਡੇ ਕੋਲ ਆ ਜਾਊਗਾ 3x2। ਸੋ ਆਟੋਮੈਟਿਕਲੀ ਸਾਡੇ ਕੋਲ ਇੱਥੇ ਕੀ ਆ ਜਾਏਗਾ 3x ਦੀ 2 ਆ ਜਾਏਗਾ, ਠੀਕ ਹੈ। ਫਿਰ ਇਸ 3x ਦੀ 2 ਨੂੰ ਅਸੀਂ ਗੁਣਾ ਕਰਦੇ ਹਾਂ ਇਹ ਸਾਰੇ ਨਾਲ। ਸਾਡੇ ਕੋਲ ਕਿੰਨਾ ਆ ਜਾਏਗਾ x ਦੀ 2 ਪਲੱਸ 3x ਪਲੱਸ 1 ਸਾਡੇ ਕੋਲ ਇੱਥੇ ਆ ਜਾਂਦਾ ਵਾ। ਸੋ ਇਹਨੂੰ ਇਹਨਾਂ ਗੁਣਾ ਕੀਤਾ 3 2 ਤੇ 2 x ਦੀ 4 ਫਿਰ 3 ਤੀਆ 9 ਆ 2 ਤੇ 1x 3x ਫਿਰ 3 ਏਕਮ 3 ਤੇ ਨਾਲ ਜੋ ਹੈਗਾ ਇੰਗਲਿਸ਼ ਵਾਲਾ ਅੱਖਰ ਉਹ ਐਜ਼ ਇਟ ਇਜ਼ ਸਾਡੇ ਕੋਲ ਆ ਜਾਏਗਾ। ਸੋ ਇਹ ਮੈਂ ਹੁਣ 4 ਘਾਤ 3 ਘਾਤ ਤੇ 2 ਘਾਤ, ਪਹਿਲਾਂ ਤਾਂ 4 ਘਾਤ ਆਏਗਾ 3x ਦੀ 4, ਫਿਰ 3 ਘਾਤ ਆਏਗਾ ਜਮਾ 9x ਦੀ 3, ਫਿਰ ਆਏਗਾ 2 ਘਾਤ, ਉਹ ਆ ਜਾਊਗਾ ਜਮਾ 3x ਦੀ 2। ਤੇ ਇਹ ਅਸੀਂ ਅੰਡਰਲਾਈਨ ਕਰਕੇ ਸਾਰਿਆਂ ਦੇ ਸਾਈਨ ਜਿਹੜੇ ਆ ਉਹ ਮਾਈਨਸ ਚ ਕਰ ਦਾਂਗੇ ਕਿਉਂਕਿ ਸਾਰੇ ਪਲੱਸ ਚ ਆ। ਇਹ ਸਾਡਾ ਕੱਟਿਆ ਜਾਏਗਾ। ਹੁਣ ਆ ਮਾਈਨਸ ਦਾ ਜਮਾ ਦਾ, ਇੱਕ ਜਮਾ ਦਾ ਇੱਕ ਘਟਾਓ ਦਾ ਘਟਾਉਣਾ ਹੀ ਆ। 9 ਚੋਂ 5 ਕੱਟੇ ਗਏ, ਸਾਡੇ ਕੋਲ 4x ਦੀ 3 ਆ ਜਾਏਗਾ, ਪਰ ਵੱਡੀ ਰਕਮ ਦੇ ਮੂਹਰੇ ਮਾਈਨਸ ਆ, ਸੋ ਇੱਥੇ ਮਾਈਨਸ ਆ ਜਾਏਗਾ। ਹੁਣ ਇਹ ਦੋਨੇ ਮਾਈਨਸ ਦੇ ਆ, ਜਦੋਂ ਦੋਨੇ ਮਾਈਨਸ ਦੇ ਮਤਲਬ ਦੋਨੇ ਚੋਰ ਹੈ, ਠੀਕ ਹੈ। ਚੋਰ ਮਤਲਬ 7 ਚੋਰ ਤੇ 3 ਚੋਰ ਮਤਲਬ 10 ਚੋਰ। ਸਾਡੇ ਕੋਲ ਆ ਜਾਊਗਾ ਮਾਈਨਸ 10x ਸਕੇਅਰ ਆ ਜਾਏਗਾ, ਬਾਕੀ ਸਾਰੇ ਐਜ਼ ਇਟ ਇਜ਼ ਰਹਿ ਜਾਣਗੇ, ਠੀਕ ਹੈ। ਸੋ ਨੈਕਸਟ ਫਿਰ ਸਾਡੇ ਕੋਲ ਆ ਜਾਏਗਾ ਮਾਈਨਸ 4x ਦੀ 3 ਪਹਿਲਾ ਪਦ ਅਗੇਨ, ਫਿਰ ਇਹਦਾ ਪਹਿਲਾ ਪਦ ਸਾਡੇ ਕੋਲ ਆ ਜਾਏਗਾ x ਸਕੇਅਰ। 3 ਵਾਰੀ 2 ਵਾਰੀ 2 ਵਾਰੀ ਤਾਂ 2 ਵਾਰੀ ਕੱਟਿਆ ਜਾਊਗਾ, ਉੱਪਰ x ਬਚ ਜਾਏਗਾ, ਮਤਲਬ ਸਾਡੇ ਕੋਲ ਮਾਈਨਸ 4x ਬਚ ਗਿਆ। ਹੁਣ ਸਾਡੇ ਕੋਲ ਇੱਥੇ ਸਾਈਨ ਆ ਗਿਆ ਵਾ, ਸੋ ਅਸੀਂ ਇੱਥੇ ਮਾਈਨਸ 4x ਪਾਵਾਂਗੇ। ਜੇ ਨਾ ਆਉਂਦਾ ਫਿਰ ਪਲੱਸ ਪਾ ਦੇਣਾ ਸੀ, ਸਿੰਪਲ। ਸੋ ਨੈਕਸਟ ਸਾਡੇ ਕੋਲ ਆਉਂਦਾ ਹੈ ਅਸੀਂ ਇਸ 4x ਨੂੰ ਅਗੇਨ ਉਸੇ ਚੀਜ਼ ਨਾਲ ਹੀ ਮਲਟੀਪਲਾਈ ਕਰਾਂਗੇ। ਸਾਡਾ ਜਿਹੜਾ ਭਾਜਕ ਵਾ ਜਦੋਂ ਅਸੀਂ ਗੁਣਾ ਕਰਾਂਗੇ ਸਾਡੇ ਕੋਲ ਆ ਜਾਊਗਾ ਮਾਈਨਸ 4x2 1 3 ਆ ਜਾਏਗਾ, 4 ਤੀਆ 12 ਆ ਜਾਏਗਾ, 12x ਤੇ ਨਾਲ 4 ਏਕਮ 4 ਮਤਲਬ ਮਾਈਨਸ 4x ਸਾਡੇ ਕੋਲ ਇੱਥੇ ਇਹ 3 ਰਕਮ ਆ ਜਾਊਗਾ। ਸੌਰੀ ਇੱਥੇ ਗੜਬੜੀ ਹੋ ਗਈ, 4 ਤੀਆ 12 ਆ ਜਾਏਗਾ, x ਤੇ x ਇੱਥੇ x 2 ਆ ਜਾਣਾ ਸੀ ਸਾਡੇ ਕੋਲ, 2 ਵਾਰੀ x ਸੀ। ਪਹਿਲਾਂ ਇਹ ਇੱਕ ਵਾਰੀ x 2 ਨਾ ਹੋਇਆ 3 ਬਣ ਗਿਆ, ਫਿਰ 1x 2 ਵਾਰੀ ਬਣਨਾ ਸੀ, ਫਿਰ ਆ x 1 ਹੀ ਸੀਗਾ, ਜਦੋਂ ਇਹਨਾਂ ਗਿਣਤੀ ਵਾਲੇ ਦਾ ਹੋਇਆ ਫਿਰ 1 ਹੀ ਆਉਣਾ ਸੀ। ਸੋ ਪਹਿਲਾਂ 3 ਘਾਤ ਦੇ ਨੀਚੇ 3 ਘਾਤ, 2 ਘਾਤ ਦੇ ਨੀਚੇ 2 ਘਾਤ ਤੇ 1 ਘਾਤ ਦੇ ਨੀਚੇ 1 ਘਾਤ। ਤੇ ਸਾਡੇ ਕੋਲ ਅਸੀਂ ਦੇਖਾਂਗੇ ਕਿ ਅਸੀਂ ਅੰਡਰਲਾਈਨ ਕਰਕੇ ਸਾਈਨ ਸਾਰੇ ਪਲੱਸ ਦੇ ਕਰ ਦਾਂਗੇ, ਠੀਕ ਹੈ। ਸੋ ਇਹ ਕੱਟਿਆ ਗਿਆ। ਹੁਣ ਆ ਜਮਾ ਦਾ ਘਟਾਓ ਦਾ, ਇੱਕ ਜਮਾ ਦਾ ਇੱਕ ਘਟਾਓ ਦਾ ਘਟਾਉਣਾ ਹੀ ਪੈਣਾ। 12 ਚੋਂ 10 ਕੱਟੇ ਗਏ 2x ਸਕੁਅਰ, ਪਰ ਵੱਡੀ ਰਕਮ ਦੇ ਮੂਹਰੇ ਪਲੱਸ ਵਾ, ਸੋ ਅਸੀਂ ਇੱਥੇ ਪਲੱਸ ਲਾਵਾਂਗੇ, ਠੀਕ ਹੈ। ਸੋ ਉਦੋਂ ਬਾਅਦ ਆ ਜਮਾ ਦਾ ਆ ਵੀ ਜਮਾ ਦਾ ਦੋਵੇਂ ਜੁੜ ਜਾਣਗੇ, 4 ਤੇ 2 6x ਪਲੱਸ 2। ਹੁਣ ਅਗੇਨ ਉਹੀ ਪ੍ਰੋਸੈਸ ਅਸੀਂ ਕਰਾਂਗੇ। ਸੋ ਮੈਂ ਇੱਧਰਲੇ ਬੰਨੇ ਥੋੜਾ ਲਿਖ ਲੈਣਾ ਕਿ ਪਹਿਲਾ ਪਦ ਕਿੰਨਾ ਸਾਡੇ ਕੋਲ 2x ਸਕੁਅਰ ਬਟਾ ਇਹਦਾ ਪਹਿਲਾ ਪਦ x ਸਕੁਅਰ, x ਸਕੁਅਰ ਨਾਲ x ਸਕੁਅਰ ਕੱਟਿਆ ਗਿਆ, 2 ਫਿਰ ਆ ਗਿਆ। ਸੋ ਇੱਥੇ ਕੋਈ ਸਾਈਨ ਨਹੀਂ ਆਇਆ, ਸੋ ਇਹਦਾ ਮਤਲਬ ਜਮਾ ਦਾ 2 ਆ ਸਾਡੇ ਕੋਲ, ਇੱਥੇ ਜਮਾ ਦਾ 2 ਪਾ ਦਾਂਗੇ। ਸੋ ਇਹ ਜਿਹੜਾ ਜਮਾ ਦਾ 2 ਆ ਇਹਨੂੰ ਅਸੀਂ ਇਹਨਾਂ ਗੁਣਾ ਕਰਾਂਗੇ x ਸਕੁਅਰ ਪਲੱਸ 3x ਪਲੱਸ 1। ਜਦੋਂ ਇਹਨੂੰ ਇਹਨਾਂ ਕੀਤਾ 2x ਸਕੁਅਰ ਪਲੱਸ 6x ਪਲੱਸ 2, ਤੁਸੀਂ ਦੇਖੋਗੇ ਸਾਡੇ ਕੋਲ ਆ ਜਾਏਗਾ 2x ਸਕੁਅਰ ਪਲੱਸ 6x ਪਲੱਸ 2। ਇਹ ਵੀ ਮਾਈਨਸ ਦਾ, ਇਹ ਵੀ ਮਾਈਨਸ ਦਾ, ਇਹ ਵੀ ਮਾਈਨਸ ਦਾ, ਸਾਰਾ ਕੁਝ ਸੇਮ ਆ, ਇਹ ਕੱਟੇ ਜਾਣਗੇ।
ਸਾਡੇ ਕੋਲ ਬਾਕੀ ਕਿੰਨਾ ਆ ਗਿਆ ਫਿਰ 0 ਆ ਗਿਆ। ਸੋ ਇੱਥੇ ਸਿੰਪਲ, ਠੀਕ ਹੈ। ਸੋ ਸਾਡੇ ਕੋਲ ਬਾਕੀ 0 ਆ ਗਿਆ ਤੇ ਸਾਡੇ ਕੋਲ ਅਸੀਂ ਲਿਖ ਸਕਦੇ ਹਾਂ ਕਿ ਦੂਸਰਾ ਬਹੁਪਦ ਦੂਸਰੇ ਬਹੁਪਦ ਦਾ ਪਹਿਲਾ ਬਹੁਪਦ ਗੁਣਨਫਲ ਜਾਂ ਗੁਣਨਖੰਡ ਹੈ, ਠੀਕ ਹੈ। ਜਾਂ ਪਹਿਲਾਂ ਲਾਈਨ ਲਿਖਾਈ ਸੀ ਪਹਿਲਾ ਬਹੁਪਦ ਦੂਸਰੇ ਬਹੁਪਦ ਦਾ ਗੁਣਨਖੰਡ ਹੈ, ਜਾਂ ਆਪਾਂ ਲਿਖ ਸਕਦੇ ਦੂਸਰੇ ਬਹੁਪਦ ਦਾ ਪਹਿਲਾ ਬਹੁਪਦ ਗੁਣਨਖੰਡ ਹੈ, ਇਦਾਂ ਵੀ ਲਿਖ ਸਕਦੇ। ਮਤਲਬ ਹੈਗਾ ਸਾਡੇ ਕੋਲ ਜਿਹਦੀ ਘਾਤ ਛੋਟੀ ਹੁੰਦੀ ਆ ਉਹ ਦੂਜੇ ਨੂੰ ਤਕਸੀਮ ਕਰਦਾ ਹੁੰਦਾ ਜਿਹਦੀ ਘਾਤ ਵੱਡੀ ਹੋਵੇ। ਇਹਦੀ 4 ਵਾ, ਇਹਦੀ 2। ਸੋ ਅਗਲਾ ਸਮ ਸਾਡੇ ਕੋਲ ਇਹਦਾ ਤੀਜਾ ਪਾਰਟ ਆ, ਉਹ ਅਸੀਂ ਕਰਦੇ ਹਾਂ। ਦੇਖੋ ਇਹ ਦੋਨੇ ਹੀ ਸਾਡੇ ਕੋਲ ਗੁਣਨਖੰਡ ਹੈ ਆ ਗਏ ਆ, ਕੀ ਪਤਾ ਸ਼ਾਇਦ ਤੀਜਾ ਆਵੇ ਜਾਂ ਨਾ ਆਵੇ। ਸੋ ਆਪਾਂ ਦੇਖਦੇ ਹਾਂ ਡਿਵਾਈਡ ਕਰਕੇ। ਸੋ ਤੀਸਰਾ ਸਮ ਸਾਡੇ ਕੋਲ ਹੈ ਦੂਸਰਾ ਬਹੁਪਦ ਸਾਡੇ ਕੋਲ ਅਸੀਂ px ਮੰਨ ਲਿਆ ਵਾ, ਪਹਿਲਾ ਬਹੁਪਦ ਸਾਡੇ ਕੋਲ gx ਹੈ, ਜਿਵੇਂ ਕਿ ਸਾਡੇ ਕੋਲ ਸਟੇਟਮੈਂਟ ਦੇ ਵਿੱਚ ਹੈ। ਸੋ ਅਸੀਂ ਜਦੋਂ ਹੱਲ ਕਰਾਂਗੇ ਇਸ ਤਰੀਕੇ ਨਾਲ ਲਿਖਾਂਗੇ। ਸੋ ਅਗੇਨ ਅਸੀਂ ਪ੍ਰੋਸੈਸ ਉਹੀ ਆ ਕਿ ਅਸੀਂ ਡਿਵਾਈਡ ਕਰਕੇ ਦੇਖਣਾ। ਸੋ ਮੈਂ ਪਹਿਲਾਂ ਜਿਹੜਾ ਵੱਡੀ ਘਾਤ ਵਾਲਾ ਵਾ ਉਹ ਵਿੱਚ ਰੱਖੂੰਗਾ ਤੇ ਇਹ 3 1 ਤੇ 3 ਤੋਂ ਬਾਅਦ 2 ਹੋਣਾ ਸੀ, 2 ਹੈ ਨਹੀਂਗਾ, ਫਿਰ 1 ਘਾਤ ਵਾਲਾ, ਫਿਰ ਕੋਈ ਘਾਤ ਨਹੀਂ ਵਾਲਾ, 5 3 ਵਾਲਾ, 4 ਵਾਲਾ ਹੋਣਾ ਸੀ, ਹੈ ਨਹੀਂ ਸੀਗਾ 4 ਘਾਤ ਵਾਲਾ, ਫਿਰ 3 ਘਾਤ ਵਾਲਾ, 2 ਘਾਤ। ਇਹ ਚੈੱਕ ਜ਼ਰੂਰ ਕਰ ਲੈਣਾ ਤਕਸੀਮ ਕਰਨ ਤੋਂ ਪਹਿਲਾਂ। ਸੋ ਸਾਡੇ ਕੋਲ ਇਹ ਆ ਜਾਏਗਾ x ਦੀ 3 3x ਜਮਾ 1। ਸੋ ਜਦੋਂ ਅਸੀਂ ਅੱਗੇ ਕਰਾਂਗੇ ਸੇਮ ਉਹੀ ਪ੍ਰੋਸੈਸ ਪਹਿਲਾਂ ਕਿ ਪਹਿਲਾਂ ਜਿਹੜੀ ਘਾਤ ਵਾ ਕਿੰਨੀ ਹੈ x ਦੀ 5 ਆ ਬਟਾ ਇਹਦਾ ਪਹਿਲਾ ਅੱਖਰ ਇਹ 3 ਵਾ। ਹੁਣ ਦੇਖੋ x 5 ਵਾਰੀ ਹੈ, 3 ਵਾਰੀ ਹੈ, 3 ਨਾਲ 3 ਵਾਰੀ ਕੱਟਿਆ ਜਾਊਗਾ, ਉੱਪਰ ਕਿੰਨੀ ਵਾਰੀ ਵੱਜ ਜਾਏਗਾ 2 ਵਾਰੀ ਸੀ, ਉਹ 2 ਵਾਰੀ ਸਾਡਾ ਇੱਥੇ ਆ ਜਾਏਗਾ। ਸੋ ਜਿਹੜਾ ਇਹ 2 ਵਾਰੀ ਆਏਗਾ ਉਹਨੂੰ ਅਸੀਂ ਇਹਨਾਂ ਗੁਣਾ ਕਰਾਂਗੇ x ਦੀ 3 3x ਜਮਾ 1। ਜਦੋਂ ਕੀਤਾ ਸਾਡੇ ਕੋਲ x ਦੀ ਪਾਵਰ 5, ਕਿਉਂਕਿ 2 ਵਾਰੀ 3 ਵਾਰੀ 5 ਆ ਜਾਏਗਾ, ਫਿਰ 2 ਤੇ 1 4 ਵਾਰੀ ਆ ਜਾਏਗਾ, 3 ਨਾਲ ਗੁਣਾ ਹੋਇਆ ਸੀ -3 ਆ ਜਾਏਗਾ, ਫਿਰ ਇਹ ਇੰਨਾ ਹੋਇਆ ਜਮਾ 2 ਵਾਰੀ ਆ ਜਾਏਗਾ। 5 4 ਤੇ 2 ਘਾਤ ਆਈ ਹੈ, 5 ਘਾਤ ਦੇ ਨੀਚੇ 5 ਘਾਤ ਲਿਖ ਦਾਂਗੇ, 4 ਘਾਤ ਹੈ ਹੀ ਨਹੀਂ ਗੀ ਇੱਥੇ, 5 3 2 4 ਘਾਤ ਨਹੀਂ ਹੈ। ਸੋ 4 ਘਾਤ ਅਸੀਂ ਸਾਈਡ ਤੇ ਲਿਖ ਦਾਂਗੇ, ਠੀਕ ਹੈ। ਤੇ ਫਿਰ 2 ਘਾਤ ਦੇ ਨੀਚੇ 2 ਘਾਤ ਸਾਡੇ ਕੋਲ ਇੱਥੇ ਆ ਜਾਏਗਾ ਜਮਾ x ਦੀ 2। ਤੁਸੀਂ ਦੇਖੋਗੇ ਇਹ ਸਾਰਾ ਹੀ ਅੰਡਰਲਾਈਨ ਕਰ ਦੇਣਾ ਜਿੱਥੇ ਅਸੀਂ ਆ ਸਾਈਡ ਤੇ ਵੀ ਲਿਖਿਆ ਵਾ। ਇਹ ਸਾਡਾ ਮਾਈਨਸ ਦਾ ਹੋ ਜਾਏਗਾ, ਇਹ ਵੀ ਸਾਡਾ ਮਾਈਨਸ ਦਾ ਹੋ ਜਾਏਗਾ, ਇਹ ਸਾਡਾ ਪਲੱਸ ਦਾ ਹੋ ਜਾਏਗਾ, ਇਹ ਸਾਡਾ ਕੱਟਿਆ ਗਿਆ। ਹੁਣ ਦੇਖੋ ਮੈਂ ਪਹਿਲਾਂ 3 ਘਾਤ ਨਹੀਂ ਪਾ ਸਕਦਾ ਨੀਚੇ, ਪਰ ਮੇਰੇ ਕੋਲ ਪਹਿਲਾਂ ਵੱਡੀ ਘਾਤ 4 ਵੀ ਹੈਗੀ ਆ। ਸੋ ਪਹਿਲਾਂ ਮੈਂ ਇਹਨੂੰ ਮੂਹਰੇ ਲਿਆ ਕੇ ਲਿਖੂੰਗਾ, ਮੈਂ ਲਿਖੂੰਗਾ 3x ਦੀ 4 ਜਿਹੜਾ ਸਾਈਨ ਨਵਾਂ ਬਣਾਇਆ ਹੈ, ਠੀਕ ਹੈ। ਫਿਰ ਸਾਡੇ ਕੋਲ ਆਏਗਾ ਇਹ 3 ਘਾਤ ਵਾਲਾ ਨੀਚੇ ਆ ਜਾਏਗਾ, ਫਿਰ ਆ 2 ਘਾਤ ਆਉਣਾ ਸੀ ਪਰ ਇਹ ਮਾਈਨਸ ਦਾ, ਇਹ ਜਮਾ ਦਾ, ਇਹਦੇ ਮੂਹਰੇ 1 ਵਾ। ਇਹ ਸਾਡੇ ਕੋਲ ਸੇਮ ਆ, ਇੱਕ ਜਮਾ ਦਾ ਇੱਕ ਘਟਾਓ ਦਾ, ਕੱਟੇ ਜਾਣੇ ਇਹ ਸਾਡੇ ਕੋਲ ਜਿੱਦਾਂ ਸਾਡੇ ਕੋਲ ਇਹ ਸੀਗਾ। ਉਦੋਂ ਬਾਅਦ ਸਾਡੇ ਕੋਲ 3 ਘਾਤ ਵਾਲਾ ਆ ਗਿਆ, ਸੀ ਜਮਾ 3x ਲਿਖ ਲਿਆ, ਫਿਰ 1 ਘਾਤ ਵਾਲਾ ਜਮਾ 1 ਲਿਖ ਲਿਆ, ਇਹ ਸਾਡੇ ਕੋਲ ਆ ਗਿਆ। ਇਹਦੇ ਵਿੱਚ ਹੁਣ 2 ਘਾਤ ਵਾਲਾ ਹੈ ਨਹੀਂ, ਜੇ ਸਾਡੇ ਕੋਲ 2 ਘਾਤ ਵਾਲਾ ਕੋਈ ਆ ਗਿਆ ਤੇ ਉਹਨੂੰ ਅਸੀਂ ਫਿਰ ਸਾਈਡ ਤੇ ਲਿਖਣਾ ਸਾਨੂੰ ਪੈਣਾ ਵਾ। ਸੋ ਹੁਣ ਦੇਖੋ ਸਾਡੇ ਕੋਲ ਅਗੇਨ ਪਹਿਲਾ ਪ੍ਰੋਸੈਸ ਕਿ ਪਹਿਲਾਂ ਕੀ ਹੈ 4 3 1 0, ਠੀਕ ਹੈ। ਮਤਲਬ 4 ਤੋਂ ਬਾਅਦ 3, ਹੁਣ 3 ਤੋਂ ਬਾਅਦ 2 ਹੈ ਨਹੀਂਗਾ, ਫਿਰ 1 ਵਾ, ਠੀਕ ਹੈ। ਇਹ ਵੀ ਧਿਆਨ ਹਮੇਸ਼ਾ ਚੈੱਕ ਕਰੀ ਜਾਣਾ। ਪਹਿਲੀ ਘਾਤ ਸਾਡੇ ਕੋਲ 3x ਦੀ 4 ਵਾ, ਇਹ ਕਿੰਨਾ ਵਾ x ਦੀ 3। ਜਦੋਂ ਤੁਸੀਂ ਦੇਖੋਗੇ 3 ਨਾਲ 3 ਕੱਟਿਆ ਗਿਆ, 1x ਬਚਣਾ 3, ਕਿਉਂਕਿ ਉੱਪਰ 4 ਵਾਰੀ ਸੀ ਥੱਲੇ 3 ਵਾਰੀ ਸੀ, 3 ਨਾਲ 3 ਵਾਰੀ ਕੱਟੇ ਗਏ, 1 ਬਚ ਗਿਆ ਉੱਪਰ, ਸਾਡੇ ਕੋਲ ਬਚਿਆ 3x। ਇਹਦੇ ਮੂਹਰੇ ਕੋਈ ਸਾਈਨ ਨਹੀਂ ਆਇਆ, ਸੋ ਮੈਂ ਆਪਣੇ ਕੋਲੋਂ ਇੱਥੇ ਪਲੱਸ 3x ਪਾ ਦੂੰ। ਸੋ ਇਹ ਜਿਹੜਾ 3x ਆ ਇਹਨੂੰ ਮੈਂ ਅਗੇਨ ਫਿਰ ਇਹਨਾਂ ਗੁਣਾ ਕਰੂੰਗਾ, x ਦੀ 3 3x ਜਮਾ 1। ਜਦੋਂ 1 ਵਾਰੀ ਤੇ 3 ਵਾਰੀ ਕਿੰਨਾ ਆ ਜਾਊਗਾ 4 ਵਾਰੀ, ਫਿਰ 1 ਤੇ 1 2 ਵਾਰੀ ਆ ਜਾਏਗਾ, 3 ਤੀਆ 9 ਆ ਜਾਏਗਾ ਸਾਡੇ। ਫਿਰ ਇਹਨੂੰ ਇਹਨਾਂ ਗੁਣਾ ਕੀਤਾ ਜਮਾ 3x, ਸਾਡੇ ਕੋਲ 4 2 ਤੇ 1 ਆ ਜਾਏਗਾ। ਪਹਿਲਾਂ 4 ਘਾਤ ਦੇ ਨੀਚੇ 4, ਹੁਣ 2 ਘਾਤ ਆ ਗਈ, 2 ਘਾਤ ਸਾਡੇ ਕੋਲ ਇੱਥੇ ਹੈ ਨਹੀਂ, ਠੀਕ ਹੈ। ਸੋ ਜੇ 2 ਘਾਤ ਨਹੀਂ ਹੈਗੀ ਤੇ 2 ਘਾਤ ਸਾਨੂੰ ਇੱਥੇ ਸਾਈਡ ਤੇ ਲਿਖਣਾ ਪੈਣਾ, ਠੀਕ ਹੈ। ਅਸੀਂ ਇੱਥੇ ਲਿਖ ਦਾਂਗੇ -9x ਦੀ 2, ਠੀਕ ਹੈ। ਆਹ ਸਾਡਾ ਰਫ ਵਰਕ ਹੈ, ਇਹ ਧਿਆਨ ਰੱਖਣਾ, ਆਹ ਸਾਡਾ ਇਸ ਤਰੀਕੇ ਨਾਲ ਰਫ ਵਰਕ ਚੱਲਦਾ ਪਿਆ, ਆਹ ਸਾਡਾ ਸਮ ਸਾਰਾ ਚੱਲਦਾ ਪਿਆ। ਸੋ ਉਦੋਂ ਬਾਅਦ ਸਾਡੇ ਕੋਲ 1 ਘਾਤ ਵਾਲਾ ਇੱਥੇ ਆ ਜਾਏਗਾ ਜਮਾ 3x, ਠੀਕ ਹੈ। ਓਵਰ ਸਾਡੇ ਕੋਲ ਆ ਜਾਏਗਾ, ਇਹ ਮਾਈਨਸ ਦਾ ਹੋ ਗਿਆ, ਇਹ ਵੀ ਮਾਈਨਸ ਦਾ ਹੋ ਗਿਆ, ਇਹ ਪਲੱਸ ਦਾ ਹੋ ਗਿਆ, ਠੀਕ ਹੈ। ਆਹ ਮਾਈਨਸ ਦਾ ਹੋ ਗਿਆ ਤੇ ਇਹ ਸਾਡੇ ਕੋਲ ਕੈਂਸਲ ਹੋ ਗਿਆ। ਹੁਣ ਦੇਖੋ ਪਹਿਲਾਂ ਮੈਂ 3 ਘਾਤ ਵਾਲਾ ਪਾਉਂਗਾ, ਮੇਰੇ ਕੋਲ ਆ ਜਾਏਗਾ -4x ਦੀ 3, ਫਿਰ ਮੈਂ 2 ਘਾਤ ਵਾਲਾ, ਦੇਖੋ ਮੇਰੇ ਤੋਂ 2 ਘਾਤ ਵਾਲਾ ਹੈਗਾ, ਸੋ ਮੈਂ 2 ਘਾਤ ਵਾਲਾ ਇੱਥੇ ਅੱਗੇ ਲਿਆ ਕੇ ਲਿਖੂੰਗਾ ਜਮਾ 9x ਦੀ 2, ਕਿਉਂਕਿ ਜਿਹੜਾ ਨਵਾਂ ਸਾਈਨ ਆ ਗੋਲਾ ਮਾਰਿਆ ਉਹ ਪਲੱਸ ਵਾਲਾ ਵਾ। ਫਿਰ ਮੇਰੇ ਕੋਲ 1 ਘਾਤ ਆਉਣਾ ਸੀ, 1 ਘਾਤ ਵਾਲਾ ਕੱਟਿਆ ਗਿਆ, ਫਿਰ ਮੇਰੇ ਕੋਲ ਆ 1 ਬਚ ਗਿਆ, ਇਹ ਮੇਰੇ ਕੋਲ ਐਜ਼ ਇਟ ਇਜ਼ ਇਦਾਂ ਜਮਾ 1 ਆ ਜਾਏਗਾ। ਹੁਣ ਮੇਰੇ ਕੋਲ ਇਹ ਬਚ ਗਿਆ 3 2 1। ਅਗੇਨ ਮੈਂ ਉਹੀ ਪ੍ਰੋਸੈਸ ਕਰੂੰਗਾ, ਮੇਰੇ ਕੋਲ ਪਹਿਲਾ ਕਿੰਨਾ ਵਾ -4x ਦੀ
3 ਠੀਕ ਹੈ। ਤੇ ਦੂਜੇ ਨੰਬਰ ਤੇ ਕੀ ਹੈ ਸਾਡੇ ਕੋਲ, ਇਹਦਾ ਪਹਿਲਾ ਕੀ ਹੈ x ਦੀ 3। ਦੇਖੋ x ਦੀ 3 ਨਾਲ x ਦੀ 3 ਕੱਟਿਆ ਗਿਆ, ਸਾਡੇ ਕੋਲ ਕੱਲਾ ਕਿੰਨਾ ਬਚਿਆ -4। ਤੇ ਇਹ -4 ਮੈਂ ਇੱਥੇ ਪਾ ਦੂੰਗਾ। ਸੋ ਇਸ -4 ਨੂੰ ਮੈਂ ਫਿਰ ਇਹਨਾਂ ਗੁਣਾ ਕਰੂੰਗਾ, x ਦੀ 3 -3x ਜਮਾ 1। ਜਦੋਂ ਕੀਤਾ ਮੇਰੇ ਕੋਲ ਆ ਜਾਊਗਾ -4x ਦੀ 3, ਫਿਰ ਮਾਈਨਸ ਨੂੰ ਮਾਈਨਸ ਨਾਲ ਗੁਣਾ ਕੀਤਾ ਜਮਾ 4 ਤੀਆ 12x, ਫਿਰ 4 ਨੂੰ ਇਹਨਾਂ ਕੀਤਾ -4। ਸੋ ਇਹ ਮੈਂ ਇੱਥੇ ਲਿਖ ਦੂੰਗਾ -4x ਦੀ 3 ਪਲੱਸ 12x, ਕਿਉਂਕਿ 3 ਘਾਤ ਦੇ ਥੱਲੇ 3, ਪਰ ਆ 12x ਮੈਂ ਇਹਦੇ ਥੱਲੇ ਪਾ ਨਹੀਂ ਸਕਦਾ, ਠੀਕ ਹੈ। ਸੋ ਮੈਂ ਇਹ 12x ਸਾਈਡ ਤੇ ਪਾ ਦੂੰਗਾ, 12x ਜਮਾ ਦਾ, ਫਿਰ -4 ਮੇਰਾ ਇੱਥੇ ਆ ਜਾਏਗਾ ਗਿਣਤੀ ਵਾਲੇ ਅੱਖਰ ਦੇ ਥੱਲੇ, ਗਿਣਤੀ ਵਾਲੇ ਅੱਖਰ। ਫਿਰ ਮੈਂ ਇਹਦਾ ਸਾਈਨ ਚੇਂਜ ਕਰ ਦੂੰਗਾ ਜਮਾ, ਇਹਦਾ ਸਾਈਨ ਚੇਂਜ ਕਰ ਦੂੰਗਾ ਜਮਾ, ਇਹਦਾ ਸਾਈਨ ਚੇਂਜ ਕਰ ਦੂੰਗਾ ਮਾਈਨਸ, ਠੀਕ ਹੈ। ਹੁਣ ਤੁਸੀਂ ਦੇਖੋ ਇਹ ਤਾਂ ਕੱਟਿਆ ਗਿਆ, ਹੁਣ ਇਹ ਆ ਗਿਆ ਸਾਡੇ ਕੋਲ, ਪਹਿਲਾਂ x ਦੀ ਘਾਤ 2 ਆਏਗਾ, ਫਿਰ ਸਾਡੇ ਕੋਲ ਆ ਇੱਕ ਘਾਤ ਵਾਲਾ ਪਿਆ ਵਾ, ਇਹ ਮੈਂ ਲਿਖੂੰਗਾ ਇੱਥੇ -12x, ਫਿਰ ਮੇਰੇ ਕੋਲ ਇਹ ਆਏਗਾ 4 ਜਮਾ ਦਾ ਤੇ 4 1 ਦਾ, 1 1 ਦਾ, ਇਹ ਜਮਾ 5 ਆ ਜਾਏਗਾ। ਹੁਣ ਦੇਖੋ ਇੱਥੇ ਮੈਂ ਤਕਸੀਮ ਬੰਦ ਕਰਨ ਲੱਗਾ, ਬੜਾ ਇੰਪੋਰਟੈਂਟ ਹੈ ਕਿ ਬੰਦ ਮੈਂ ਕਿਉਂ ਕਰਨ ਲੱਗਾ, ਕਿਉਂਕਿ ਦੇਖੋ ਇਹਦੀ ਘਾਤ 3 ਵਾ, ਇਹਦੀ ਘਾਤ ਸਭ ਤੋਂ ਵੱਡੀ ਚੱਲ ਦੀ 2 ਆ, x ਦੀ 2 x ਦੀ 1, ਸਭ ਤੋਂ ਵੱਡੀ ਕਿੰਨੀ ਹੈ 2, ਇਹਦੀ ਕਿੰਨੀ ਹੈ 3। ਸੋ ਇਹਦਾ ਮਤਲਬ ਮੈਂ ਇੱਥੇ ਡਿਵਾਈਡ ਖਤਮ ਕਰ ਦੇਣੀ ਹੈ, ਪਰ ਮੇਰਾ ਜਿਹੜਾ ਇਹ ਬਾਕੀ ਆ ਉਹ ਕਿੰਨਾ ਆ ਗਿਆ ਵਾ 9x ਦੀ 2 -12x ਪਲੱਸ 5, ਇਹ 0 ਦੇ ਬਰਾਬਰ ਨਹੀਂ ਆਇਆ, ठीक है। सो 0 के बराबर जे नहीं आया तो मैं लिखूंगा कि पहला बहुपद दूसरे बहुपद का गुणनखंड नहीं है, ठीक है। ये ध्यान रखना इस प्रोसैस नूं कि बस मेन यही है कि जो साडे को आ 4 आ गया सी, पर 4 ਇਹਦੇ ਵਿੱਚ ਉੱਪਰ ਹੈ ਨਹੀਂ ਸੀ, ਮੈਂ ਇਹਨੂੰ ਸਾਈਡ ਤੇ ਲਿਖ ਲਿਆ। ਪਰ ਜਦੋਂ ਦੂਜੀ ਵਾਰੀ ਲਿਖਿਆ ਮੈਂ ਪਹਿਲਾਂ ਜੇ ਸਭ ਤੋਂ ਵੱਡਾ 4 ਵਾ ਤਾਂ ਮੈਂ 4 ਪਹਿਲਾਂ ਲਿਖਣਾ, ਫਿਰ 3 ਆ ਜਾਣਾ, ਫਿਰ 1 ਆਉਣਾ ਸੀ ਤੇ ਕੱਟਿਆ ਗਿਆ, ਫਿਰ ਆਹ ਆ ਗਿਆ ਸਾਡੇ ਕੋਲ ਥੱਲੇ, ਫਿਰ 1 ਆ ਗਿਆ, ਠੀਕ ਹੈ। ਜੇ ਉਦੋਂ ਬਾਅਦ ਦੂਜੀ ਵਾਰੀ ਕੀਤਾ ਮੇਰੇ ਕੋਲ ਇੱਥੇ 2 ਹੈ ਨਹੀਂ ਸੀਗਾ, ਪਰ ਮੇਰੇ ਕੋਲ ਜਿਹੜਾ ਇਧਰੋਂ ਆਇਆ ਉਹਦੇ ਵਿੱਚ 2 ਆ ਗਿਆ ਸੀਗਾ। ਸੋ ਇਸ ਕਰਕੇ 2 ਮੈਂ ਸਾਈਡ ਤੇ ਲਿਖਿਆ, ਪਰ ਜਦੋਂ ਮੈਂ ਕੈਂਸਲ ਕਰਨ ਤੋਂ ਬਾਅਦ ਨੀਚੇ ਲਾਈਨ ਮਾਰਨ ਤੋਂ ਬਾਅਦ ਲਿਖਦਾ ਵਾਂ, ਪਹਿਲਾਂ ਮੈਂ 3 ਲਿਖੂੰਗਾ, ਫਿਰ ਮੈਂ ਆ 2 ਜਿਹੜਾ ਆਪਣਾ ਇਹ ਚੱਕ ਕੇ ਇੱਥੇ ਲਿਖੂੰਗਾ, ਠੀਕ ਹੈ। ਤੇ ਇਹ ਮੇਰਾ ਕੱਟਿਆ ਜਾਣਾ ਸੀ, ਫਿਰ ਮੈਂ 1 ਲਿਖ ਲੈਣਾ ਸੀ। ਅਗਲੇ ਸਟੈਪ 'ਚ ਫਿਰ ਮੈਂ ਦੇਖਿਆ ਕਿ ਮੇਰੇ ਕੋਲ 3 ਸੀਗਾ, 2 ਸੀਗਾ ਤੇ 1 ਹੈ ਨਹੀਂ ਸੀਗਾ, ਪਰ 1 ਆ ਗਿਆ, ਠੀਕ ਹੈ। ਤੇ ਉਹਨੂੰ ਮੈਂ ਸੱਜੇ ਬੰਨੇ ਬਾਹਰਲੇ ਬੰਨੇ ਲਿਖ ਲਿਆ, ਪਰ ਲਿਖਣ ਵੇਲੇ ਪਹਿਲਾਂ x ਸਕੁਅਰ ਲਿਖਿਆ, ਫਿਰ 1 ਲਿਖਿਆ, ਫਿਰ ਗਿਣਤੀ ਵਾਲਾ ਅੱਖਰ ਲਿਖਿਆ, ਤੇ ਇਹ ਸਾਡਾ ਬਾਕੀ 0 ਦੇ ਬਰਾਬਰ ਨਹੀਂ ਆਇਆ, ਜਿਸ ਕਰਕੇ ਇਹ ਗੁਣਨਖੰਡ ਨਹੀਂ ਹੈ। ਸੋ ਇਹ ਸੀਗਾ ਸਾਡਾ ਦੂਸਰਾ ਸਮ। ਹੁਣ ਸਾਡੇ ਕੋਲ ਸਾਡੀ ਐਕਸਰਸਾਈਜ਼ ਦੇ 3 ਸਮ ਪਏ ਆ, ਇੱਕ ਤੀਜਾ, ਇੱਕ ਚੌਥਾ ਤੇ ਇੱਕ ਪੰਜਵਾਂ। ਸੋ ਅਸੀਂ ਨੈਕਸਟ ਕਰਦੇ ਹਾਂ। ਸੋ ਥਰਡ ਸਮ ਸਾਡੇ ਕੋਲ ਦੇਖੋ ਹੈ, ਕਹਿੰਦਾ ਕਿ ਜੇਕਰ ਵੈਰੀ ਇੰਪੋਰਟੈਂਟ ਸਮ ਆ, ਜੇਕਰ ਇਹ ਵਾਲਾ ਜਿਹੜਾ ਬਹੁਪਦ ਦੇ ਸਿਫਰ, ਦੇਖੋ ਜੇ ਇਹਦੀ ਘਾਤ ਹੈਗੀ ਆ 4 ਘਾਤ ਵਾਲੇ ਬਹੁਪਦ ਦੇ 4 ਸਿਫਰ ਹੁੰਦੇ ਆ, ਪਰ ਉਹਨਾਂ ਨੇ 2 ਸਿਫਰ ਸਾਨੂੰ ਦੇ ਦਿੱਤੇ ਆ, ਬਾਕੀ ਦੀਆਂ ਸਿਫਰਾਂ ਅਸੀਂ ਪਤਾ ਕਰਨੀਆਂ ਵਾ। ਜੇ 4 ਘਾਤ ਵਾ ਤੇ 4 ਸਿਫਰ ਹੋਣਗੇ, 2 ਸਾਨੂੰ ਦੇ ਦਿੱਤੇ ਆ ਤੇ 2 ਅਸੀਂ ਪਤਾ ਕਰਨੇ। ਜਿਵੇਂ ਇੱਥੇ ਮੈਂ ਕਹਿ ਦਿੰਦਾ ਕਿ ਇਹਦੇ 4 ਸਿਫਰ ਹੋਣੇ ਆ, ਪਹਿਲਾ ਦੇ ਦਿੱਤਾ ਹੋਇਆ ਮੈਨੂੰ, ਦੂਜਾ ਦੇ ਦਿੱਤਾ ਹੋਇਆ, ਤੀਜਾ ਮੈਨੂੰ ਨਹੀਂ ਪਤਾ ਤੇ ਚੌਥਾ ਮੈਨੂੰ ਨਹੀਂ ਪਤਾ, ਮੈਂ ਇਹੀ ਪਤਾ ਕਰਨੀ। ਦੇਖੋ ਕਿੱਦਾਂ ਕਰਾਂਗੇ ਅਸੀਂ। ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਆਪਣਾ ਜਿਹੜਾ ਬਹੁਪਦ ਵਾ ਉਹਨੂੰ ਮੰਨ ਲੂੰਗਾ। ਮੈਂ ਕਹੂੰਗਾ ਕਿ ਮੰਨ ਲਓ px ਮੰਨ ਲੈਣਾ ਮੈਂ ਇਹਨੂੰ, px ਬਰਾਬਰ 3x ਦੀ 4 ਜਮਾ 6x ਦੀ 3 ਮਾਈਨਸ 2x ਸਕੁਅਰ ਮਾਈਨਸ 10x ਮਾਈਨਸ 5। ਇਹ ਸਾਡੇ ਕੋਲ px ਹੈ। ਤੇ ਮੈਂ ਜਿਹੜੇ ਸਿਫਰ ਹੁੰਦੇ ਸੀ, ਤੁਸੀਂ ਪਿੱਛੇ ਜਦੋਂ ਸਿਫਰ ਕੱਢਦੇ ਸੀ ਸਾਡੇ ਕੋਲ x ਦੇ ਮੁੱਲ ਆਉਂਦੇ ਸੀਗੇ, ਠੀਕ ਹੈ। ਜਦੋਂ ਅਸੀਂ ਅੰਡਰਲਾਈਨ ਕਰਕੇ ਦੋਨੇ ਬੰਨੇ x ਇੱਧਰ 5 ਆ ਜਾਂਦਾ ਸੀ, ਉੱਧਰ 2 ਆ ਜਾਂਦਾ ਸੀ, ਅਸੀਂ ਕਹਿੰਦੇ ਸੀ ਵੀ ਇਹ ਦੋਨੇ ਜਿਹੜੇ ਆ ਉਹ ਸਿਫਰ ਵਾ। ਸੋ ਮੈਂ ਲਿਖੂੰਗਾ ਕਿ x ਇਜ਼ ਇਕੁਅਲ ਟੂ 5/3 ਦਾ ਵਰਗਮੂਲ ਕੌਮਾ x ਬਰਾਬਰ -5/3 ਦਾ ਵਰਗਮੂਲ। ਸਾਡੇ ਕੋਲ 2 ਸਿਫਰ, ਇੱਕ ਵਰਗਮੂਲ ਪਲੱਸ ਦਾ 5, ਇੱਕ ਮਾਈਨਸ ਦਾ, ਠੀਕ ਹੈ। ਸੋ ਇਹ px ਦੇ ਸਿਫਰ ਹਨ, ਠੀਕ ਹੈ, ਠੀਕ ਹੈ। ਹੁਣ ਦੇਖੋ ਜੇ ਇਹ ਇਕੁਏਸ਼ਨ ਬਣ ਗਈ ਹੈ, ਜੇ ਮੈਂ ਇਹਨੂੰ ਉਧਰਲੇ ਬੰਨੇ ਲੈ ਕੇ ਜਾਣਾ ਵਾ ਤਾਂ ਇਹ ਮੇਰੇ ਕੋ ਇਹ ਉਧਰਲੇ ਬੰਨੇ ਜਾ ਕੇ ਇਹ ਮਾਈਨਸ ਦਾ ਹੋ ਜਾਏਗਾ, ਬਰਾਬਰ 0।
ਤੇ ਜੇ ਉਹਨੂੰ ਉਧਰ ਲੈ ਕੇ ਜਾਊਂਗਾ ਤੇ ਇਹ ਮੇਰੇ ਕੋਲ ਜਮਾ ਦਾ ਹੋ ਜਾਏਗਾ, ਠੀਕ ਹੈ, ਬਰਾਬਰ 0। ਠੀਕ ਹੈ, ਜਦੋਂ ਕੋਈ ਦੋ ਸਾਡੇ ਕੋਲ ਸਿਫਰ ਹੋਣ ਤੇ ਅਸੀਂ ਇਦਾਂ ਕੋਈ ਇਕੁਏਸ਼ਨਾਂ ਬਣਾ ਲਈਏ ਤਾਂ ਇਹਨਾਂ ਦੀ ਗੁਣਾ ਜਿਹੜੀ ਆ ਉਹ ਵੀ ਇਹਦੇ ਸਿਫਰ ਹੁੰਦੀ ਹੈ, ਮਤਲਬ ਉਹ ਜਿਹੜੀ ਆ ਉਹ ਇਹਦੀ ਗੁਣਨਖੰਡ ਹੁੰਦੀ ਹੈ, ਸੌਰੀ ਸਿਫਰ ਨਹੀਂ, ਅਸੀਂ ਕਹਿ ਸਕਦੇ ਹਾਂ, ਅਸੀਂ ਕਹਾਂਗੇ ਦੋਨਾਂ ਨੂੰ ਗੁਣਾ ਕਰਨ ਤੇ, ਦੇਖੋ ਇਹਦਾ ਖੱਬਾ ਬੰਨਾ ਵਾ, ਆ ਸੱਜਾ ਬੰਨਾ ਵਾ, ਆ ਖੱਬਾ ਬੰਨਾ ਵਾ, ਸੱਜਾ ਬੰਨਾ, ਮੈਂ ਖੱਬੇ ਬੰਨੇ ਨੂੰ ਖੱਬੇ ਬੰਨੇ ਨਾਲ ਗੁਣਾ ਕਰੂੰਗਾ, -5/3 ਵਰਗਮੂਲ, ਇੱਥੇ ਆ ਜਾਏਗਾ x + 5/3 ਵਰਗਮੂਲ, ਤੇ ਬਰਾਬਰ ਇਹ ਸੱਜਾ ਬੰਨਾ ਸੱਜੇ ਬੰਨੇ ਨਾਲ ਗੁਣਾ ਹੋਊਗਾ 0 × 0। ਠੀਕ ਹੈ, ਜਦੋਂ ਗੁਣਾ ਹੋਇਆ ਤੁਸੀਂ ਦੇਖੋ ਜਿਹੜਾ ਇਹ ਫਾਰਮੂਲਾ ਵਾ ਇਹ ਸਾਡਾ ਕਿਹੜਾ ਬਣ ਜਾਂਦਾ ਵਾ, a - b ਤੇ a + b, ਕਿਉਂਕਿ a ਤੇ a x ਆ, b ਤੇ b ਇਹ ਹੈ, ਵਿੱਚ ਮਾਈਨਸ ਤੇ ਪਲੱਸ ਦਾ ਫਰਕ। ਇਹਦਾ ਫਾਰਮੂਲਾ ਕੀ ਹੁੰਦਾ, a² - b²। ਹੁਣ a² ਆ ਜਾਏਗਾ x ਦਾ ਸਕੁਅਰ ਮਾਈਨਸ b ਕਿੰਨਾ ਵਾ ਸਾਡੇ ਕੋਲ ਵਰਗਮੂਲ ਦਾ ਸਕੁਅਰ ਆ ਜਾਏਗਾ, ਤੇ ਇੱਧਰ 0 ਨੂੰ 0 ਨਾਲ ਗੁਣਾ ਕੀਤਾ 0 ਹੀ ਆ ਜਾਏਗਾ। ਠੀਕ ਹੈ, ਜਦੋਂ ਇਦਾਂ ਅਸੀਂ ਸਾਡੇ ਸਿਫਰ ਦਿੱਤੇ ਹੋਣ ਅਸੀਂ ਇਹਨਾਂ ਨੂੰ ਗੁਣਾ ਕਰ ਦਈਏ ਤਾਂ ਇੱਕ ਸਾਡੇ ਕੋਲ ਬਹੁਪਦ ਬਣਦਾ ਵਾ ਜਿਹੜਾ ਉਹਦਾ ਗੁਣਨਖੰਡ ਹੁੰਦਾ ਹੈ। ਠੀਕ ਹੈ, ਸੋ ਹੁਣ ਅੱਗੇ ਕੀ ਦੇਖਾਂਗੇ ਅਸੀਂ, x² ਮਾਈਨਸ, ਹੁਣ ਵਰਗਮੂਲ ਨਾਲ ਸਕੁਅਰ ਕੱਟਿਆ ਜਾਂਦਾ, ਸਾਡੇ ਕੋਲ ਕੱਲਾ ਬਚੇਗਾ 5/3 ਬਰਾਬਰ 0। ਹੁਣ ਇਹਦੇ ਥੱਲੇ ਕੁਝ ਨਹੀਂ ਹੈਗਾ, ਸੋ ਅਸੀਂ ਇਹਦੇ ਥੱਲੇ 1 ਪਾ ਕੇ ਇਹਨੂੰ ਕ੍ਰਾਸ ਕਰ ਦਾਂਗੇ, 3x²। ਐਲਸੀਐਮ ਲੈਣਾ ਹੁੰਦਾ, ਬਟ ਮੈਂ ਸਿੰਪਲੈਸਟ ਵੇ ਦੱਸ ਰਿਹਾ ਤੁਹਾਨੂੰ ਕਿ ਜੇ ਦੋ ਚੀਜ਼ਾਂ ਦਾ ਅਸੀਂ ਐਲਸੀਐਮ ਲੈਣਾ ਹੋਵੇ ਤਾਂ ਅਸੀਂ ਇਹਨੂੰ ਕ੍ਰਾਸ ਕਰ ਦਈਏ, ਇਹਨੂੰ ਇਹਦੇ ਨਾਲ ਕ੍ਰਾਸ ਕਰ ਦਈਏ, ਸਾਡੇ ਕੋਲ ਆ ਜਾਏਗਾ 5 ਬਟਾ ਕਿੰਨਾ ਆ ਜਾਊਗਾ 3 × 3 ਬਰਾਬਰ 0 ਆ ਜਾਏ। ਹੁਣ ਇਹ ਜਿਹੜਾ 3 ਵਾ ਉਧਰਲੇ ਬੰਨੇ 0 ਨਾਲ ਕ੍ਰਾਸ ਹੋ ਜਾਊਗਾ, ਸਾਡੇ ਕੋਲ ਆ ਜਾਏਗਾ 3x² - 5 ਬਰਾਬਰ 3 × 0, ਤੇ ਸਾਡੇ ਕੋਲ ਅਲਟੀਮੇਟਲੀ ਬਚੇਗਾ 3x - 5 ਬਰਾਬਰ 0। ਤੇ ਇਹ ਜਿਹੜਾ ਬਹੁਪਦ ਆਇਆ ਵਾ ਸਾਡੇ ਕੋਲ, ਜਦੋਂ ਅਸੀਂ ਸਿਫਰਾਂ ਤੋਂ ਇਸ ਪ੍ਰੋਸੈਸ ਦੇ ਨਾਲ ਦੋ ਸਿਫਰਾਂ ਤੋਂ ਇੱਕ ਬਹੁਪਦ ਬਣਾ ਸਕਦੇ ਹਾਂ ਜਿਹੜਾ 100% ਹੁੰਦਾ ਵਾ ਕਿ ਇਹਦਾ ਕੀ ਹੁੰਦਾ ਹੈ, ਗੁਣਨਖੰਡ। ਪਿਛਲਾ ਸਮ ਅਸੀਂ ਕੀਤਾ ਸੀ, ਗੁਣਨਖੰਡ ਦਾ ਮਤਲਬ ਕੀ ਨਿਕਲਦਾ ਹੁੰਦਾ ਵਾ ਕਿ ਜਦੋਂ ਮੈਂ ਇਹਨਾਂ ਇਸ px ਨੂੰ ਤਕਸੀਮ ਕਰੂੰਗਾ ਤਾਂ ਮੇਰਾ ਬਾਕੀ ਜਿਹੜਾ ਵਾ ਉਹ 0 ਆਏਗਾ। ਇਹ ਧਿਆਨ ਰੱਖਣਾ, ਮੈਂ ਬਾਕੀ ਸਿਫਰ ਪਤਾ ਕਰਨੀ ਹੈ, ਪ੍ਰੋਸੈਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਮ ਹੈ। ਹੁਣ ਮੈਂ ਕੀ ਕਰੂੰਗਾ, ਮੈਂ ਇਹਨੂੰ gx ਮੰਨ ਲੂੰਗਾ, ਮੇਰੇ ਕੋਲ ਕਿੰਨਾ ਆ ਜਾਊਗਾ 3x² - 5। ਠੀਕ ਹੈ, ਸੋ ਮੈਂ ਇਹ ਤੋਂ ਬਾਅਦ ਇੱਥੇ ਉੱਪਰ ਲਿਖ ਦਿੰਦਾ ਸਮ। ਠੀਕ ਹੈ, ਸੋ ਇੱਥੋਂ ਮੈਂ ਉੱਪਰ ਲਿਖ ਦਿੰਦਾ ਇੱਥੇ ਸਮ, ਕਿ ਹੁਣ ਮੈਂ ਕੀ ਕਰੂੰਗਾ, ਹੁਣ ਅਸੀਂ px ਨੂੰ gx ਨਾਲ ਭਾਗ ਕਰਾਂਗੇ। ਠੀਕ ਹੈ, ਭਾਗ ਕਰਾਂਗੇ। ਹੁਣ ਭਾਗ ਕਰਨਾ ਦੇਖਣਾ ਧਿਆਨ ਨਾਲ, px ਨੂੰ ਅਸੀਂ gx ਦੇ ਨਾਲ ਭਾਗ ਕਰਾਂਗੇ, ਸਾਡੇ ਕੋਲ px ਕਿੰਨਾ ਵਾ 3x4 + 6x3 - 2x2 - 10x - 5, ਤੇ ਇਹਨੂੰ ਅਸੀਂ ਭਾਗ ਕਰਨਾ। ਠੀਕ ਹੈ, ਤੇ ਸਾਡੇ ਕੋਲ ਜਿਹੜਾ ਇਹ ਆ ਇਹ ਕਿੰਨਾ ਵਾ 3x2 - 5। ਪ੍ਰੋਸੈਸ ਅਸੀਂ ਪਹਿਲਾਂ ਵੀ ਸਿੱਖਿਆ ਹੋਇਆ ਸੀ, ਕਿੱਦਾਂ ਕਰਦੇ ਸੀਗੇ, ਇਹ ਆ ਮੈਂ ਰਫ ਵਰਕ ਕਰ ਦਿੰਦਾ ਇੱਥੇ, ਰਫ ਵਰਕ। ਅਸੀਂ ਪਹਿਲਾ ਪਦ 3x4, ਦੇਖੋ ਇਹ 'ਚ ਧਿਆਨ ਰੱਖਣਾ, ਜਦੋਂ ਮੈਂ ਇਹ ਸਾਰੀ ਤਕਸੀਮ ਕਰੂੰਗਾ ਜੇ ਬਾਕੀ ਮੇਰਾ 0 ਨਾ ਬਚਿਆ ਇਹਦਾ ਮਤਲਬ ਮੈਂ ਤਕਸੀਮ ਗਲਤ ਕਰ ਲਈ, ਫਿਰ ਮੈਨੂੰ ਚੈੱਕ ਕਰਨਾ ਪੈਣਾ। ਠੀਕ ਹੈ, ਸੋ ਇਸ ਕਰਕੇ ਤੁਹਾਨੂੰ ਇਹ ਹਿੰਟ ਵਾ ਕਿ ਜੇ ਇਹਦੀ ਤਕਸੀਮ 'ਚ ਤੁਹਾਡਾ ਬਾਕੀ 0 ਨਾ ਬਚਿਆ ਤਾਂ ਇਟ ਮੀਨਸ ਤੁਸੀਂ ਕਿਤੇ ਨਾ ਕਿਤੇ ਕੋਈ ਗਲਤੀ ਕਰ ਲਈ ਹੈ, ਉਹਨੂੰ ਚੈੱਕ ਕਰ ਲਓ। ਦੇਖੋ ਪਹਿਲਾ ਪਦ ਸਾਡੇ ਕੋਲ 3x4 ਆ, ਇਹਦਾ ਪਹਿਲਾ ਕਿੰਨਾ ਵਾ 3x2, ਦੇਖੋ 3 ਨਾਲ 3 ਕੱਟਿਆ ਗਿਆ, ਇੱਥੇ 4 ਵਾਰੀ, ਇੱਥੇ 2 ਵਾਰੀ, 2 ਨਾਲ 2 ਕੱਟ ਕੇ ਸਾਡੇ ਕੋਲ ਕੱਲਾ x2 ਬਚ ਜਾਣਾ। ਸੋ ਸਾਡੇ ਕੋਲ ਇੱਥੇ ਮੈਂ ਇੱਥੇ ਨਹੀਂ ਪਾਉਂਗਾ, ਮੈਂ ਇੱਥੇ ਉੱਪਰ ਪਾ ਦਿੰਦਾ ਕਿ ਸਾਡੇ ਕੋਲ ਇੱਥੇ x2 ਬਚ ਜਾਏਗਾ। ਹੁਣ ਜਦੋਂ x2 ਆ ਜਾਏਗਾ, ਸੋ x2 ਨੂੰ ਅਸੀਂ ਇਹਦੇ ਨਾਲ ਗੁਣਾ ਕਰਦੇ ਸੀਗੇ ਜਦੋਂ ਤਕਸੀਮ ਕਰਦੇ ਸੀ, 3x² - 5, ਜਦੋਂ ਇਹਨੂੰ ਇਹਨਾਂ ਗੁਣਾ ਕੀਤਾ ਸਾਡੇ ਕੋਲ 2 ਤੇ 2 4 ਬਣ ਜਾਊਗਾ, ਤੇ 5x² ਬਣ ਜਾਏਗਾ ਸਾਡੇ ਕੋਲ। ਠੀਕ ਹੈ, 3x4 ਤੇ 5x², ਇਹ 4 ਘਾਤ ਦੇ ਚੱਲੇ 4, ਅਸੀਂ 2 ਦੇ ਨੀਚੇ ਪਾ ਦਾਂਗੇ -5x2, ਤੇ ਅਸੀਂ ਅੰਡਰਲਾਈਨ ਕਰਕੇ ਇੱਥੇ ਮਾਈਨਸ ਪਾ ਦਾਂਗੇ, ਇੱਥੇ ਪਲੱਸ ਪਾ ਦਾਂਗੇ, ਇਹ ਸਾਡਾ ਕੈਂਸਲ ਹੋ ਜਾਏਗਾ। ਪਹਿਲਾਂ ਵੱਡੀ ਘਾਤ ਫਿਰ ਆ ਛੋਟੀ ਘਾਤ, ਦੇਖੋ ਆ ਜਮਾ ਦਾ ਮਾਈਨਸ ਦਾ ਘਟਾਉਣਾ ਹੀ ਪੈਣਾ ਸਾਨੂੰ, ਜੇ ਇੱਕ ਜਮਾ ਦਾ ਇੱਕ ਮਾਈਨਸ ਦਾ ਵਾ, 5 ਚੋਂ 2 ਕੱਟੇ ਗਏ, ਸਾਡੇ ਕੋਲ ਆ ਜਾਏਗਾ 3x²। ਜਮਾ ਮੈਂ ਤਾਂ ਪਾਇਆ ਕਿਉਂਕਿ ਵੱਡੀ ਰਕਮ ਦੇ ਮੋਰੇ ਪਲੱਸ ਹੈ, ਬਾਕੀ ਸਾਰੇ ਐਜ਼ ਇਟ ਇਜ਼ ਇੱਥੇ ਆ ਜਾਣਗੇ -5। ਹੁਣ ਅਗੇਨ ਉਹੀ ਪ੍ਰੋਸੈਸ ਕਿ ਪਹਿਲਾ ਪ੍ਰੋਸੈਸ ਕਿੰਨਾ ਵਾ
ਪਹਿਲਾ ਪਦ ਸਾਡੇ ਕੋਲ ਹੈ 6x ਦੀ 3, ਉਹਨੂੰ ਅਸੀਂ ਤਕਸੀਮ ਕਰਾਂਗੇ ਇਹਦੇ ਪਹਿਲੇ ਪਦ ਨਾਲ, ਦੈਟ ਇਜ਼ 3x 2। ਦੇਖੋ ਆ 3 ਤੇ 6 ਵੀ ਕੱਟੇ ਜਾਂਦੇ, 3 ਏਕਮ 3, 3 ਦੂਣੀ 6, ਸੋ 2 ਬਚ ਗਿਆ ਸਾਡੇ ਕੋਲ ਇੱਥੇ। ਤੇ ਆ 2 ਆ ਤੇ x, ਇਹ 2 ਨਾਲ 2 ਕੱਟੇ ਜਾਣਗੇ, 1 x ਬਚੇਗਾ ਸਾਡੇ ਕੋਲ, ਇੱਕ 2 ਬਚ ਗਿਆ, ਇੱਕ x ਬਚ ਗਿਆ, ਮਤਲਬ ਸਾਡੇ ਕੋਲ 2x ਆ ਗਿਆ। ਸੋ ਇਹ 2x ਤੇ ਮੂਹਰੇ ਕੋਈ ਸਾਈਨ ਨਹੀਂ, ਅਸੀਂ ਜਮਾ ਦਾ 2x ਇੱਥੇ ਪਾ ਦਾਂਗੇ। ਸੋ ਹੁਣ ਇਹ 2x ਨੂੰ ਅਸੀਂ ਕਿਹਨਾਂ ਗੁਣਾ ਕਰਨਾ ਵਾ, ਇਹਦੇ ਨਾਲ 3x ਸਕੁਅਰ ਮਾਈਨਸ 5 ਨਾਲ। ਜਦੋਂ ਮੈਂ ਇਹਨੂੰ ਇਹਨਾਂ ਗੁਣਾ ਕੀਤਾ 3 ਦੂਣੀ 6, x ਇੱਕ ਵਾਰੀ x ਦੋ ਵਾਰੀ, ਮਤਲਬ x ਦੀ 3 ਤੇ 5 ਦੂਣੀ 10 ਨਾਲ x ਆ ਜਾਏਗਾ ਸਾਡੇ ਕੋਲ 6x ਦੀ 3 ਘਾਤ ਦੇ ਥੱਲੇ 3 ਘਾਤ, 1 ਘਾਤ ਦੇ ਥੱਲੇ 1 ਘਾਤ, ਇੱਥੇ ਆ ਜਾਏਗਾ ਮਾਈਨਸ 10x ਬਟਾ ਅੰਡਰਲਾਈਨ ਕਰਕੇ ਇੱਥੇ ਮਾਈਨਸ ਦਾ ਹੋ ਜਾਏਗਾ, ਇੱਥੇ ਪਲੱਸ ਦਾ ਹੋ ਜਾਏਗਾ, ਇਹ ਕੱਟਿਆ ਗਿਆ ਕਿਉਂਕਿ ਇਹ ਜਮਾ ਦਾ ਇਹ ਮਾਈਨਸ ਦਾ। ਹੁਣ ਇਹ ਮਾਈਨਸ ਦਾ ਇਹ ਜਮਾ ਦਾ ਇਹ ਵੀ ਕੱਟਿਆ ਗਿਆ, ਸਾਡੇ ਕੋਲ ਇਕੱਲੇ ਕੀ ਬਚ ਗਏ 3x ਦੀ 2 ਤੇ ਆ ਮਾਈਨਸ 5 ਬਚ ਗਏ। ਹੁਣ ਅੱਗੇ ਕੀ ਕਰਾਂਗੇ ਅਸੀਂ, ਅੱਗੇ ਸਾਡੇ ਕੋਲ ਫਿਰ ਉਹੀ ਪ੍ਰੋਸੈਸ ਕਿ ਇਹਦਾ ਪਹਿਲਾ ਅੱਖਰ ਕਿੰਨਾ ਵਾ 3x ਦੀ 2, ਠੀਕ ਹੈ, ਤੇ ਇਹਦਾ ਪਹਿਲਾ ਅੱਖਰ ਕਿੰਨਾ ਸਾਡੇ ਕੋਲ 3x ਦੀ 2। ਤੁਸੀਂ ਦੇਖੋਗੇ ਬਿਲਕੁਲ ਸੇਮ ਹੈ, ਕੱਟ ਕੇ ਸਾਡੇ ਕੋਲ 1 ਹੀ ਬਚ ਜਾਣਾ ਇਕੱਲਾ। ਸੋ 1 ਸਾਡੇ ਕੋਲ ਇੱਥੇ ਆ ਜਾਏਗਾ, ਜਮਾ ਦਾ 1 ਆ ਜਾਏਗਾ। ਸੋ ਇਸ 1 ਨੂੰ ਅਸੀਂ ਇਹਦੇ ਨਾਲ ਫਿਰ ਗੁਣਾ ਕਰਾਂਗੇ, ਕਿੰਨਾ ਆ ਜਾਊਗਾ 3x ਦੀ 2 ਮਾਈਨਸ 5। 1 ਨੂੰ ਜਿੰਨਾ ਮਰਜ਼ੀ ਗੁਣਾ ਕਰੋ ਸਾਡੇ ਕੋਲ ਇਹੀ ਰਹਿ ਜਾਣਾ 3x ਦੀ 2 ਮਾਈਨਸ 5। ਸੋ ਅਸੀਂ ਇੱਥੇ ਲਿਖ ਦਾਂਗੇ ਘਾਤ 2 ਦੇ ਥੱਲੇ 2 ਤੇ 5 ਦੇ ਥੱਲੇ 5। ਤੁਸੀਂ ਦੇਖੋਗੇ ਇਹ ਪਲੱਸ ਦਾ ਹੋ ਜਾਏਗਾ, ਇਹ ਵੀ ਪਲੱਸ ਦਾ ਹੋ ਜਾਏਗਾ, ਤੇ ਇਹ ਸਾਡੇ ਸੌਰੀ ਆਹ ਗਲਤ ਹੋ ਗਿਆ ਸਾਡੇ ਕੋਲ, ਇਹ ਸਾਡੇ ਕੋਲ ਮਾਈਨਸ ਦਾ ਹੋ ਜਾਏਗਾ, ਠੀਕ ਹੈ, ਇਹ ਥੋੜਾ ਜਿਹਾ ਧਿਆਨ ਨਾਲ ਦੇਖਣਾ, ਇਹ ਸਾਡੇ ਕੋਲ ਮਾਈਨਸ ਦਾ ਹੋ ਜਾਏਗਾ ਤੇ ਇਹ ਕੱਟੇ ਜਾਣਗੇ, ਇਹ ਪਲੱਸ ਦਾ, ਇਹ ਮਾਈਨਸ ਦਾ ਤੇ ਪਲੱਸ ਦਾ, ਇਹ ਵੀ ਕੱਟੇ ਜਾਣਗੇ, ਸਾਡੇ ਕੋਲ ਬਾਕੀ ਕਿੰਨਾ ਬਚ ਗਿਆ 0। ਸੋ ਬਾਕੀ 0 ਬਚਣਾ ਹੀ ਚਾਹੀਦਾ। ਸੋ ਇਹਦਾ ਮਤਲਬ ਸਾਡੀ ਤਕਸੀਮ ਬਿਲਕੁਲ ਸਹੀ ਹੋਈ ਹੈ। ਹੁਣ ਜਿਹੜਾ ਸਾਡਾ ਇਹ ਆਇਆ ਵਾ, ਸੋ ਤੁਹਾਨੂੰ ਮੈਂ ਦੱਸਿਆ ਸੀ ਕਿ ਜਦੋਂ ਅਸੀਂ ਕੋਈ ਚੀਜ਼ ਤਕਸੀਮ ਕਰਦੇ ਹਾਂ ਵਿੱਚ px ਹੁੰਦਾ ਵਾ, ਇਹ ਸਾਡਾ ਭਾਜ ਹੁੰਦਾ ਵਾ, gx ਸਾਡਾ ਭਾਜਕ ਹੁੰਦਾ ਵਾ, ਇਹ ਸਾਡਾ qx ਹੁੰਦਾ ਵਾ, ਜਿਹਨੂੰ ਅਸੀਂ ਭਾਗ ਫਲ ਕਹਿੰਦੇ ਹਾਂ, ਠੀਕ ਹੈ, ਭਾਗ ਫਲ। ਤੇ ਥੱਲੇ ਸਾਡੇ ਕੋਲ ਜਿਹੜਾ ਵਾ ਉਹ ਬਾਕੀ ਆਉਂਦਾ ਹੁੰਦਾ ਵਾ, ਠੀਕ ਹੈ, ਕਲੀਅਰ। ਸੋ ਹੁਣ ਸਾਡੇ ਕੋਲ ਬਾਕੀ ਦਾ 0 ਆ ਗਿਆ। ਅਸੀਂ ਜਿਹੜੀ ਇਸ ਰਕਮ ਸਾਡੀ ਕੀ ਕਹਿੰਦੀ ਸੀ ਕਿ ਅਸੀਂ ਕੀ ਕਰਨਾ ਸੀ, ਅਸੀਂ ਬਾਕੀ ਦੀਆਂ ਸਿਫਰਾਂ ਕੱਢਣੀਆਂ ਸੀ। 4 ਸਿਫਰ ਸੀਗੇ, 1 ਤੇ 2 ਦਿੱਤੇ ਹੋਏ ਤੇ ਤੀਜਾ ਤੇ ਚੌਥਾ ਅਸੀਂ ਪਤਾ ਕਰਨਾ ਸੀ। ਜਿਹੜੇ 2 ਸਿਫਰ ਵਾ ਉਹ ਹਮੇਸ਼ਾ ਸਾਡੇ ਕੋਲ ਕਿੱਥੋਂ ਆਇਆ ਕਰਨਗੇ, ਜਿਹੜਾ ਆ ਸਾਡਾ ਭਾਗ ਫਲ ਆਇਆ ਕਰਨਾ। ਸੋ ਅਸੀਂ ਕਵਾਂਗੇ ਬਾਕੀ ਸਿਫਰ ਪਤਾ ਕਰਨ ਲਈ ਅਸੀਂ ਜਿਹੜਾ qx ਵਾ ਸਾਡਾ ਉਹਨੂੰ ਬਰਾਬਰ 0 ਕਰ ਦਾਂਗੇ, ਤੇ qx ਸਾਡੇ ਕੋਲ ਕਿੰਨਾ ਵਾ x ਸਕੁਅਰ ਪਲੱਸ ਇਹਨੂੰ ਅਸੀਂ qx ਇੱਥੇ ਵੀ ਲਿਖ ਸਕਦੇ ਕਿ ਇਹ ਸਾਡਾ qx ਹੈ ਪਲੱਸ 2x ਜਮਾ 1 ਬਰਾਬਰ 0। ਸੋ ਇਹ ਵੀ ਸਾਡਾ ਰਫ ਵਰਕ ਹੀ ਹੈ, ਠੀਕ ਹੈ, ਇਹ ਤੁਸੀਂ ਲਿਖਣਾ ਨਹੀਂ, ਤੁਸੀਂ ਆਪਣਾ ਕੋਈ ਪੇਜ ਲੈ ਕੇ ਜਾਂ ਉੱਤੇ ਕਰ ਸਕਦੇ ਆ। ਮੇਨ ਸਾਡੀ ਪ੍ਰੈਜੈਂਟੇਸ਼ਨ ਇਸੇ ਤਰੀਕੇ ਨਾਲ ਕਿ ਪਹਿਲਾਂ ਅਸੀਂ ਆਹ ਸਾਰਾ ਪ੍ਰੋਸੈਸ ਕਰਨਾ, ਫਿਰ ਇੱਥੋਂ ਨੀਚੇ ਅਸੀਂ ਇਸ ਤਰੀਕੇ ਨਾਲ ਆ ਜਾਣਾ। ਹੁਣ ਇਹ ਚੋਂ ਅਸੀਂ 2 ਸਿਫਰ ਕੱਢਾਂਗੇ ਕਿੱਦਾਂ, ਦੇਖੋ ਇਹ ਵਾਲਾ ਪ੍ਰੋਸੈਸ ਮੈਂ ਤੁਹਾਨੂੰ ਦੱਸਿਆ ਸੀ ਵੀ ਅਸੀਂ ਸਭ ਤੋਂ ਪਹਿਲਾਂ ਦੇਖਦੇ ਸੀਗੇ ਕਿ ਇਹਨੂੰ, ਹੁਣ ਦੇਖੋ ਇਹ ਇੱਕ ਫਾਰਮੂਲਾ ਵੀ ਬਣਦਾ, ਸਾਡੇ ਕੋਲ ਇੱਕ ਫਾਰਮੂਲਾ ਹੁੰਦਾ ਵਾ ਕਿ x ਦਾ ਸਕੁਅਰ, ਠੀਕ ਹੈ, ਪਲੱਸ 2a ਤੇ b ਪਲੱਸ 1 ਦਾ ਸਕੁਅਰ ਇਕੁਅਲ ਟੂ 0। ਸਾਡੇ ਕੋਲ ਫਾਰਮੂਲਾ ਕੀ ਹੁੰਦਾ ਸੀ, ਅਸੀਂ ਕਹਾਂਗੇ ਬਿਕੋਜ਼ a ਦਾ ਸਕੁਅਰ ਪਲੱਸ 2a ਤੇ b ਪਲੱਸ b ਦਾ ਸਕੁਅਰ। ਦੇਖੋ ਆ a ਦਾ ਸਕੁਅਰ ਹੋ ਗਿਆ, 2a ਤੇ b ਹੋ ਗਿਆ, b ਦਾ ਸਕੁਅਰ ਹੋ ਗਿਆ, ਇਹ ਕਿਹਦੇ ਬਰਾਬਰ ਹੁੰਦਾ ਵਾ a ਜਮਾ b ਦੇ ਸਕੁਅਰ ਦੇ। ਸੋ ਇਹਦਾ ਮਤਲਬ ਇਹ ਕਿਹਦੇ ਬਰਾਬਰ ਹੋ ਜਾਊਗਾ, a ਕਿੰਨਾ ਵਾ ਸਾਡੇ ਕੋਲ x ਜਮਾ b ਕਿੰਨਾ ਵਾ 1, ਇਹਦਾ ਸਕੁਅਰ ਹੋ ਜਾਏਗਾ। ਤੇ ਜਦੋਂ ਵੀ ਕਿਸੇ ਪਾਵਰ ਕਿਸੇ ਚੀਜ਼ ਦੇ ਉੱਤੇ 2 ਘਾਤ ਹੋਵੇ ਤਾਂ ਇਹਦਾ ਮਤਲਬ ਹੁੰਦਾ ਇਹ 2 ਵਾਰੀ ਆ ਜਾਣਾ ਸਾਡੇ ਕੋਲ। ਜਦੋਂ ਸਾਡੇ ਕੋਲ ਇਹ 2 ਵਾਰੀ ਆ ਗਿਆ ਤੇ ਇਹਦਾ ਮਤਲਬ ਇੱਕ ਵਾਰੀ ਮੈਂ ਇਹਨੂੰ ਬਰਾਬਰ 0 ਕਰ ਦੂੰਗਾ, ਇੱਕ ਵਾਰੀ ਇਹਨੂੰ ਬਰਾਬਰ 0 ਕਰ ਦੂੰਗਾ, ਜਿੱਦਾਂ ਅਸੀਂ ਸਿਫਰ ਅੱਗੇ ਕੱਢੇ ਸੀ ਪੁਰਾਣੀਆਂ ਵੀਡੀਓਜ਼ ਦੇ ਵਿੱਚ। x ਬਰਾਬਰ -x, ਸੋ ਸਾਡੇ ਕੋਲ ਜਿਹੜੇ ਬਾਕੀ 2 ਸਿਫਰ ਜਿਹੜੇ ਸੀਗੇ ਸਿਫਰ ਹਨ ਉਹ ਸਾਡੇ ਕੋਲ ਆ ਜਾਣਗੇ, ਇੱਕ -1 ਤੇ ਦੂਜਾ ਵੀ -1। ਸੋ ਸਾਡੇ 4 ਸਿਫਰ ਸੀ ਉਹ ਸਾਡੇ ਇੱਥੇ ਤੱਕ ਕੰਪਲੀਟ ਹੋ ਜਾਂਦੇ ਆ। ਸੋ ਇਹ ਧਿਆਨ ਨਾਲ 1 2 3 ਵਾਰੀ ਸਮ ਨੂੰ ਲਿਖ ਕੇ ਚੰਗੀ ਤਰ੍ਹਾਂ ਰਿਵੀਜ਼ਨ ਕਰਕੇ ਤੁਹਾਨੂੰ ਇਹ ਸਵਾਲ ਬਹੁਤ ਹੀ ਜ਼ਿਆਦਾ ਈਜ਼ੀ ਲੱਗੇਗਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਮ ਹੈ, ਠੀਕ ਹੈ। ਸੋ ਅੱਗੇ ਅਸੀਂ ਨੈਕਸਟ ਚੌਥਾ ਸਮ ਕਰਦੇ ਹਾਂ। ਸੋ ਚੌਥਾ ਸਮ ਸਾਡੇ ਕੋਲ ਹੈ ਕਿ ਬਹੁਪਦ ਇਹਨੂੰ ਬਹੁਪਦ gx ਨਾਲ ਭਾਗ ਕਰਨਾ ਸੀ ਤੇ ਭਾਗਫਲ ਸਾਨੂੰ ਪਹਿਲਾਂ ਦਿੱਤਾ ਹੋਇਆ ਵਾ, ਇੱਕ ਭਾਗਫਲ ਦਿੱਤਾ ਹੋਇਆ, ਠੀਕ ਹੈ। ਸੋ ਸਾਡੇ ਕੋਲ ਮੈਂ ਜਿਵੇਂ ਤੁਹਾਨੂੰ ਦੱਸਦਾ ਹੁੰਦਾ ਸੀਗਾ ਕਿ ਸਾਡੇ ਕੋਲ ਮੇਨ ਪ੍ਰੋਸੈਸ ਕੀ ਹੁੰਦਾ ਵਾ ਕਿ ਆਹ px ਹੁੰਦਾ ਵਾ
ਠੀਕ ਹੈ। ਆ GX ਹੁੰਦਾ ਵਾ ਤੇ ਇੱਥੇ ਜਿਹੜਾ ਆਉਂਦਾ ਹੁੰਦਾ ਉਹਨੂੰ QX ਕਹਿੰਦੇ ਹੁੰਦੇ ਆ, ਤੇ ਇੱਥੇ ਸਾਡੇ ਕੋਲ RX ਆਉਂਦਾ ਹੁੰਦਾ ਵਾ। ਜਿਹੜਾ ਇਹ ਹੁੰਦਾ ਵਾ ਇਹ ਸਾਡਾ ਭਾਜ ਹੁੰਦਾ ਵਾ, ਠੀਕ ਹੈ। ਆ ਸਾਡਾ ਭਾਜਕ ਹੁੰਦਾ ਵਾ, ਠੀਕ ਹੈ। ਤੇ ਆ ਸਾਡਾ ਭਾਗ ਫਲ ਹੁੰਦਾ ਵਾ, ਤੇ ਆ ਸਾਡਾ ਬਾਕੀ ਹੁੰਦਾ ਵਾ। ਹੁਣ ਸਾਨੂੰ ਦੇਖੋ ਇਹਨਾਂ ਵਿੱਚੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਿੱਤੀਆਂ, ਇਹ ਸਿਰਫ ਸਮਝਾਉਣ ਲਈ ਸੀਗਾ। ਸਮ ਦੇ ਵਿੱਚ ਦੇਖੋ ਤੁਸੀਂ ਧਿਆਨ ਨਾਲ, ਸਾਨੂੰ ਉਹਨਾਂ ਨੇ ਦਿੱਤਾ ਹੋਇਆ ਵਾ ਕਿ ਆਹ PX ਦਿੱਤਾ ਵਾ ਸਾਨੂੰ। ਅਸੀਂ ਚੌਥਾ ਸਮ ਜਦੋਂ ਸ਼ੁਰੂ ਕਰਦੇ ਅਸੀਂ ਕਹਿੰਦੇ ਆ ਕਿ ਮੰਨ ਲਓ PX ਕਿੰਨਾ ਸਾਡੇ ਕੋਲ x ਦੀ 3 ਮਾਈਨਸ 3x ਦੀ 2 ਪਲੱਸ x ਜਮਾ 2। PX ਮਤਲਬ ਭਾਜ ਦਿੱਤਾ ਹੋਇਆ ਵਾ। GX ਅਸੀਂ ਜਿਹੜਾ ਵਾ ਉਹ ਇੱਥੇ ਲਿਖਿਆ ਦੇਖੋ GX ਪਤਾ ਕਰੋ, ਇਹ ਅਸੀਂ ਪਤਾ ਕਰਨਾ ਵਾ। ਉਦੋਂ ਬਾਅਦ ਸਾਨੂੰ ਇਹਨਾਂ ਨੇ ਭਾਗਫਲ ਦਿੱਤਾ ਵਾ, ਭਾਗ ਤੇ ਫਲ। ਤੇ ਭਾਗਫਲ ਨੂੰ ਅਸੀਂ ਕੀ ਲਿਖਦੇ ਆ QX, ਮੈਂ ਇਹਨੂੰ QX ਲਿਖ ਦਿੰਦਾ ਇੱਥੇ। ਤੇ QX ਕਿੰਨਾ ਦਿੱਤਾ ਹੋਇਆ ਸਾਨੂੰ x ਮਾਈਨਸ 2, ਤੇ ਉਦੋਂ ਬਾਅਦ ਸਾਡੇ ਕੋਲ ਬਾਕੀ ਸਾਡੇ ਕੋਲ ਜਿਹੜਾ ਵਾ ਉਹ ਸਾਨੂੰ ਕਿੰਨਾ ਦਿੱਤਾ ਹੋਇਆ ਉਹਨਾਂ ਨੇ, ਬਾਕੀ ਦਿੱਤਾ, ਬਾਕੀ ਮਾਈਨਸ 2x ਜਮਾ ਜਿਹਨੂੰ ਅਸੀਂ RX ਪਾਉਨੇ ਆ, ਉਹ ਸਾਡੇ ਕੋਲ ਦਿੱਤਾ ਮਾਈਨਸ 2x ਜਮਾ 4। ਅਸੀਂ ਆਹ ਇੱਕ ਚੀਜ਼ ਪਤਾ ਕਰਨੀ ਹੈ। ਹੁਣ ਇਹ ਕਿੱਦਾਂ ਪਤਾ ਕਰਾਂਗੇ, ਸਾਨੂੰ ਨੌਲੇਜ ਆ ਵੰਡ ਐਲਗੋਰਿਦਮ ਦੀ। ਵੰਡ ਐਲਗੋਰਿਦਮ ਅਨੁਸਾਰ ਅਸੀਂ ਕੀ ਕਰ ਸਕਦੇ ਹਾਂ ਕਿ ਜਿਹੜਾ ਭਾਜ ਹੁੰਦਾ ਵਾ ਉਹ ਬਰਾਬਰ ਹੁੰਦਾ ਵਾ ਭਾਜਕ ਗੁਣਾ ਭਾਗਫਲ ਜਮਾ ਬਾਕੀ, ਠੀਕ ਹੈ। ਹੁਣ ਸਾਡੇ ਕੋਲ ਇਹ PX ਵਾ, ਇਹ QX ਆ, ਸੌਰੀ ਇਹ GX ਵਾ, ਇਹ QX ਆ, ਤੇ ਇਹ ਸਾਡੇ ਕੋਲ RX ਹੁੰਦਾ ਵਾ। ਹੁਣ ਦੇਖੋ ਸਾਡੇ ਕੋਲ ਸਾਰੀਆਂ ਰਕਮਾਂ ਪਤਾ, ਸਾਨੂੰ PX ਪਤਾ ਕਿੰਨੀ ਸਾਡੇ ਕੋਲ x, ਮੈਂ PX ਦੀ ਵੈਲਿਊ ਭਰਨ ਲੱਗਾ ਮਾਈਨਸ 3x ਦੀ 2 ਜਮਾ x ਜਮਾ 2 ਬਰਾਬਰ ਭਾਜਕ ਸਾਨੂੰ ਪਤਾ ਨਹੀਂ ਹੈ, GX ਅਸੀਂ ਪਤਾ ਕਰਨਾ, ਠੀਕ ਹੈ, ਗੁਣਾ QX ਕਿੰਨਾ ਸਾਡੇ ਕੋਲ x ਮਾਈਨਸ 2 ਤੇ RX ਸਾਡੇ ਕੋਲ ਕਿੰਨਾ ਵਾ ਮਾਈਨਸ 2x ਜਮਾ 4, ਠੀਕ ਹੈ। ਹੁਣ ਇਹ ਦੇਖਣਾ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਪ੍ਰੋਸੈਸ ਤੋੜਾਂਗੇ। ਦੇਖੋ ਦੋ ਸਾਈਨ ਇਕੱਠੇ ਆ ਗਏ, ਇਹਨਾਂ ਨੂੰ ਮੈਂ ਇੱਥੇ ਪਲੱਸ ਮਾਈਨਸ ਕਿੰਨਾ ਹੋ ਜਾਏਗਾ ਮਾਈਨਸ 2x ਪਲੱਸ 4, ਇਹ ਇੱਦਾਂ ਰਹਿ ਜਾਏਗਾ, ਤੇ GX ਮੇਰੇ ਕੋਲ ਇੱਦਾਂ ਹੀ ਰਹਿ ਜਾਏਗਾ। ਇੱਥੇ ਵੀ ਇਹ ਨਾਲ ਗੁਣਾ ਹੋਏਗਾ x ਮਾਈਨਸ 2, ਤੇ ਇੱਧਰਲੇ ਬੰਨੇ ਸਾਡੇ ਕੋਲ ਸਾਰਾ ਪ੍ਰੋਸੈਸ ਇੱਦਾਂ ਹੀ ਰਹਿ ਜਾਏਗਾ। ਹੁਣ ਦੇਖੋ ਮੈਂ ਵੈਲਿਊ ਕੱਢਣੀ GX ਦੀ, ਮੈਂ ਬਾਕੀ ਸਾਰੀਆਂ ਰਕਮਾਂ ਇੱਕ ਬੰਨੇ ਰਹਿ ਜਾਊਂਗਾ। ਪਹਿਲਾਂ ਇਹ ਉਧਰਲੇ ਬੰਨੇ ਜਾਊਗੀ ਬਰਾਬਰ ਦੇ, ਇਹ ਮਾਈਨਸ ਦੀ ਆ, ਉਧਰ ਜਾ ਕੇ ਕੀ ਹੋ ਜਾਊਗੀ, ਇਹ ਉਧਰ ਜਾ ਕੇ ਜਮਾ ਦਾ 2x ਹੋ ਜਾਏਗਾ, 4 ਉਧਰ ਜਾ ਕੇ ਮਾਈਨਸ ਦਾ ਹੋ ਜਾਏਗਾ, ਤੇ ਸਾਡੇ ਕੋਲ ਇੱਧਰ ਬਚੇਗਾ GX ਗੁਣਾ x ਮਾਈਨਸ 2। ਤੇ ਮੈਂ GX ਦਾ ਮੁੱਲ ਕੱਢਣਾ, ਤੇ ਇਹ ਇਹਨਾਂ ਗੁਣਾ ਹੁੰਦੀ ਪਈ, ਤੇ ਉਧਰ ਜਾ ਕੇ ਦੇਖੋ ਇਹ ਮਾਈਨਸ ਹੁੰਦੀ ਸੀ, ਉਧਰ ਜਾ ਕੇ ਪਲੱਸ ਹੋ ਗਈ, ਪਲੱਸ ਹੁੰਦੀ ਸੀ, ਉਧਰ ਜਾ ਕੇ ਮਾਈਨਸ ਹੋ ਗਈ, ਪਰ ਇਹ ਇਹਨਾਂ ਗੁਣਾ ਹੁੰਦੀ ਹੈ। ਹੁਣ ਇਹ ਤਕਸੀਮ ਹੋਏਗੀ, ਤਾਂ ਮੈਂ ਇੱਧਰਲੇ ਬੰਨੇ ਲਿਖ ਦੂੰਗਾ ਕਿ ਇਹ ਮੇਰੇ ਕੋਲ ਕਿੰਨਾ ਆ ਜਾਊਗਾ x ਮਾਈਨਸ 2 ਨੀਚੇ ਆ ਜਾਏਗਾ, ਤੇ ਮੇਰੇ ਕੋਲ ਇੱਧਰ ਕੱਲਾ GX ਬਚ ਜਾਏਗਾ। ਹੁਣ ਇੱਧਰ ਦੇਖੋ ਆ ਵੀ 3 ਘਾਤ ਆ, ਹੋਰ ਕਿਤੇ ਵੀ 3 ਘਾਤ ਨਹੀਂ ਹੈਗੀ, ਸੋ ਇਹ ਇੱਦਾਂ ਹੀ ਰਹਿ ਜਾਊਗੀ। ਉਦੋਂ ਬਾਅਦ ਇਹ 2 ਘਾਤ ਆ, 2 ਘਾਤ ਹੋਰ ਕਿਤੇ ਵੀ ਨਹੀਂ ਹੈਗੀ, ਇਹ ਵੀ ਇੱਦਾਂ ਹੀ ਰਹਿ ਜਾਊਗਾ। ਹੁਣ ਦੇਖੋ ਇਹ 1 ਘਾਤ ਵਾਲੀ ਹੈ, ਇਹ ਵੀ 1 ਘਾਤ ਵਾਲੀ ਹੈ, 2 ਵਾਰੀ x ਤੇ 1 ਵਾਰੀ x ਦੋਨੇ ਜਮਾ ਦੇ ਆ, ਸਾਡੇ ਕੋਲ ਆ ਜਾਏਗਾ 3 ਵਾਰੀ x, ਮਤਲਬ ਇਹਨਾਂ ਦੋਵਾਂ ਦੀ ਇੱਕ ਰਕਮ ਬਣ ਗਈ। ਹੁਣ ਆ 2 ਵਾਰੀ ਆ, ਆ 4 ਗਿਣਤੀ ਵਾਲੇ ਅੱਖਰ ਆ, ਇਹ 2 ਜਮਾ ਦਾ ਵਾ, 4 ਮਾਈਨਸ ਦਾ ਵਾ, ਇੱਕ ਜਮਾ ਦਾ ਤੇ ਇੱਕ ਘਟਾਓ ਦਾ ਹੋਵੇ, ਅਸੀਂ ਘਟਾਉਣਾ ਹੀ ਹੁੰਦਾ, 4 ਚੋਂ 2 ਕੱਟੇ ਗਏ 2 ਆ ਜਾਏਗਾ, ਪਰ ਵੱਡੀ ਰਕਮ ਦੇ ਮੋਰੇ ਮਾਈਨਸ ਆ, ਸੋ ਇੱਥੇ ਮਾਈਨਸ ਆ। ਹੁਣ ਦੇਖੋ ਜਦੋਂ ਇਦਾਂ ਆ ਜਾਵੇ, ਜੇ ਸਾਡੇ ਕੋਲ 10/5 ਆ ਜਾਵੇ, ਤਾਂ ਅਸੀਂ ਇਹਨੂੰ ਤਕਸੀਮ ਕਰਦੇ ਹਾਂ, 5 × 5 5 ਦੂਣੀ 10, ਤੇ ਸਾਡਾ 2 ਆਨਸਰ ਆ ਜਾਂਦਾ। ਇਹਦਾ ਮਤਲਬ ਸਾਨੂੰ ਇਹਨੂੰ ਇਹਦੇ ਨਾਲ ਤਕਸੀਮ ਕਰਕੇ ਸਾਡਾ GX ਜਿਹੜਾ ਉਹ ਪਤਾ ਹੋ ਜਾਏਗਾ। ਸੋ ਮੈਂ ਤਕਸੀਮ ਸ਼ੁਰੂ ਕਰ ਦੂੰਗਾ ਇੱਥੋਂ। ਸੋ ਤਕਸੀਮ ਕਿੰਨਾ ਆਏਗੀ, x ਦੀ 3 ਮਾਈਨਸ 3x ਦੀ 2 ਪਲੱਸ 3x ਮਾਈਨਸ 2, ਤੇ ਇੱਥੇ ਆ ਜਾਏਗਾ x ਮਾਈਨਸ 2। ਹੁਣ ਦੇਖੋ ਸਭ ਤੋਂ ਪਹਿਲਾ ਪਦ ਸਾਡੇ ਕੋਲ ਕਿੰਨਾ ਵਾ x ਦੀ 3 ਬਟਾ ਇਹਦਾ ਪਹਿਲਾ ਪਦ ਕਿੰਨਾ ਵਾ x, ਉੱਪਰ 3 ਵਾਰੀ ਥੱਲੇ 2 1 ਵਾਰੀ, ਸੋ ਸਾਡੇ ਕੋਲ ਕੱਟ ਕੇ ਕਿੰਨਾ ਵਾਰੀ ਆ ਜਾਊਗਾ 2 ਵਾਰੀ ਸਾਡੇ ਕੋਲ ਜਿਹੜਾ ਬਚ ਜਾਏਗਾ। ਸੋ ਸਾਡੇ ਕੋਲ ਇੱਥੇ ਆ ਜਾਏਗਾ x ਦੀ 2। ਹੁਣ ਜਿਹੜਾ x ਦੀ 2 ਆ ਇਹਨੂੰ ਇਹਨਾਂ ਗੁਣਾ ਕਰਾਂਗੇ, ਅਸੀਂ ਹਮੇਸ਼ਾ ਇਦਾਂ ਹੀ ਕਰਦੇ ਹਾਂ। ਇੱਥੇ ਆ ਜਾਏਗਾ x ਦੀ 3, ਇੱਥੇ ਆ ਜਾਏਗਾ ਮਾਈਨਸ 2x ਸਕੁਅਰ, ਸਾਡੇ ਕੋਲ ਆ ਜਾਏਗਾ x ਦੀ 3 ਮਾਈਨਸ 2x ਸਕੁਅਰ, 3 ਘਾਤ ਦੇ ਥੱਲੇ 3, 2 ਘਾਤ ਦੇ ਥੱਲੇ 2, ਇਹ ਮਾਈਨਸ ਦਾ ਹੋ ਜਾਏਗਾ, ਇਹ ਪਲੱਸ ਦਾ ਹੋ ਜਾਏਗਾ, ਇਹ ਕੱਟਿਆ ਗਿਆ। ਹੁਣ ਦੇਖੋ ਇਹ ਮਾਈਨਸ ਦਾ ਵਾ, ਇਹ ਜਮਾ ਦਾ, ਘਟਾ ਹੀ ਹੋਣੇ, ਤਿੰਨਾਂ ਚੋਂ 2 ਕੱਟੇ ਗਏ, ਇੱਕ ਪਾਉਣ ਦੀ ਲੋੜ ਨਹੀਂ, ਵੈਸੇ ਮੈਂ ਪਾ ਦਿੰਦਾ, ਚਲੋ x ਸਕੁਅਰ ਨਾਲ ਐਜ਼ ਇਟ ਇਜ਼ ਰਹਿ ਜਾਊਗਾ। ਵੱਡੀ ਰਕਮ ਦੇ ਮੂਹਰੇ ਕਿਹੜਾ ਸਾਈਨ ਆ,
-10 ਸੋ ਇੱਥੇ ਕੀ ਆ ਜਾਏਗਾ ਮਾਈਨਸ। ਸੋ ਇੱਕ ਪਾਉਣ ਦੀ ਲੋੜ ਨਹੀਂ ਹੁੰਦੀ, ਵੈਸੇ ਸਾਡੇ ਕੋਲ ਅਸੀਂ ਇੱਥੇ ਲਿਖ ਦਿੱਤਾ ਵਾ। ਬਾਕੀ ਦੋ ਸਾਡੇ ਕੋਲ ਐਜ਼ ਇਟ ਇਜ਼ ਆ ਜਾਣਗੇ +3x -2। ਹੁਣ ਇਹਦਾ ਪਹਿਲਾ ਅੱਖਰ ਕਿੰਨਾ ਵਾ, ਮੈਂ ਇਦਾਂ ਹੀ ਚੱਕ ਲੈਣਾ ਇੱਥੇ 1x² ਬਟਾ ਇਹਦਾ ਪਹਿਲਾ ਅਕਸਰ ਕਿੰਨਾ ਵਾ x। ਹੁਣ ਦੇਖੋ ਇੱਥੇ ਦੋ ਵਾਰੀ x, ਇੱਥੇ ਇੱਕ ਵਾਰੀ, ਇੱਕ ਵਾਰੀ ਕੱਟਿਆ ਜਾਊਗਾ, ਇੱਕ x ਬਚ ਜਾਊਗਾ, ਮਤਲਬ ਮਾਈਨਸ ਦਾ x ਬਚ ਜਾਏ, 1 ਪਾਉਣ ਦੀ ਲੋੜ ਨਹੀਂ ਹੁੰਦੀ। ਸੋ -x ਆ ਗਿਆ ਤੇ ਇੱਥੇ ਕਿੰਨਾ ਆ ਜਾਏਗਾ -x। ਹੁਣ ਉਸ ਤੋਂ ਬਾਅਦ -x ਨੂੰ ਅਸੀਂ ਕਿਹਨਾਂ ਗੁਣਾ ਕਰਾਂਗੇ, ਇਹਦੇ ਨਾਲ, x -2 ਨਾਲ। ਜਦੋਂ ਗੁਣਾ ਕਰਾਂਗੇ ਇਹ ਕਿੰਨਾ ਬਣ ਜਾਊਗਾ -x ਦੀ 2 ਤੇ +2x ਆ ਜਾਏਗਾ। ਠੀਕ ਹੈ, ਸੋ ਇਹ ਸਾਡੇ ਕੋਲ ਇਹਨਾਂ 2 ਘਾਤ ਦੇ ਥੱਲੇ 2 ਘਾਤ। ਠੀਕ ਹੈ, ਹੁਣ ਇਹਦੇ ਮੂਹਰੇ ਕੁਛ ਨਹੀਂ ਹੈਗਾ ਤਾਂ ਮੈਂ 1 ਪਾ ਸਕਦਾ ਇੱਥੇ 1, ਕਿਉਂਕਿ ਇੱਥੇ ਮੈਂ 1 ਪਾਇਆ ਹੋਇਆ, ਜਾਂ ਮੈਂ ਉੱਪਰ ਨਾ ਪਾਉਣਾ, ਮੈਂ ਇੱਥੇ 1 ਪਾ ਦਿੰਦਾ, ਇੱਥੇ +2x ਆ ਜਾਏਗਾ ਸਾਡੇ ਕੋਲ। ਹੁਣ ਇਹਦੇ ਸਾਈਨ ਚੇਂਜ ਕਰਾਂਗੇ, ਆ ਪਲੱਸ ਤੇ ਆ ਮਾਈਨਸ, ਆ ਸਾਡਾ ਕੱਟਿਆ ਗਿਆ। ਹੁਣ ਤਿੰਨਾਂ 'ਚ 2 ਕੱਟੇ ਗਏ, 1x ਨਾਲ -2 ਐਜ਼ ਇਟ ਇਜ਼ ਆ ਜਾਏਗਾ ਸਾਡੇ। ਅਗਲਾ ਪ੍ਰੋਸੈਸ ਤੁਸੀਂ ਦੇਖੋ ਕਿ ਸਾਡੇ ਕੋਲ ਇਹਦਾ ਪਹਿਲਾ ਅੱਖਰ ਕਿੰਨਾ ਵਾ x, ਇਹਦਾ ਪਹਿਲਾ ਅੱਖਰ ਕਿੰਨਾ ਵਾ x ਨਾਲ x ਕੱਟ ਕੇ ਸਾਡੇ ਕੋਲ 1 ਹੀ ਬਚ ਗਿਆ ਇਕੱਲਾ। ਸੋ ਇੱਥੇ ਸਾਡੇ ਕੋਲ ਕੀ ਆ ਜਾਏਗਾ ਜਮਾ 1, ਤੇ ਇਸ 1 ਨੂੰ ਅਸੀਂ ਇਹਦੇ ਨਾਲ ਫੇਰ ਗੁਣਾ ਕਰਾਂਗੇ x -2 ਤੇ ਸਾਡੇ ਕੋਲ ਆ ਜਾਊਗਾ x -2, ਤੇ ਇਹ x -2 ਐਜ਼ ਇਟ ਇਜ਼ ਇਦਾਂ ਹੀ ਆ ਗਿਆ। ਸੋ ਇਹ ਮਾਈਨਸ ਦਾ ਹੋ ਜਾਏਗਾ, ਇਹ ਪਲੱਸ ਦਾ ਹੋ ਜਾਏਗਾ, ਇਹ ਸਾਡੇ ਕੋਲ ਦੋਨੇ ਕੱਟੇ ਗਏ ਤੇ ਬਾਕੀ 0 ਬਚ ਗਿਆ। ਸੋ ਦੇਖੋ ਜੇ 10/5 ਨੂੰ ਮੈਂ, ਦੇਖੋ ਰਫ ਵਰਕ ਹੀ ਹੈ ਇਹ ਵੀ, 10/5 ਨੂੰ ਮੈਂ ਤਕਸੀਮ ਕਰਦਾ ਵਾਂ, 10 ਨੂੰ ਵਿੱਚ ਰੱਖ ਕੇ 5 ਨਾਲ ਤਕਸੀਮ ਕਰਦਾ, ਮੇਰਾ ਆਂਦਾ 5 ਦੂਣੀ 10, 0 ਬਚ ਗਿਆ। ਇਹਦਾ ਮਤਲਬ ਇਹ ਮੈਂ ਕਹਿ ਦਿੰਦਾ ਮੇਰਾ ਜਿਹੜਾ ਆਨਸਰ ਆ ਉਹ 2 ਆ ਗਿਆ। ਹੁਣ gx ਵੀ ਇਦਾਂ ਹੀ, ਮੈਂ ਇਹਨੂੰ ਇਹਨਾਂ ਤਕਸੀਮ ਕੀਤਾ, ਮੇਰਾ ਜਿਹੜਾ ਭਾਗ ਫਲ ਵਾ ਉਹ ਇੰਨਾ ਆ ਗਿਆ। ਇਹਦਾ ਮਤਲਬ ਇਹ ਮੇਰਾ ਕੀ ਬਣ ਜਾਣਾ ਵਾ, gx ਬਣ ਜਾਣਾ। ਸੋ ਮੇਰਾ gx ਜਿਹੜਾ ਵਾ, ਮੈਂ ਇਹਨੂੰ ਇਦਾਂ ਵੀ ਲਿਖ ਸਕਦਾ, ਭਾਵੇਂ ਇੱਧਰ ਲਿਖ ਲਓ ਭਾਵੇਂ ਇੱਧਰ ਲਿਖ ਲਓ, ਇਹਨੂੰ ਇਹਨਾਂ ਤਕਸੀਮ ਕਰਕੇ ਜਿਹੜਾ ਉੱਤਰ ਆ ਗਿਆ ਇਹਨੂੰ ਕੱਟ ਦੇਣਾ ਸੀ, x - 1 ਜਾਂ ਇਹਨੂੰ ਕੱਟ ਕੇ ਇੱਥੇ ਆ ਜਾਣਾ ਸੀ। ਸੋ ਇਹ ਮੇਰਾ ਜਿਹੜਾ ਵਾ gx ਜਿਹੜਾ ਆ ਗਿਆ, ਦਿਸ ਇਜ਼ ਮਾਈ ਆਨਸਰ। ਠੀਕ ਹੈ, ਕਲੀਅਰ। ਸੋ 5th ਸਮ ਸਾਡਾ ਕੋਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਐਗਜ਼ਾਮਸ ਦੇ ਨਾਲ ਕੋਈ ਜ਼ਿਆਦਾ ਇੰਪੋਰਟੈਂਟ ਨਹੀਂਗਾ, ਸੋ ਅਸੀਂ ਇਸ ਵੀਡੀਓ ਦੇ ਵਿੱਚ ਨਹੀਂ ਕਰਾਂਗੇ। ਸੋ ਉਮੀਦ ਆ ਕਿ ਤੁਹਾਨੂੰ ਦੂਜਾ ਚੈਪਟਰ ਸਾਡਾ ਕੰਪਲੀਟ ਹੋ ਚੁੱਕਾ ਵਾ। ਜੇ ਤੁਹਾਨੂੰ ਕੋਈ ਪ੍ਰੋਬਲਮ ਹੋਵੇ, ਕਿਸੇ ਐਗਜ਼ਾਮਪਲਸ ਦੇ ਵਿੱਚ ਪ੍ਰੋਬਲਮ ਹੋਵੇ, ਤਾਂ ਮੈਂ ਐਗਜ਼ਾਮਪਲਸ 'ਤੇ ਵੀ ਵੀਡੀਓ ਬਣਾ ਦੂੰਗਾ। ਜੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸ ਦਿਓ ਕਿ ਸਾਨੂੰ ਐਗਜ਼ਾਮਪਲ ਕਿਸੇ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਅਦਰਵਾਈਜ਼ ਤੁਹਾਨੂੰ ਜਿੱਦਾਂ ਵੀ ਮੈਂ ਇਹ ਸਾਰਾ ਚੈਪਟਰ ਕਰਵਾਇਆ ਵਾ, ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਕੇ ਧਿਆਨ ਨਾਲ ਸਮਝ ਕੇ ਜੇ ਤੁਸੀਂ ਐਗਜ਼ਾਮਪਲਸ ਵਗੈਰਾ ਕੱਢੋਗੇ ਤਾਂ ਉਹ ਤੁਹਾਡੇ ਕੋਲ ਹੱਲ ਹੋ ਜਾਣਗੀਆਂ। ਠੀਕ ਹੈ, ਸੋ ਉਮੀਦ ਆ ਕਿ ਤੁਹਾਨੂੰ ਸਮਝ ਆਇਆ ਹੋਊਗਾ। ਫਿਰ ਮਿਲਾਂਗੇ ਅਗਲੀ ਵੀਡੀਓ ਦੇ ਨਾਲ। ਥੈਂਕ ਯੂ।